ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਸਾਡਾ ਕੰਮ ਉਹੀ ਹੈ ਜੀ ਕਿ ਹਰ ਰੋਜ਼ ਜੋ ਵੀ ਖਬਰਾਂ ਪਿਛਲੇ 24 ਘੰਟਿਆਂ 'ਚ ਘਟੀਆਂ ਵਾਪਰੀਆਂ ਹੋਣ ਆਪ ਜੀ ਦੇ ਨਾਲ ਡਿਸਕਸ ਕਰ ਲਈਆਂ ਜਾਣ, ਜੋ ਉਹਨਾਂ ਦੇ ਇੰਪੈਕਟ ਇਫੈਕਟ ਜੋ ਕੁਝ ਵੀ ਹੈਗਾ ਉਹ ਵੀ ਪਤਾ ਲੱਗ ਜਾਂਦਾ। ਕੁਝ ਖਬਰਾਂ ਹੁੰਦੀਆਂ ਜਿਹੜੀਆਂ ਸਾਹ ਦੇਣ ਦੀਆਂ ਹੁੰਦੀਆਂ, ਕੁਝ ਖਬਰਾਂ ਹੁੰਦੀਆਂ ਜਿਹੜੀਆਂ ਤਰਤੀਬਵਾਰ ਲੜੀਵਾਰ ਚੱਲਦੀਆਂ, ਕੁਝ ਖਬਰਾਂ ਹੁੰਦੀਆਂ ਜਿਹੜੀਆਂ ਭਵਿੱਖ ਵੱਲ ਇਸ਼ਾਰਾ ਕਰਦੀਆਂ। ਅੱਜ ਵੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਪ ਜੀ ਦੇ ਨਾਲ ਕਰਾਂਗੇ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਣੀ। ਹੋਰ ਬਾਠ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ। ਹੋਰ ਸੁਣਾਓ? ਬਸ ਹੋਰ ਵੀ ਠੀਕ ਹੈ। ਕੀ ਗੱਲ ਢਿੱਲੇ ਜੇ ਅੱਜ? ਨਹੀਂ ਢਿੱਲੇ ਜਿਹਾ ਤਾਂ ਕੁਛ ਨਹੀਂ ਹੈਗਾ, ਹੁੰਦਾ ਭਾਰਤ ਦੇ ਵਿੱਚ ਸਵੇਰਾ ਸਵੇਰਾ ਉਸ ਹਿਸਾਬ ਨਾਲ। ਜੇ ਚਾਹ ਚੂ ਨਹੀਂ ਮਿਲੀ। ਅੱਛਾ, ਨਹੀਂ ਪਰ ਇੱਥੇ ਤੇ ਹੁਣ ਸ਼ਾਮਾਂ ਇਹ ਸਵੇਰ ਦੀ ਚਾਹ ਨਹੀਂ ਮਿਲੀ ਤਾਂ ਨਹੀਂ, ਇੱਥੇ ਫਿਰ ਲੌਡੇ ਵੇਲੇ ਵਾਲੀ ਨਹੀਂ ਮਿਲੀ ਨਾ। ਆਹ ਲੌਡੇ ਵੇਲੇ ਵਾਲੀ ਚਾਹ ਵੇਖੋ, ਲੌਡੇ ਵੇਲੇ ਵਾਲੀ ਚਾਹ ਬਾਠ ਸਾਹਿਬ ਤੁਸੀਂ ਪੀਂਦੇ ਹੋ। ਇਹ ਜਿਹੜੀ ਅੱਜ ਕੱਲ੍ਹ ਚਾਹ ਵੀ ਬਾਠ ਸਾਹਿਬ ਝੋਲੇ ਵਾਲੀ ਪੀਣ ਲੱਗ ਪਿਆ। ਦੇਖੋ ਪਹਿਲਾਂ ਮੈਨੂੰ ਪੰਜਾਬ 'ਚ ਛੇੜ ਦਿੰਦੇ ਨਾ ਇੰਡੀਆ 'ਚ ਵੀ ਤੁਸੀਂ ਝੋਲੇ ਵਾਲੀ ਪੀਂਦੇ ਜੀ, ਤੁਸੀਂ ਹੁਣ ਇੱਥੇ ਆ ਕੇ ਝੋਲੇ ਵਾਲੀ ਪੀਣ ਲੱਗ ਦੇਖੋ ਝੋਲੇ ਵਾਲੀ ਪੀਣੀ ਆ, ਘਰੋਂ ਬਣਾ ਕੇ ਡੋਲੂ 'ਚ ਪਾ ਕੇ ਝੋਲੇ 'ਚ ਪਾ ਕੇ ਲਈਦੇ। ਡੋਲੂ ਤੱਤਾ ਬਹੁਤ ਲੱਗਦਾ। ਸਾਰਿਆਂ ਨੂੰ ਪਤਾ ਜਿਹੜਾ ਇੱਥੇ ਝੋਲਾ ਮਿਲਦਾ, ਜਿਹੜਾ ਇੱਥੇ ਡੋਲੂ ਮਿਲਦਾ। ਸੰਧਾਲੀਆ ਸਾਹਿਬ ਮੈਂ ਇੱਕ ਗੱਲ ਦੀ ਗਰੰਟੀ ਲੈਣਾ, ਜਿਹੜੇ ਬੰਦੇ ਬਰੈਂਪਟਨ ਦੇ ਵਿੱਚ, ਸਰੀ ਦੇ ਵਿੱਚ ਇੱਥੇ ਰਹਿੰਦੇ, ਉਹਨਾਂ ਨੂੰ ਪਤਾ ਵੀ ਇੱਥੇ ਝੋਲਾ ਵੀ ਮਿਲਦਾ, ਇੱਥੇ ਡੋਲੂ ਵੀ ਮਿਲਦਾ, ਇੱਥੇ ਪੰਸਾਰੀ ਦੀਆਂ ਦੁਕਾਨਾਂ ਵੀ ਆ। ਨਹੀਂ ਇੱਥੇ ਸਾਗ ਵੀ ਮਿਲਦਾ, ਇੱਥੇ ਪੀੜੀ ਵੀ ਮਿਲਦੀ, ਇੱਥੇ ਮੰਜਾ ਵੀ ਸਾਰਾ ਕੁਝ ਮਿਲਦਾ। ਉਹ ਨਹੀਂ ਮੈਂ ਕਹਿ ਰਿਹਾ, ਝੋਲੇ ਵਾਲੀ ਚਾਹ ਕਿਹੜੀ ਗੱਲ ਕਰਦੇ ਉਹ ਸਾਰਿਆਂ ਨੂੰ ਪਤਾ। ਇੱਥੇ ਆਪਣੇ ਬੰਦਿਆਂ ਦੇ ਖੇਤ ਵੀ ਆ, ਮੂਲੀਆਂ ਵੀ ਲਾਉਂਦੇ ਆ, ਸਾਰਾ ਕੁਝ ਲਾਉਂਦੇ ਆ, ਤੇ ਸਾਈਕਲ ਵੀ ਹੈਗੇ ਆ। ਇਹਨੂੰ ਕਹਿੰਦੇ ਵੀ ਗੱਲ ਨੂੰ ਡਾਇਵਰਟ ਕਰਨਾ। ਸਭ ਕੁਝ ਹੈਗਾ, ਮੈਂ ਤੇ ਕਹਿਣ ਡਿਆ ਵੀ ਸਾਰਾ ਕੁਝ ਹੈਗਾ। ਨਹੀਂ ਫਿਰ ਤੁਸੀਂ ਛੱਡ ਦਿੱਤੀ ਪੀਣੀ ਤਾਂ ਫਿਰ ਵੱਡੇ ਹੋ ਗਏ, ਹੁਣ ਗੱਲ ਕਿਹੜੀ ਆ? ਬਾਕੀ ਤਾਂ ਪੀਂਦੇ ਹੀ ਆ। ਬੰਦਾ ਮੰਨੇ ਹੈ ਕਿ ਨਹੀਂ? ਤੁਸੀਂ ਵੈਸੇ ਘੱਟ, ਤੁਸੀਂ ਪੋਲੀਟੀਸ਼ੀਅਨ ਐਵੇਂ, ਮੇਰਾ ਤੇ ਐਵੇਂ ਨਾਂ ਦਾ ਹੀ ਬਣਾਇਆ। ਅਸਲ ਪੋਲੀਟੀਸ਼ੀਅਨ ਦਾ WhatsApp ਤੁਸੀਂ। ਉਹ ਮਹਾਰਾਜ ਧਰਮਸੋਤ ਸਾਹਿਬ ਦੇ ਨਾਲ ਮਿਲ ਕੇ ਦੋ ਫਾੜੀ ਹੋਏ ਸੀ। ਧਰਮਸੋਤ ਸਾਹਿਬ ਹੈ ਨਾ, ਉਹੀ ਨਾ, ਮਤਲਬ ਅੱਛਾ ਧਰਮਸੋਤ ਸਾਹਿਬ ਤੁਹਾਡੇ ਵਰਗੇ ਫੜੇ ਗਏ? ਨਹੀਂ ਧਰਮਸੋਤ ਸਾਹਿਬ ਨਾਲ ਤੁਹਾਡੇ ਸਾਡੇ ਵਰਗੇ ਫੜੇ ਗਏ ਸੀ। ਨਹੀਂ ਯਾਦ ਹੁਣ ਤੱਕ ਅਸਲ ਸੱਚ ਮੂੰਹ ਨਿਕਲ ਗਿਆ। ਚਲੋ ਕੋਈ ਨਹੀਂ, ਗੱਲ ਆ WhatsApp ਵੀ ਇੱਕ ਤੇ ਗਰਮੀ ਕਹਿੰਦੇ ਵੀ ਪਿੱਛਾ ਨਹੀਂ ਛੱਡਦੀ, ਤੇ ਦੂਜੀ ਗੱਲ ਇਹ ਵੀ ਨਾਲ ਕਰਦੇ ਆ ਵੀ ਮੈਂ ਬਿਆਨ ਪੜ੍ਹ ਰਿਹਾ ਸੀ, ਮੈਨੂੰ ਸਮਝ ਨਹੀਂ ਆਇਆ, ਮੈਂ ਸ਼ਾਇਦ ਤੁਸੀਂ ਸਮਝਾ ਸਕੋ। ਉਹ ਕਹਿੰਦੇ ਵੀ ਗਰਮੀ ਦੀ ਮੰਗ ਵਧੀ ਤੇ ਮਹਿਕਮਾ ਹੁਣ ਕੱਟ ਲਾਊਗਾ। ਮੈਂ ਸਮਝਿਆ ਵੀ ਯਾਰ ਜੀ ਗਰਮੀ ਦੀ ਮੰਗ ਵੱਧ ਗਈ ਹੈ ਤੇ ਸਗੋਂ ਬਿਜਲੀ ਵਧਣੀ ਚਾਹੀਦੀ। ਉਹ ਕਹਿੰਦਾ ਵੀ ਬਿਜਲੀ ਦੀ ਮੰਗ ਹੀ ਵੱਧ ਗਈ, ਕਰਕੇ ਕੱਟ ਹੀ ਲਾ ਦੇਣਾ। ਹਾਂ ਵੀ ਪੱਕੇ ਕੱਟ ਕਲੀਅਰ ਹੀ ਹੋ ਗਏ। ਹਾਂ ਕਿ ਭਾਈ ਇੱਥੇ ਬੁੱਧਵਾਰ ਨੂੰ ਨਹੀਂ ਆਉਣੀ, ਇੱਥੇ ਵੀਰ ਨਹੀਂ ਆਉਣੀ, ਇੱਥੇ ਸ਼ੁੱਕਰ ਨਹੀਂ ਆਉਣੀ, ਇੱਥੇ ਸਵੇਰ ਤੋਂ ਸ਼ਾਮ ਨਹੀਂ ਆਉਣੀ, ਇੱਥੇ ਸ਼ਾਮ ਨੂੰ ਰਾਤ ਨੂੰ 9 ਵਜੇ ਤੋਂ ਤੜਕੇ ਤੱਕ ਨਹੀਂ ਆਉਣੀ। ਆਪਾਂ ਫਿਰ ਵੀ ਚੰਗੇ ਹਾਂ ਸੰਧਾਲੀਆ ਸਾਹਿਬ। ਮੈਂ ਫਿਰ ਕਹਿਣਾ ਕਿ ਆਪਾਂ ਫਿਰ ਵੀ ਚੰਗੇ ਹਾਂ। ਪਾਕਿਸਤਾਨ ਦੇ ਵਿੱਚ ਤੇ ਹਾਲਾਤ ਇੰਨੇ ਮਾੜੇ ਹੋ ਗਏ, ਇੱਕ ਤਾਂ ਉਹਨਾਂ ਨੇ 7-8 ਰੁਪਏ ਪ੍ਰਤੀ ਯੂਨਿਟ ਬਿਜਲੀ ਵਧਾਤੀ। ਆਪਣੇ ਬਿਜਲੀ ਦਾ ਰੇਟ ਨਹੀਂ ਵਧਿਆ। ਮੌਸਮ ਤਾਂ ਵਾਗਿਓ ਇੱਧਰਲੇ ਪਾਸੇ ਤਾਂ ਵਾਗਿਓ ਪਰਲੇ ਪਾਸੇ ਗਰਮੀ ਉਨੀ ਆ। ਆਹ ਕਿਹੜਾ ਉਹਨੂੰ ਉੱਥੇ ਵੀਜ਼ਾ ਲੈਣਾ ਪੈਂਦਾ? ਵੀਜ਼ਾ ਲੈਣਾ ਪੈਂਦਾ ਵੀ ਜਾਣੀ ਉੱਧਰਲੇ ਪਾਸੇ AC ਕੂਲਰ ਲੱਗੇ ਹੋ ਆ ਜਾਂ ਇੱਦਾਂ ਦਾ ਕੁਛ ਨਹੀਂ। ਹੋਰ ਤੁਸੀਂ ਦੇਖੋ ਕਿ ਸਰਕਾਰ ਨੇ ਐਲਾਨ ਹੀ ਕਰ ਦਿੱਤਾ, ਪਾਕਿਸਤਾਨ ਦੀ ਸਰਕਾਰ ਨੇ, ਕਿ ਰਾਤ ਨੂੰ 9 ਵਜੇ ਤੋਂ ਬਾਅਦ ਕੋਈ ਸਮਾਗਮ ਨਹੀਂ ਹੋ ਸਕਦਾ। ਵਿਆਹ ਮੋਸਟਲੀ ਰਾਤ ਨੂੰ ਹੁੰਦੇ ਆ, ਪਾਰਟੀਆਂ ਰਾਤ ਨੂੰ ਹੁੰਦੀਆਂ, ਕਿ ਨਾ ਕੋਈ ਵਿਆਹ ਸਮਾਗਮ ਰਾਤ ਨੂੰ 9 ਵਜੇ ਤੋਂ ਬਾਅਦ ਨਹੀਂ ਹੋਊਗਾ। ਕਿਉਂਕਿ ਜੇ ਰਾਤ ਨੂੰ 9 ਵਜੇ ਤੋਂ ਬਾਅਦ ਸਮਾਗਮ ਰੱਖਦੇ ਹੋ, ਉਹ ਕਹਿੰਦੇ ਜੀ ਬੱਤੀਆਂ ਬਹੁਤ ਬਾਲਣੀਆਂ ਪੈਂਦੀਆਂ ਤੇ ਬੱਤੀ ਹੈ ਨਹੀਂ, ਉਹੀ ਚੀਜ਼ ਤੁਸੀਂ ਬਾਲਦੇ ਹੋ। ਇਸ ਕਰਕੇ ਰਾਤ ਨੂੰ 9 ਤੋਂ ਬਾਅਦ ਸਮਾਗਮ ਕੋਈ ਨਹੀਂ, ਤੇ ਵਿਆਹ ਦੇ ਵਿੱਚ ਪਕਵਾਨ ਇੱਕੋ ਹੀ, ਜ਼ਿਆਦਾ ਪਕਵਾਨ ਨਹੀਂ। ਜਿੰਨੇ ਜ਼ਿਆਦਾ ਪਕਵਾਨ ਪਕਾਉਂਗੇ ਉਨਾ ਵੱਡਾ ਦਾਇਰਾ ਹੋਊਗਾ, ਜਿੱਡਾ ਵੱਡਾ ਦਾਇਰਾ ਹੋਊਗਾ ਉਨੇ ਲਾਟੂ ਵੱਧ ਲਾਉਣੇ ਪੈਣਗੇ, ਪੱਖੇ ਵੀ ਲਾਉਣੇ ਪੈਣਗੇ ਹਲਵਾਈਆਂ ਨੂੰ, ਬਾਕੀ ਕਾਰੀਗਰਾਂ ਨੂੰ, ਤੇ ਜਿਹੜੇ ਲੋਕ ਆਏ ਉੱਥੇ ਵੀ ਹੁਣ ਇੱਕ ਪਕਵਾਨ ਖਾਣ ਕਿੰਨੇ ਕੁ ਲੋਕ ਜਾਣਗੇ? ਉੱਥੇ ਆਪਣੇ ਨਾਲੋਂ ਕੰਮ ਬਹੁਤਾ ਔਖਾ। ਧਰਨੇ ਪ੍ਰਦਰਸ਼ਨ ਲਗਾਤਾਰ ਚੱਲੀ ਜਾਂਦੇ ਸੀ ਤੇ ਸਰਕਾਰ ਨੇ ਹੱਥ ਖੜੇ ਕਰ ਦਿੱਤੇ। ਉਹ ਕਹਿੰਦੇ ਜੀ ਗੱਲ ਕੀ ਕਰੀਏ, ਕਈ ਪਾਵਰ ਪਲਾਂਟ ਜਿਹੜੇ ਬੰਦ ਪਏ ਆ, ਕਈਆਂ ਦੇ ਵਿੱਚ ਤਕਨੀਕੀ ਨੁਕਸ ਹੋ ਗਿਆ, ਗਰਮੀ ਬਹੁਤ ਹੈ, ਮੰਗ ਵਧੀਓ ਆ। ਦੂਜੇ ਪਾਸੇ ਜਿਹੜਾ ਅੰਤਰਰਾਸ਼ਟਰੀ ਮੁਦਰਾ ਕੋਸ਼ ਆ, ਜੇ ਤੋਂ 4 ਪੈਸੇ ਲੈਣੇ ਆ, ਉਹ ਕਹੀ ਜਾਂਦਾ ਜੀ ਬਿਜਲੀ ਦੀ ਸਬਸਿਡੀ ਬੰਦ ਕਰੋ, ਇਸ ਕਰਕੇ ਅਸੀਂ 22-24 ਰੁਪਏ ਯੂਨਿਟ ਬਿਜਲੀ ਕਰਨੀ ਆ, ਮਜਬੂਰੀ ਆ ਸਾਡੀ। ਪਰ ਜੇ ਇਸ ਤਰੀਕੇ ਦੇ ਸਖਤ ਫੈਸਲੇ ਉਹਨਾਂ ਨੇ ਲਏ ਆ, ਸਾਡੇ ਜੇ ਉਨੀ ਨੌਬਤ ਨਹੀਂ ਆਈ, ਪਰ ਕੜੇਲੇ ਇੱਥੇ ਵੀ ਪੂਰੇ ਕੱਢੇ ਹੋਆ। ਤੁਸੀਂ ਦੇਖੋ 22-24 ਰੁਪਏ ਬੱਤੀ ਦਾ ਰੇਟ ਯੂਨਿਟ ਦਾ। ਤੇ ਮੇਰਾ ਖਿਆਲ ਆ ਵੀ ਪੰਜਾਬ 'ਚ ਪਹਿਲਾਂ ਜਦੋਂ ਵਧਿਆ ਸੀ ਉਦੋਂ 10-11 ਦਾ ਹਿਸਾਬ ਲਾ ਕੇ ਦੱਸਦੇ ਨਾ ਵੀ 10 ਰੁਪਏ ਪੈ ਗਿਆ, ਕੋਈ ਕਹਿੰਦਾ 11 ਪੈ ਗਿਆ। ਹੁਣ ਤਾਂ ਚਲੋ ਘਟਾ ਘਟੂ ਲਿਆ ਉਹਨਾਂ ਨੇ। ਉਦੋਂ ਚੀਕਾਂ ਛੱਡ ਕੇ ਚੰਗਿਆੜਾਂ ਨਿਕਲਦੀਆਂ। ਚੀਕ ਤਾਂ ਬਹੁਤ ਛੋਟੀ ਸ਼ਬਦ ਹੈ ਜੀ, ਚੰਗਿਆੜਾਂ ਵੀ ਪਈਆਂ। ਪਰ ਹੁਣ ਜਿੱਥੇ 22-24 ਹੋਊਗਾ ਉੱਥੇ ਹਾਲ ਕੀ ਹੋਊਗਾ ਤੁਸੀਂ ਆਪ ਸੋਚੋ। ਪਿਛਲੇ ਦਿਨ ਆਪਾਂ ਸ਼ੁਰੂ ਹੋਏ ਸੀ ਨਾ, ਉਦੋਂ ਪਹਿਲਾਂ ਟਮਾਟਰ ਤੋਂ, ਫਿਰ ਨਿੰਬੂਆਂ ਤੋਂ, ਫਿਰ ਗੈਸ ਸਿਲੰਡਰ ਦਾ ਰੌਲਾ ਪੈ ਗਿਆ, ਫਿਰ ਵਿੱਚ ਤੇਲ ਦਾ ਪੈ ਗਿਆ, ਹੁਣ ਬੱਤੀ ਦਾ ਵੀ ਰੌਲਾ ਪੈ ਗਿਆ। ਮਤਲਬ ਜਿੰਨੇ ਕੁ ਰੌਲੇ ਪੈ ਗਏ ਆ, ਰੱਬ ਸੁੱਖ ਰੱਖੇ ਸ੍ਰੀਲੰਕਾ ਵਾਲਾ ਹਾਲ ਨਾ ਹੋ ਜੇ ਕਿਤੇ। ਨਹੀਂ ਮਾੜਾ ਹੈ ਜੀ। ਦੇਖੋ ਹੋ ਸਕਦਾ ਕਿ ਉੱਥੇ ਪੱਖਿਆਂ ਦੇ ਪਰ ਲਾ ਕੇ ਨਿਆਣੇ ਕ੍ਰਿਕਟ ਖੇਡਿਆ ਕਰਨ, ਕਿਉਂਕਿ ਜਿੱਦਾਂ ਦੇ ਹਾਲਾਤ ਨੇ ਬਹੁਤ ਸਾਰੇ ਆਵਾਮ ਦੇ, ਜਨਤਾ ਦੇ,
ਤੇ ਉੱਥੇ ਫਿਰ ਭਾਈ ਕਿਸੇ ਨੇ ਬਿਜਲੀ ਦੇ ਕਨੈਕਸ਼ਨ ਤਾਂ ਘੱਟ ਹੀ ਹੋਣੇ ਆ, ਪੱਖਿਆਂ ਦਾ ਕੰਮ ਕੋਈ ਨਹੀਂ ਹੋਣਾ। ਹੁਣ ਘਰ ਦੇ ਨੇ ਜਾਲੇ ਲਾਉਣ ਨੂੰ ਪੱਖੇ ਥੋੜੀ ਰੱਖਣੇ ਆ, ਹੌਲੀ ਹੌਲੀ ਪੱਖਾ ਥੱਲੇ, ਪੱਖੇ ਦੇ ਪਰ ਨਾਲ ਕਰੈਕਟ ਖੇਲਣੀ ਆ। ਹੋ ਸਕਦਾ ਕਿ ਪੱਖੇ ਦੇ ਪਰ ਤੋਂ ਕੋਈ ਹੋਰ ਵੀ ਕੰਮ ਲੈ ਲਿਆ ਜਾਵੇ ਕਿ ਭਾਈ ਕੋਈ ਗੱਲ ਨਹੀਂ ਆ ਸ਼ੈੱਡ ਜੀ ਬਣੀ ਆ ਤਾਂ ਦਰਵਾਜ਼ਾ ਲਾਉਣਾ, ਪੱਖਿਆਂ ਨੂੰ ਬਿਲਡ ਕਰਾ ਕੇ ਲਾ ਦਿਓ। ਸੋ ਹੋ ਸਕਦਾ ਕਿ ਬਹੁਤ ਸਾਰੇ ਘਰਾਂ ਦੇ ਵਿੱਚੋਂ ਬਿਜਲੀ ਦੇ ਕਨੈਕਸ਼ਨ ਹੀ ਕੱਟੇ ਜਾਣ ਜੇ ਹਾਲਾਤ ਆਹੀ ਰਹਿ। ਇੱਕ ਬਿਜਲੀ ਦੀ ਕੀਮਤ ਵਧਾਉਣ ਦਾ ਝਟਕਾ ਕਹਿੰਦੇ ਹੋਰ ਦੇਣਾ, ਫਿਰ ਸਾਡਾ ਸੈੱਟ ਆਉਣਾ IMF ਦੇ ਨਾਲ। ਇਹ ਮੈਨੂੰ ਇੱਕ ਗੱਲ ਲੱਗਦੀ ਹੈ ਵੀ ਇਹ ਜੋ ਕੁਝ ਵੀ ਇਸ ਵਕਤ ਚੱਲ ਰਿਹਾ, ਜਿੱਦਾਂ ਹੁਣ ਇਮਰਾਨ ਖਾਨ ਸਾਹਿਬ ਆਪਣੀ ਪਾਰਟੀ ਦੇ ਫਿਰ ਲੀਡਰ ਚੁਣੇ ਗਏ ਆ ਤੇ ਜ਼ੋਰ ਉਹਨਾਂ ਦਾ ਇਸੇ ਚੀਜ਼ ਤੇ ਲੱਗਾ ਵੀ ਇਲੈਕਸ਼ਨ ਕਰਾਓ ਜੀ, ਇੱਧਰੋਂ ਲੰਘਦੇ ਇਲੈਕਸ਼ਨ ਕਰਾਓ, ਉੱਧਰੋਂ ਲੰਘਦੇ ਇਲੈਕਸ਼ਨ ਕਰਾਓ। ਹਾਲਾਂਕਿ ਹੁੰਗਾਰਾ ਉਹਨਾਂ ਨੂੰ ਕਾਫੀ ਮਿਲ ਰਿਹਾ, ਜਿੱਥੇ ਵੀ ਕਿਤੇ ਆਪਣਾ ਕੋਈ ਜਲਸਾ ਰੱਖਦੇ ਆ ਲੋਕ ਸੁਣਨ ਤੱਕ ਜਾਂਦੇ ਆ ਵੀ ਹਾਂ ਵੀ ਲੀਡਰ ਕੀ ਕਹਿੰਦਾ। ਹੁਣ ਮੈਨੂੰ ਲੱਗਦਾ ਵੀ ਜੇ ਉਹਨਾਂ ਦਾ ਪ੍ਰੈਸ਼ਰ ਦਬਾਅ ਚਲੋ ਤੇ ਆਂਦੇ ਵੀ ਹਫ਼ਤੇ 6 ਦਿਨਾਂ 'ਚ ਕਰਾ ਲਓ, ਇੱਦਾਂ ਤਾਂ ਨਹੀਂ ਕਰਾਉਂਦੇ, ਕੋਈ ਚੰਦ ਮਹੀਨੇ ਤੱਕ ਵੀ ਜੇ ਹੋ ਗਿਆ ਕੰਮ, ਉਦੋਂ ਤੱਕ ਆ ਸਾਰੀਆਂ ਚੀਜ਼ਾਂ ਦਾ ਰੇਟ ਵਧਿਆ ਹੋਇਆ ਤੇ ਫਿਰ ਤੇ ਮੈਨੂੰ ਲੱਗਦਾ ਵੀ ਇਮਰਾਨ ਖਾਨ ਸਾਹਿਬ ਨੂੰ ਕਰਨ ਦੀ ਲੋੜ ਹੀ ਨਹੀਂ ਪੈਣੀ ਕੁਛ ਵੀ। ਵੈਸੇ ਲੋਕਾਂ ਨੇ ਬਦੋ ਬਦੀ ਵੋਟਾਂ ਪਾਉਣੀਆਂ ਵੀ ਇਹਨਾਂ ਸਾਨੂੰ ਡੋਬਤਾ ਮਾਰਾ, ਤੁਸੀਂ ਬਚਾ ਲਓ, ਯਾਨੀ ਮੱਲੋ ਮੱਲੀ ਪੈਣੀਆਂ ਵੋਟਾਂ, ਮੱਲੋ ਮੱਲੀ ਵੋਟਾਂ ਉਧਰ ਨੂੰ ਪੈ ਜਾਣੀਆਂ, ਉਹਨਾਂ ਦਾ ਸੈੱਟ ਆ ਜਾਣਾ ਮੈਨੂੰ ਲੱਗਦਾ। ਦੇਖੋ ਇਮਰਾਨ ਖਾਨ ਦਾ ਸੈੱਟ ਆ ਜਾਊਗਾ ਜਾਂ ਸ਼ਾਹਬਾਜ਼ ਸ਼ਰੀਫ ਦਾ ਆ ਜਾਊਗਾ, ਪਰ ਪਾਕਿਸਤਾਨ ਦੇ ਲੋਕਾਂ ਦਾ ਨਹੀਂ ਸੈੱਟ ਆਉਣਾ। ਜੋ ਹਾਲਾਤ ਨੇ, ਜਿੱਧਰ ਨੂੰ ਮੁਲਕ ਚਲੇ ਗਿਆ, ਜਿੱਧਰ ਨੂੰ ਸਿਆਸਤਦਾਨ ਲਿਜਾਈ ਜਾਂਦੇ ਆ, ਕੋਈ ਜਿਉਂਦੇ ਕੁੱਕੜ ਸਾੜੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਨਾਲੇ ਉਹਨਾਂ ਦਾ ਹਾਲਾਤ ਬੜੇ ਵਧੀਆ। ਥੋੜੇ ਜਿਹਾ ਸਾਲ ਲੋਕਤੰਤਰ ਚੱਲਦਾ, ਫੌਜ ਵਾਲੇ ਕਬਜ਼ੇ 'ਚ ਲੈ ਲੈਂਦੇ ਆ, ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ ਤੇ ਬਾਹਰ ਇਸ ਸ਼ਰਤ ਤੇ ਕੱਢਦੇ ਦੇਸ਼ ਛੱਡ ਜਾਵੇ। ਯਾਨੀ ਇਦਾਂ ਦਾ ਦਸਤੂਰ ਹੈ, ਜੇ ਆਪਾਂ ਉਹ ਤੋਂ ਬਹੁਤ ਪਿਛਾਂ ਆ ਉੱਥੇ ਤੱਕ ਪਹੁੰਚੀਏ ਬਿਨਾਂ। ਪਰ ਪਾਕਿਸਤਾਨ ਦੇ ਲੋਕਾਂ ਦੇ ਨਾਲ ਹਮਦਰਦੀ ਪੂਰੀ ਆ ਕਿ ਭਾਈ ਤੁਹਾਡੇ ਨਾਲ ਜੋ ਕੁਝ ਹੋ ਰਿਹਾ ਚੰਗਾ ਨਹੀਂ ਹੋ ਰਿਹਾ। ਬਿਲਕੁਲ ਸਹੀ ਗੱਲ। ਦੂਜੀ ਗੱਲ ਵਾਟ ਸਾਹਿਬ ਇਹ ਆ ਵੀ ਦਿਨ ਕੱਲ੍ਹ ਉਹ ਲੰਘ ਗਿਆ, ਜਿਹੜੇ ਦਿਨ ਬਾਰੇ ਆਪਾਂ ਗੱਲ ਕਰਦੇ ਸੀ ਵੀ ਜੇ ਉਹ 29 ਵਾਲਾ ਦਿਨ ਆਇਆ ਸੀ ਤੇ 8 ਵਾਲਾ ਵੀ ਆਉਣਾ ਸੀ ਜੀ। 29 ਤੋਂ ਬਾਅਦ 8 ਵਾਲਾ ਦਿਨ ਵੀ ਆਇਆ ਤੇ ਜੋ ਉੱਥੇ ਇਕੱਠ ਹੋਇਆ, ਜਿਵੇਂ ਹਰੇਕ ਬੰਦਾ ਆਪਣੇ ਤੌਰ ਤੇ ਉੱਥੇ ਪਹੁੰਚਿਆ ਸ਼ਰਧਾ ਦੇ ਫੁੱਲ ਭੇਟ ਕਰਨ, ਸਿੱਧੂ ਮੂਸੇਵਾਲਾ ਹੋਰਾਂ ਨੂੰ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਜਿਹੜੀ ਅਰਦਾਸ ਹੋਈ ਉੱਥੇ ਸ਼ਾਮਲ ਹੋਣ ਦੇ ਲਈ, ਉਹ ਤੇ ਇੱਕ ਤਰ੍ਹਾਂ ਦਾ ਲਾਮਿਸਾਲ ਸੀਗਾ। ਪਰ ਉਹ ਮੇਰੇ ਖਿਆਲ ਨਾਲ ਭਾਵੇਂ ਕੋਈ ਉੱਥੇ ਪੰਡਾਲ ਤੱਕ ਪਹੁੰਚ ਸਕਿਆ, ਭਾਵੇਂ ਕੋਈ ਰਾਹ 'ਚ ਰਹਿ ਗਿਆ, ਭਾਵੇਂ ਕਿਸੇ ਨੇ ਵੈਸੇ ਵੀਡੀਓ ਤੇ ਦੇਖ ਲਿਆ, ਜਿੱਥੇ ਕਿਤੇ ਵੀ ਕੋਈ ਬੈਠਾ ਸੀ ਦੁਖੀ ਜ਼ਰੂਰ ਸੀ ਮਨ ਵਿੱਚ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸੰਧਾਲੀਆ ਸਾਹਿਬ ਜਿੰਨੇ ਕੁ ਇਕੱਠ ਦੀ ਆਸ ਕੀਤੀ ਸੀ ਉਹਦੇ ਤੋਂ ਵੱਧ ਗਿਣਤੀ ਦੇ ਵਿੱਚ ਲੋਕ ਉੱਥੇ ਆਏ। ਬਾਹਰਲੇ ਮੁਲਕਾਂ ਤੋਂ ਵੀ ਗਏ, ਦੂਸਰੇ ਸੂਬਿਆਂ ਤੋਂ ਵੀ ਗਏ ਤੇ ਮਾਨਸੇ ਦੇ ਆਲੇ ਦੁਆਲੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚੋਂ ਤਾਂ ਜਾਣਾ ਹੀ ਸੀ। ਕਦੇ ਇਦਾਂ ਦਾ ਮਾਹੌਲ ਦੇਖਣ ਨੂੰ ਨਹੀਂ ਮਿਲਿਆ। ਲੋਕਾਂ ਨੇ ਗਰਮੀ ਬੜੀ, ਇੰਨੀ ਗਰਮੀ ਦੇ ਵਿੱਚ ਕਿੱਥੇ ਜਾਇਆ ਜਾਂਦਾ। ਆਮ ਤੌਰ ਦੇ ਉੱਤੇ ਖਬਰਾਂ ਕੀ ਹੁੰਦੀਆਂ ਕਿ ਜੂਨ ਮਹੀਨੇ ਦੇ ਵਿੱਚ ਸੜਕਾਂ ਤੇ ਆਵਾਜਾਈ ਘਟੀ, ਲੋਕ ਕੰਮ ਧੰਦੇ ਜਾਂ ਤਾਂ ਬਹੁਤ ਸਵੇਰੇ ਸਵੇਰੇ ਤੇ ਜਾਂ ਫਿਰ ਸੂਰਜ ਢਲੇ ਦੇ ਉੱਤੇ ਕਰਦੇ ਆ। ਸਵਾਰੀਆਂ ਬੱਸਾਂ 'ਚ ਨਹੀਂ ਹੁੰਦੀਆਂ, ਬੱਸਾਂ ਦੇ ਰੂਟ ਕੈਂਸਲ ਕਰਨੇ ਪੈਂਦੇ ਆ ਕਿ ਭਾਈ ਸਵਾਰੀ ਹੈ ਨਹੀਂ, ਆਪਾਂ ਤੇਲ ਫੂਕਣ ਥੋੜੀ ਜਾਣਾ। ਹੁਣ ਐਨ 19 ਚਮਕਦੀ ਗਰਮੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਆਪਣੇ, ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਮਿਸਾਲ ਸੀ। ਲੋਕਾਂ ਨੇ ਛਬੀਲਾਂ ਵੀ ਲਾਈਆਂ, ਖੂਨਦਾਨ ਕੈਂਪ ਵੀ ਲਾਇਆ, ਲੋਕਾਂ ਨੇ ਮੁਫਤ ਬੂਟੇ ਵੀ ਵੰਡੇ। ਬਹੁਤ ਸਾਰੇ ਲੋਕ ਸਿੱਧੂ ਮੂਸੇਵਾਲੇ ਦੀ ਉਸ ਯਾਦਗਾਰ ਵਾਲੀ ਥਾਂ ਤੇ ਵੀ ਗਏ ਜਿੱਥੇ ਉਹਦਾ ਸੰਸਕਾਰ ਕੀਤਾ ਸੀ ਤੇ ਮੁੜ ਕੇ ਪਰਿਵਾਰ ਨੇ ਫਿਰ ਯਾਦਗਾਰ ਬਣਾਤੀ। ਹਾਲਾਂਕਿ ਪਰਿਵਾਰ ਨੂੰ ਉੱਥੇ ਲਿਖ ਕੇ ਲਾਉਣਾ ਪਿਆ, ਇੱਕ ਬੋਰਡ ਲਾਇਆ ਉਹਨਾਂ ਨੇ ਵੱਡਾ ਸਾਰਾ, ਉੱਥੇ ਅਪੀਲ ਕੀਤੀ 3 ਤਰ੍ਹਾਂ ਦੀ। ਉਹ ਕਹਿੰਦੇ ਜੀ ਪਹਿਲੀ ਗੱਲ ਹੈ ਕਿ ਸਾਨੂੰ ਦੇਖਣ ਨੂੰ ਮਿਲਿਆ ਇੱਥੇ ਕੁਝ ਲੋਕ ਆ ਕੇ ਪੈਸੇ ਚੜਾ ਜਾਂਦੇ ਆ, ਪੈਸੇ ਨਾ ਚੜਾਓ। ਠੀਕ ਹੈ, ਤੁਸੀਂ ਪੁੱਤ ਸਾਡੇ ਨੂੰ, ਧੀ ਸਾਡੀ ਨੂੰ, ਜਿਹੜਾ ਪੁੱਤ ਨੂੰ ਪਿਆਰ ਕਰਦੇ ਸੀ ਮਾਂ ਪਿਓ ਨੇ ਆਖਿਆ, ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਪਿਆਰ ਕਰਦੇ ਸੀ, ਪਰ ਪੈਸੇ ਨਾ ਚੜਾਓ। ਦੂਸਰੀ ਗੱਲ ਉਹ ਕਹਿੰਦੇ ਜੀ ਸਿੱਧੂ ਮੂਸੇਵਾਲਾ ਸਿਰਫ ਸ਼ਬਦ ਗੁਰੂ ਨੂੰ ਮੰਨਦਾ ਸੀ, ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਸਿਰ ਝੁਕਾਓ। ਮੈਂ ਕਹਿੰਦਾ ਕਿ ਇਹ ਚੰਗਾ ਕੀਤਾ, ਨਹੀਂ ਤਾਂ ਜਗ੍ਹਾ ਬਣਦੀ ਪਤਾ ਨਹੀਂ ਕਿੰਨੀ ਕੁ ਵੱਡੀ ਜਗ੍ਹਾ ਬਣ ਜਾਣੀ ਸੀ, ਕਿਉਂਕਿ ਲੋਕ ਸੁਣਦੇ ਨਹੀਂ ਹੁੰਦੇ। ਤੀਸਰੇ ਨੰਬਰ ਦੇ ਉੱਤੇ ਜਿਹੜੀ ਉਹਨਾਂ ਨੇ ਗੱਲ ਆਖੀ ਕਿ ਇੱਕ ਇੱਕ ਰੁੱਖ ਲਾਓ, ਬੂਟਾ ਲਾਓ ਤੇ ਬੂਟੇ ਨੂੰ ਪਾਲੋ ਜੇ ਤੁਸੀਂ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਆ। ਮੈਨੂੰ ਲੱਗਦਾ ਕਿ ਜਿੱਦਣ ਦਾ ਅੰਤਿਮ ਸੰਸਕਾਰ ਸਿੱਧੂ ਮੂਸੇਵਾਲੇ ਦਾ ਕੀਤਾ, ਪਰ ਰੋਜ਼ ਇਸ ਮੁੱਦੇ ਤੇ ਜ਼ਿਕਰ ਕਰਦੇ ਸੀ ਕਿ ਠੀਕ ਹੈ ਤੁਹਾਡੀਆਂ ਭਾਵਨਾਵਾਂ ਨੇ, ਭਾਵੁਕ ਹੋ ਇਸ ਵੇਲੇ, ਜਵਾਨ ਜਹਾਨ ਪੁੱਤ ਕਿਸੇ ਮਾਂ-ਬਾਪ ਦਾ ਮਰਨਾ ਨਹੀਂ ਚਾਹੀਦਾ। ਉਹਦੇ ਤੋਂ ਵੱਧ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਆਉਂਦੇ ਹੋ, ਸੋਸ਼ਲ ਮੀਡੀਆ ਦੇ ਉੱਤੇ ਦਹਾਈਆਂ ਚੱਲਦੀਆਂ ਕਿ ਭਾਈ ਬਹੁਤ ਮਾੜਾ ਹੋਇਆ ਵੀ ਮਾੜਾ। ਪਰ ਜੇ ਤਾਂ ਬੰਦੇ ਨੂੰ ਸਦੀਵੀ ਜਿਉਂਦਾ ਰੱਖਣਾ, ਫਿਰ ਬੂਟੇ ਲਾ ਕੇ ਪਾਲਣੇ ਪੈਣਗੇ। ਦੁਨੀਆ ਨੂੰ ਵੀ ਉਹਦਾ ਕੋਈ ਨਾ ਕੋਈ ਜਿਹੜਾ ਸਹਾਇਤਾ ਮਿਲੂਗੀ, ਉਹਦੀ ਦੁਨੀਆ ਨੂੰ ਕੋਈ ਉਹਦੇ ਨਾਲ ਧਰਵਾਸ ਮਿਲੂਗਾ, ਵਾਤਾਵਰਣ ਸ਼ੁੱਧ ਹੋਊਗਾ। ਹੁਣ ਜਦੋਂ ਪਰਿਵਾਰ ਨੇ ਹੀ ਇਸ ਮੁੱਦੇ ਦੇ ਉੱਤੇ ਸੇਮ ਬੇਨਤੀ ਕਰ ਦਿੱਤੀ ਹੈ ਕਿ ਭਾਈ ਉਹਦੀ ਯਾਦ ਦੇ ਵਿੱਚ ਇੱਕ ਇੱਕ ਬੂਟਾ ਲਾਓ ਤੇ ਲਾ ਕੇ ਪਾਲੋ, ਮੈਨੂੰ ਲੱਗਦਾ ਕਿ ਜਿਹਨਾਂ ਦਾ ਜਵਾਨ ਪੁੱਤ, ਇਕਲੌਤਾ ਪੁੱਤ ਇਸ ਤਰ੍ਹਾਂ ਦੁਨੀਆ ਤੋਂ ਗਿਆ ਹੋਵੇ, ਜੇ ਇੰਨੀ ਸ਼ਿੱਦਤ ਦੇ ਨਾਲ ਅਜੇ ਵੀ ਉਹ ਸਮਾਜ ਦੇ ਬਾਰੇ ਸੋਚਦੇ ਆ ਤਾਂ ਵੱਡੀ ਗੱਲ ਹੈ। ਬਹੁਤ ਵੱਡੀ ਗੱਲ ਹੈ। ਦੇਖੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਮੇਰੇ ਖਿਆਲ ਨਾਲ ਫਰਕ ਪਾ ਸਕਦੀਆਂ।
ਤੇ ਗੱਲ ਇੰਨੀ ਕੀ ਹੁੰਦੀ ਆ, ਜੇ ਮੰਨ ਲਓ ਵੀ ਉਹ ਉੱਥੋਂ ਨਾ ਵਰਜਦੇ, ਜਿੱਧਰ ਨੂੰ ਦੁਨੀਆ ਤੁਰ ਪਈ ਸੀ ਵੀ ਹਾਂ ਮੱਥਾ ਟੇਕਣ ਵਾਲੇ ਪਾਸੇ, ਗੱਲ ਤੁਹਾਡੀ ਠੀਕ ਆ, ਉਹ ਕੁਝ ਹੋਰ ਬਣ ਜਾਣੀ ਸੀ ਗੱਲ। ਜੇ ਉਹਨਾਂ ਨੇ ਹੌਸਲਾ ਕਰਕੇ ਉਸ ਪਾਸਿਓਂ ਵਰਜਿਆ ਤੇ ਉਹ ਵੀ ਵਧੀਆ ਕੀਤਾ। ਇੱਕ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਆਉਣ ਲੱਗ ਪਈਆਂ ਸੀ ਵੀ ਹਾਂਜੀ ਉਹਦੇ ਸਮਾਗਮ ਦੇ ਲਈ ਪੈਸਿਆਂ ਦੀ ਲੋੜ ਆ, ਉਹ ਵੀ ਪਰਿਵਾਰ ਨੇ ਆ ਕੇ ਵਰਜਿਆ, ਉਹਨਾਂ ਨੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਅਸੀਂ ਕਰ ਸਕਦੇ ਹਾਂ, ਭਾਈ ਮੁੰਡਾ ਸਾਡਾ ਬਥੇਰੀ ਕਮਾਈ ਕਰਦਾ ਸੀਗਾ, ਉਹ ਵੀ ਚੰਗੀ ਗੱਲ। ਸਭ ਤੋਂ ਵੱਡੀ ਗੱਲ ਤੇ ਇਹ ਵੀ ਉਹਨਾਂ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਜਿਹੜਾ ਉੱਥੇ ਸਟੇਜ ਦੇ ਉੱਪਰ ਇਹ ਵੀ ਹਾਂ ਨਾ ਤਾਂ ਇੱਥੇ ਕੋਈ ਸਪੀਚਾਂ ਹੋਣ, ਨਾ ਇੱਥੇ ਕੋਈ ਰਾਜਨੀਤੀ ਹੋਵੇ, ਨਾ ਕੋਈ ਇੱਧਰੋਂ ਕਿਉਂਕਿ ਗੱਲ ਇਹ ਆ ਵੀ ਜਿਹਦੇ ਕੋਲੇ ਮਾਈਕ ਹੁੰਦਾ, ਸਾਹਮਣੇ ਦੁਨੀਆ ਜੁੜੀ ਹੁੰਦੀ, ਕੀ ਪਤਾ ਕਿਹਨੇ ਕਿਹੋ ਜਿਹੀ ਗੱਲ ਕਰਨੀ ਹੈ, ਉਹਦੇ ਤੋਂ ਪਰਹੇਜ਼ ਰੱਖਿਆ, ਉਹ ਵਧੀਆ ਕੀਤਾ। ਪਲੱਸ ਆਪ ਆ ਕੇ ਜਿਵੇਂ ਉਹਨਾਂ ਨੇ ਉਹਦੇ ਬਚਪਨ ਤੋਂ ਲੈ ਕੇ ਤੇ ਆਖਰੀ ਤੱਕ ਜਿਵੇਂ ਜਿਵੇਂ ਦਾ ਉਹਦਾ ਸਫ਼ਰ ਸੀ, ਜਾਂ ਜੋ ਜੋ ਕੁਛ ਉਹਦੇ ਸੁਪਨੇ ਸੀ, ਜਾਂ ਜਿਵੇਂ ਦਾ ਉਹ ਸੀਗਾ, ਜਿਵੇਂ ਦੀ ਉਹਦੀ ਸ਼ਖਸੀਅਤ ਸੀ, ਉਹ ਸਾਰਾ ਕੁਝ ਦੱਸਿਆ। ਪਲੱਸ ਗਾਂਹ ਦੀ ਵੀ ਗੱਲ ਕੀਤੀ ਵੀ ਜਿੰਨਾ ਕੁ ਚਿਰ ਮੇਰੇ 'ਚ ਜਾਨ ਪ੍ਰਾਣ ਹੋਇਆ ਮੈਂ ਉਹਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰੂੰਗਾ। ਉਹਨੇ ਲੋਕਾਂ ਨੂੰ ਮੇਰੇ ਖਿਆਲ ਨਾਲ ਬਹੁਤ ਭਾਵੁਕ ਕੀਤਾ, ਤੇ ਹੋ ਸਕਦਾ ਵੀ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਐਂਗਲ ਤੋਂ ਸਿੱਧੂ ਮੂਸੇਵਾਲੇ ਬਾਰੇ ਪਤਾ ਵੀ ਨਾ ਹੋਵੇ। ਨਹੀਂ ਪਤਾ ਸੀ ਸੰਧਾਲੀਆ ਸਾਹਿਬ, ਬਹੁਤ ਸਾਰੇ ਲੋਕਾਂ ਨੂੰ, ਜਿੱਦਾਂ ਉਹਨਾਂ ਨੇ ਕਿਹਾ ਕਿ ਭਾਈ ਸਾਡੇ ਕੋਲੇ ਇੰਨੇ ਰੁਪਈਏ ਨਹੀਂ ਸੀ, 4-5 ਏਕੜ 6 ਏਕੜ ਦੇ ਮਾਲਕ ਸੀ, 12 ਕਿਲੋਮੀਟਰ ਸਾਈਕਲ ਚਲਾ ਕੇ ਉਹ ਦੂਸਰੀ ਤੀਸਰੀ ਕਲਾਸ ਤੋਂ 12ਵੀਂ ਕਲਾਸ ਤੱਕ ਜਾਂਦਾ ਰਿਹਾ, 12 ਚਲਾਉਣਾ ਤੇ 12 ਆਉਣਾ ਵਾਪਸ, 24 ਕਿਲੋਮੀਟਰ ਸਾਈਕਲ ਬਣਦਾ ਸੀ, ਤੇ ਕਾਰਾਂ 'ਚ ਨਹੀਂ ਸੀ ਪੜ੍ਹਨ ਜਾਂਦਾ। ਕਿਸੇ ਬੰਦੇ ਨੂੰ ਲੱਗਦਾ ਹੋਊਗਾ ਕਿ ਹੁਣ ਉਹਨੇ ਵੱਡੀਆਂ ਜੀਪਾਂ ਕਾਰਾਂ ਲੈ ਲਈਆਂ ਸੀ, ਲਗਜ਼ਰੀ ਚੀਜ਼ਾਂ ਦੀ ਵਰਤੋਂ ਕਰਦਾ ਸੀ, ਤਾਂ ਉਦੋਂ ਵੀ ਇਦਾਂ ਸੀ। ਇਹ ਵੀ ਉਹਨਾਂ ਨੇ ਕਿਹਾ ਕਿ ਜੇਬ ਖਰਚ ਨਹੀਂ ਸੀ ਮੇਰੇ ਤੋਂ ਦਿੱਤਾ ਜਾਂਦਾ। ਦੇਖੋ ਆਮ ਜਿਹੜੇ ਮਾਂ ਪਿਓ ਆ ਨਾ, ਉਹਨਾਂ ਦੇ ਮਨ ਦੇ ਵਿੱਚ ਹੁੰਦਾ, ਹਰ ਕੋਈ ਮਾਂ-ਬਾਪ ਕਸਰ ਨਹੀਂ ਛੱਡਦਾ ਹੁੰਦਾ, ਪਰ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਹੁੰਦਾ ਕਿ ਭਾਈ ਬਾਕੀ ਬੱਚੇ ਜਾਂ ਜਿੰਨਾ ਵਧੀਆ ਤਰੀਕੇ ਦੇ ਨਾਲ ਇਹਨੂੰ ਜੇਬ ਖਰਚ ਜਾਂ ਸਹੂਲਤਾਂ ਦੇਣੀਆਂ ਚਾਹੀਦੀਆਂ ਅਸੀਂ ਦੇ ਨਹੀਂ ਸਕੇ, ਉਹਨਾਂ ਦੇ ਮਨ 'ਚ ਸੀ। ਉਹਦੇ ਤੋਂ ਬਾਅਦ ਤੁਸੀਂ ਦੇਖੋ ਕਿ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਕਿ ਤੁਹਾਡੇ ਮੇਰੇ ਨਾਲ ਆਪਣੇ ਮੀਡੀਆ ਵਾਲੇ ਸਮੁੱਚੇ ਭਾਈਚਾਰੇ ਨਾਲ, ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਐਕਟਿਵ ਲੋਕ ਨੇ, ਉਹਨਾਂ ਦੇ ਨਾਲ ਜੁੜਦੀ ਗੱਲ ਇੱਕ ਬਹੁਤ ਇੰਪੋਰਟੈਂਟ ਉਹਨਾਂ ਨੇ ਕਹੀ। ਉਹ ਕਹਿੰਦੇ ਜੀ ਦੇਖੋ ਵੀ ਮੈਂ ਹੱਥ ਜੋੜਦਾ ਹੀ, ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਇੱਕ ਬੜਾ ਮਜ਼ਬੂਤ ਹਥਿਆਰ ਬਣ ਗਿਆ ਸੀ ਲੋਕਾਂ ਦਾ ਆਪਣੀਆਂ ਭਾਵਨਾਵਾਂ ਨੂੰ ਜਿਹੜਾ ਉਹ ਬੁਣਤੀ ਦੇਣ ਦਾ, ਕਿ ਲੋਕਾਂ ਦੇ ਸਾਹਮਣੇ ਰੱਖਣ ਦਾ। ਉਹ ਕਹਿੰਦੇ ਜੀ ਮੈਂ ਫੋਨ ਨਹੀਂ ਦੇਖਿਆ ਉਦਣ ਦਾ, ਮੈਂ ਫੋਨ ਇਸ ਕਰਕੇ ਨਹੀਂ ਦੇਖਿਆ ਕਿ ਲੋਕ ਆਪੋ ਆਪਣੇ ਹਿਸਾਬ ਨਾਲ ਸਟੋਰੀਆਂ ਬਣਾਈ ਜਾਂਦੇ ਆ, ਸਿੱਧੂ ਮੂਸੇਵਾਲੇ ਦੇ ਸਿਵੇ ਤੇ, ਉਹਦੀ ਮੌਤ ਤੇ, ਉਹਦੀ ਲਾਸ਼ ਦੇ ਉੱਤੇ ਆਪੋ ਆਪਣੇ ਹਿਸਾਬ ਨਾਲ ਗੱਲਾਂ ਕਰੀ ਜਾਂਦੇ ਆ। ਉਹ ਕਹਿੰਦੇ ਮੈਂ ਤਾਂ ਤੁਹਾਡੇ ਮੂਹਰੇ ਹੱਥ ਜੋੜਦਾ ਕਿ ਅਸੀਂ ਹੋ ਸਕਦਾ ਕਿ ਔਖੇ ਸੌਖੇ ਕੱਟ ਲਈਏ ਬਿਨਾਂ ਆਪਣੇ ਪੁੱਤ ਤੋਂ, ਆਉਣ ਵਾਲਾ ਸਮਾਂ 2 ਜਣੇ ਰਹਿ ਗਏ, ਅਸੀਂ ਹੋ ਸਕਦਾ ਕਿ ਜਿੱਦਾਂ ਨਾ ਕਿੱਦਾਂ ਕਰਕੇ ਕਹਿੰਦੇ ਹਿੰਮਤ ਕਰਾਂਗੇ, ਮਾੜੀ ਮੋਟੀ ਜਾਨ ਮਾਰਾਂਗੇ ਕਿ ਭਾਈ ਅੱਗੇ ਨੂੰ ਵਧੀਆ ਜਾਂ ਕੁਛ ਕਰੀਏ ਜਾਂ ਆਪਣੀ ਹੋਂਦ ਕਾਇਮ ਰੱਖ ਲਈਏ। ਪਰ ਕਹਿੰਦੇ ਜੋ ਤੁਸੀਂ ਕਰਦੇ ਹੋ ਨਾ, ਕਿਰਪਾ ਕਰਕੇ ਉਹਦੇ ਤੋਂ ਹੁਣ ਸਾਨੂੰ ਬਖਸ਼ ਦਿਓ। ਪਹਿਲਾਂ ਜੋ ਕੁਝ ਤੁਸੀਂ ਕਰਨਾ ਸੀ ਕਰ ਲਿਆ, ਪਰ ਹੁਣ ਸਟੋਰੀਆਂ ਜਿਹੀਆਂ ਨਾ ਬਣਾਓ, ਕਹਾਣੀਆਂ ਨਾ ਬਣਾਓ, ਆਪਣੇ ਕੋਲੋਂ ਗੱਲਾਂ ਨਾ ਜੋੜੋ ਤਾਂ ਚੰਗਾ। ਉਹਨਾਂ ਨੇ ਵੀ ਕਿਹਾ, ਕਹਿੰਦੇ ਜੀ ਪਹਿਲਾਂ ਗੱਲ ਥੋੜੀ ਹੁੰਦੀ ਸੀ ਉਹਦੇ ਜਿਉਂਦੇ ਤੇ ਵੀ, ਪਰ ਸੋਸ਼ਲ ਮੀਡੀਆ ਦੇ ਉੱਤੇ ਕੰਟਰੋਵਰਸੀ ਏਡੀ ਵੱਡੀ ਬਣਾਤੀ ਜਾਂਦੀ ਸੀ ਕਿ ਸਾਡੇ ਲਈ ਉਹ ਬਹੁਤ ਵੱਡੀ ਪਰੇਸ਼ਾਨੀ ਦਾ ਸਬਬ ਬਣ ਜਾਂਦੀ ਸੀ। ਹੁਣ ਸੰਧਾਲੀਆ ਸਾਹਿਬ ਠੀਕ ਹੈ, ਕੋਈ ਬੰਦਾ ਮਾਈਕ ਲੈ ਕੇ ਕਿਸੇ ਨੂੰ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਉਹਦੇ ਬਾਰੇ ਕੁਛ ਕਹਿੰਦਾ, ਕੋਈ ਉਹਦੇ ਜੀ ਕੁੱਤੇ ਭੁੱਖੇ ਨੇ ਜਾਂ ਉਹਨਾਂ ਨੇ ਖਾਧਾ ਕੁਛ ਕਿ ਨਹੀਂ ਖਾਧਾ, ਹਵੇਲੀ ਸੁੰਨੀ ਹੋ ਗਈ। ਇਨਸਾਫ ਦੇ ਵਿੱਚ ਮੀਡੀਆ ਸਾਥ ਦੇਵੇ, ਕੋਈ ਕਲੂ ਕੱਢ ਕੇ ਲਿਆਵੇ, ਇੱਕ ਵੱਖਰੀ ਗੱਲ ਹੈ। ਉਹਦਾ ਪਰਿਵਾਰ ਆਪਣੇ ਤੌਰ ਤੇ ਦੱਸਣਾ ਚਾਹੇ, ਕੋਈ ਵੱਖਰੀ ਗੱਲ ਹੈ। ਹੁਣ ਜੇ ਉਹਦੇ ਕਿਸੇ ਰਿਸ਼ਤੇਦਾਰ ਨੂੰ ਪੁੱਛ ਵੀ ਲਵਾਂਗੇ, ਸਾਰੇ ਆਪਾਂ ਵੀ ਕਿੱਦਾਂ ਦਾ ਮਹਿਸੂਸ ਹੋ ਰਿਹਾ, ਮੁੰਡਾ ਮਰਿਆ, ਕਤਲ ਕੀਤਾ, 20-22 ਗੋਲੀਆਂ ਲੱਗੀਆਂ, ਦੋਸ਼ੀ ਅਜੇ ਫੜੀ ਨਹੀਂ ਗਿਆ, ਕਿੱਦਾਂ ਦਾ ਲੱਗੂ? ਜਾਣੀ ਕੀ ਉਹਦੇ ਵਿੱਚ ਬਖਰੇਵਾਂ ਕੀ ਹੋ ਸਕਦਾ ਲੱਗਣ ਦੇ ਵਿੱਚ? ਇਹ ਮੇਰੇ ਖਿਆਲ ਨਾਲ ਆਪਾਂ ਉਦਣ ਦੀ ਗੱਲ ਇਹ ਕਰੀ ਜਾਂਦੇ ਆ ਵੀ ਯਾਰ ਆਪਾਂ ਜਾਣਦੀ ਗੁੱਸੇ ਨੂੰ ਕਿਹੜੇ ਚੱਕਰ 'ਚ ਪਏ ਆ, ਪਰ ਪਤਾ ਨਹੀਂ, ਚਲੋ ਉਦਣ ਦੀ ਤਾਂ ਕਿਸੇ ਨੇ ਨਹੀਂ ਸੁਣੀ। ਹੁਣ ਖੈਰ ਉਹਨਾਂ ਨੇ ਆਪ ਕਿਹਾ ਸਟੇਜ ਤੋਂ, ਤੇ ਸ਼ਾਇਦ ਹੋਣੀ ਇਸ ਚੀਜ਼ ਦੀ ਸੋਝੀ ਆ ਜਾਵੇ, ਕਿਉਂਕਿ ਕਾਰਨ ਇਹ ਵੀ ਠੀਕ ਆ, ਆਪਣੇ ਭਾਈਚਾਰੇ ਦੇ ਵਿੱਚੋਂ ਕੋਈ ਛੋਟਾ ਕੋਈ ਵੱਡਾ ਆਪਣਾ ਭੈਣ ਭਰਾ, ਹਰੇਕ ਨੂੰ ਲੱਗਦਾ ਵੀ ਮੇਰੀ ਡਿਊਟੀ ਆ ਵੀ ਮੈਂ ਇਹ ਕੰਮ ਕਰਨਾ। ਪਰ ਡਿਊਟੀ ਜਿਹੜੀ ਆ, ਡਿਊਟੀ ਦੇ ਵਿੱਚ ਵੀ ਤਾਂ ਥੋੜ੍ਹਾ ਬਹੁਤ ਆਪਾਂ ਨੂੰ ਇੱਕ ਲੀਕ ਰੱਖਣੀ ਚਾਹੀਦੀ ਹੈ ਨਾ, ਵੀ ਆਹ ਇੱਕ ਲੀਕ ਮਾਰ ਲਈ ਆ ਯਾਰ, ਇਹ ਤੋਂ ਟੱਪਣਾ ਨਹੀਂ, ਵੀ ਇਹ ਤੋਂ ਉਰੇ ਮੇਰਾ ਕੰਮ ਹੈ, ਇਹ ਤੋਂ ਅੱਗੇ ਮੇਰਾ ਕੰਮ ਨਹੀਂ ਹੈਗਾ। ਸੋ ਚਲੋ ਜੇ ਉਹਨਾਂ ਨੇ ਬੇਨਤੀ ਕੀਤੀ, ਆਪਾਂ ਆਸ ਉਮੀਦ ਕਰਦੇ ਹਾਂ ਵੀ ਉਹਦਾ ਖਿਆਲ ਰੱਖਿਆ ਜਾਊਗਾ। ਦੂਜੀ ਗੱਲ ਜਿਹੜੀ ਮੇਰੇ ਖਿਆਲ ਨਾਲ ਕੋਈ ਕੰਟਰੋਵਰਸੀ ਜੀ ਵੀ ਬਣ ਗਈ ਸੀ, ਉਹ ਪੋਲੀਟਿਕਸ ਨਾਲ ਰਿਲੇਟਡ, ਰਾਜਾ ਵੜਿੰਗ ਸਾਹਿਬ ਨਾਲ ਰਿਲੇਟਡ। ਹੁਣ ਉਹ ਚਲਦੀ ਕਿੱਥੋਂ ਕਿੱਧਰ ਨੂੰ ਜੁੜ ਗਈ, ਮੇਰੇ ਖਿਆਲ ਨਾਲ ਉਹ ਵੀ ਏਡੀ ਵੱਡੀ ਪਹੁੰਚ ਗਈ ਹੋਊਗੀ, ਜਾਂ ਉਹ ਪਰਿਵਾਰ ਨੂੰ ਜਾਂ ਉਹਨਾਂ ਦੇ ਆਸੇ-ਪਾਸੇ ਇੰਨਾ ਤੰਗ ਕੀਤਾ ਹੋਊਗਾ ਵੀ ਉਹ ਗੱਲ ਵੀ ਉਹਨਾਂ ਨੂੰ ਸਟੇਜ ਤੋਂ ਕਲੀਅਰ ਕਰਨੀ ਪਈ ਵੀ ਯਾਰ ਉਹਨੂੰ ਕਿਸੇ ਨੇ ਨਹੀਂ ਕਿਹਾ ਇਲੈਕਸ਼ਨ ਲੜਨ ਨੂੰ, ਅਸੀਂ ਵਰਜਦੇ ਰਹੇ, ਰਾਜੇ ਵੜਿੰਗ ਹੋਰਾਂ ਵਰਜਿਆ, ਯਾਰ ਤੂੰ ਬਹੁਤ ਵੱਡਾ, ਤੈਨੂੰ ਲੋੜ ਨਹੀਂ ਹੈਗੀ ਇਹੋ ਜਿਹੇ ਕੰਮਾਂ 'ਚ ਪੈਣ ਦੀ, ਪਰ ਉਹਨੇ ਕਿਹਾ ਮੈਂ ਪੈਣਾ ਇਸ ਕੰਮ 'ਚ, ਵੀ ਉਹ ਇਲੈਕਸ਼ਨ ਲੜਨਾ ਉਹਦਾ ਆਪਣਾ ਮਨ ਸੀਗਾ, ਉਹਨੂੰ ਕਿਸੇ ਨੇ ਕੰਪੈਲ ਨਹੀਂ ਕੀਤਾ। ਉਹਦੇ 'ਚ ਵੀ ਬੜੀ ਤਰ੍ਹਾਂ ਦੀਆਂ ਚਰਚਾਵਾਂ ਸੀ, ਫਲਾਣੇ ਨੇ ਕਿਹਾ, ਢੀਂਗੜੇ ਨੇ ਪੈਸੇ ਮੰਗੇ, ਇਹਨੇ ਦੀ ਟਿਕਟ ਖਰੀਦੀ, ਐ ਕੀਤਾ ਜਿਉਂ ਕੀਤਾ,
ਵੀ ਇਹੋ ਜਿਹਾ ਕੁਛ ਨਹੀਂ, ਇਹੋ ਜਿਹੀਆਂ ਚੀਜ਼ਾਂ ਨਾ ਬਣਾਓ। ਮੈਨੂੰ ਲੱਗਦਾ ਇਹ ਵੀ ਗੱਲ ਚੰਗੀ ਹੋ ਗਈ, ਪਰ ਉਹ ਜਿੰਨਾ ਦਰਦ ਸਰਦਾਰ ਬਲਕੌਰ ਸਿੰਘ ਹੋਰਾਂ ਉੱਥੇ ਬਿਆਨ ਕੀਤਾ, ਉਹਦੇ 'ਚੋਂ ਬਹੁਤਾ ਕਰਕੇ ਜੇ ਮੈਨੂੰ ਲੱਗਦਾ ਹੁੰਦਾ ਵੀ ਇੱਕ ਲਾਈਨ ਦੇ ਵਿੱਚੋਂ ਕੋਈ ਗੱਲ ਕੱਢਣੀ ਹੋਵੇ ਤੇ ਇਹ ਸੀ ਕਿ ਯਾਰ ਗੱਲ ਕੋਈ ਹੋਰ ਹੁੰਦੀ ਆ, ਉਹਨੂੰ ਬਣਾ ਕੇ ਕੁਝ ਹੋਰ ਪੇਸ਼ ਕੀਤਾ ਜਾਂਦਾ। ਤੇ ਸ਼ਾਇਦ ਜੇ ਉਹ ਪਹਿਲੀ ਗੱਲ ਨੂੰ ਨਾ ਬਣਾ ਕੇ ਪੇਸ਼ ਕੀਤਾ ਜਾਂਦਾ ਹੁੰਦਾ ਤੇ ਇਦਾਂ ਦੀ ਕੰਟਰੋਵਰਸੀ ਨਾ ਬਣਦੀ। ਤੇ ਜੇ ਹੁਣ ਵਾਲੀਆਂ ਨੂੰ ਤੁਸੀਂ ਨਾ ਬਣਾ ਕੇ ਪੇਸ਼ ਕਰੋਗੇ ਇਹੋ ਜਿਹਾ ਕੁਝ, ਤੇ ਉਹ ਜਣੇ ਅਸੀਂ ਆਪਣਾ ਜੀਵਨ ਸੌਖਾ ਕੱਟ ਲਾਂਗੇ। ਗੱਲ ਤਾਂ ਇਹ ਨਹੀਂ ਕਿਹਾ, ਇੰਨੀ ਕੁ ਗੱਲ ਆ ਸੰਧਾਲੀਆ ਸਾਹਿਬ, ਕੁੱਲ ਮਿਲਾ ਕੇ ਉਹ ਬਹੁਤ ਔਖੇ ਭਾਰੇ ਨਜ਼ਰ ਆਏ, ਤੰਗ, ਦੁਖੀ, ਜਿਹੜਾ ਮਰਜ਼ੀ ਸ਼ਬਦ, ਬੇਬਸ ਸ਼ਬਦ ਵੀ ਵਰਤ ਸਕਦੇ ਆ। ਹੁਣ ਦੇਖੋ ਹਰ ਇੱਕ ਬੰਦਾ ਲੱਗਾ, ਮੋਬਾਈਲ ਸਾਰਿਆਂ ਕੋਲ ਆ, ਮੋਬਾਈਲ 'ਚ ਇੰਟਰਨੈਟ ਬੜਾ ਸਸਤਾ, ਤੇ ਚੱਕ ਕੇ ਆਪਾਂ ਫਿਰ ਵੀਡੀਓ ਬਣਾਉਣੀ ਆ, ਆਹ ਦੇਖੋ ਜੀ ਕੀ ਹੁੰਦਾ, ਇਹਨੇ ਆਹ ਕਹਿਤਾ, ਇਹਨੇ ਆਹ ਕਹਿਤਾ, ਉਹ ਸਾਰੀਆਂ ਗੱਲਾਂ ਚੱਕ ਲਓ ਹੋਈ ਜਾਂਦੀਆਂ। ਸਿਆਸਤ ਦੇ ਵਿੱਚ ਤਾਂ ਦੇਖੋ ਜੇ ਉਸ ਬੰਦੇ ਨੇ ਆਪ ਫੈਸਲਾ ਕੀਤਾ ਸੀ, ਹਾਰ ਗਿਆ ਜਿੱਤ ਗਿਆ, ਵੱਖਰੀ ਗੱਲ ਹੈ, ਪਰ ਹੁਣ ਉਸ ਗੱਲ ਨੂੰ ਪੁਣੀ ਜਾਣਾ ਉਹ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ। ਹੁਣ ਉਸ ਬਜ਼ੁਰਗ ਨੂੰ, ਜਿਹੜਾ ਬਜ਼ੁਰਗ ਆ, ਉਹਨਾਂ ਰਹਿਣ ਦੇਣਾ ਚਾਹੀਦਾ। ਉੱਥੇ ਦੋ ਚੀਜ਼ਾਂ ਜਿਹੜੀਆਂ ਉਹਨਾਂ ਦੇ ਮਾਤਾ ਜੀ ਨੇ ਉੱਥੇ ਕਹੀਆਂ ਸੀ ਸਟੇਜ ਦੇ ਉੱਤੇ, ਉਹ ਵੀ ਧਿਆਨ ਮੰਗਦੀਆਂ। 1.5 2 ਤੇ 2.5 ਮਿੰਟ ਦਾ ਸੰਬੋਧਨ ਸੀ ਉਹਨਾਂ ਦਾ। ਇੱਕ ਤਾਂ ਉਹਨਾਂ ਨੇ ਸਟੇਜ ਤੋਂ ਫਿਰ ਅਪੀਲ ਕੀਤੀ ਕਿ ਪੌਦਾ ਲਾਇਓ ਤੇ ਪਾਲਿਓ। ਉਹ ਬੀਬੀ ਨੇ ਕਿਹਾ ਕਿ ਮੈਂ ਢਹਿ ਗਈ ਸੀ, ਅਸੀਂ ਹੌਸਲਾ ਢਾਤਾ ਸੀ, ਪਰ ਤੁਸੀਂ ਸਾਰੇ ਜਣੇ ਆਏ, ਸਾਨੂੰ ਹੌਸਲਾ ਵੱਜ ਗਿਆ ਦੁਬਾਰਾ। ਮੈਨੂੰ ਲੱਗਾ ਕਿ ਮੇਰਾ ਸ਼ੁਭਦੀਪ ਸਿੰਘ ਵੀ ਨੇੜੇ ਹੀ ਹੈ, ਸਾਡੇ ਕੋਲ ਹੀ ਹੈ। ਫਿਰ ਉਹ ਬੀਬੀ ਨੇ ਇੱਕ ਹੋਰ ਗੱਲ ਕਹੀ ਦਸਤਾਰ ਬਾਰੇ, ਕਿ ਉਹ ਦਸਤਾਰ ਬੰਨ੍ਹਦਾ ਸੀ, ਦਸਤਾਰ ਬੰਨ੍ਹਣਾ ਚਾਹੁੰਦਾ ਸੀ ਤੇ ਉਹਦਾ ਪ੍ਰਚਾਰ ਪ੍ਰਸਾਰ ਚਾਹੁੰਦਾ ਸੀ, ਤੁਸੀਂ ਉਧਰ ਧਿਆਨ ਰੱਖਣਾ। ਫਿਰ ਇਹ ਕਿ ਮਾਂ-ਬਾਪ ਦੀ ਇੱਜ਼ਤ ਕਰਨਾ, ਕਿਉਂਕਿ ਉਹ ਕਰਦਾ ਸੀ, ਉਹ ਬਾਰ-ਬਾਰ ਗੀਤਾਂ ਦੇ ਵਿੱਚ ਨਾਂ ਲੈਂਦਾ ਸੀ। ਹੁਣ ਇਹ ਚੀਜ਼ਾਂ ਤਾਂ ਉਹ ਨੇ ਨਾ, ਚਾਹੇ ਦਸਤਾਰ ਦੀ ਗੱਲ ਹੈ, ਚਾਹੇ ਮਾਂ-ਬਾਪ ਦੇ ਸਤਿਕਾਰ ਦੀ ਗੱਲ ਹੈ, ਉਹ ਚੀਜ਼ਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚੋਂ ਥੱਲੇ ਜਾ ਰਹੀਆਂ। ਤੇ ਜੇ ਉਧਰਲੇ ਪਾਸੇ ਸਟੇਜ ਤੋਂ ਇਹ ਹੋਕਾ ਦਿੱਤਾ, ਸੁਖਾਲੀ ਗੱਲ ਨਹੀਂ। ਸੰਧਾਲੀਆ ਸਾਹਿਬ ਪੁੱਤ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਸੀ। ਉਹ ਸਟੇਜ ਤੋਂ ਰੌਲਾ ਪਾ ਸਕਦੇ, ਸਾਨੂੰ ਇਨਸਾਫ ਦਿਓ ਜੀ, ਆਹ ਹੋ ਗਿਆ ਜੀ, ਆਹ ਕਰ ਦੇਣਾ ਜੀ, ਉਹ ਕਰ ਦੇਣਾ ਜੀ, ਕੁਛ ਵੀ ਕਹਿ ਸਕਦੇ ਸੀ, ਹਾਲ ਪਾਰਿਆ ਮਚਾ ਸਕਦੀ, ਪਰ ਹਿੰਮਤ ਦਿਖਾਈ ਉਹਨਾਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਕਿਉਂਕਿ ਜਿੰਨੀ ਉੱਥੇ ਜਨਤਾ ਇਕੱਠੀ ਹੋਈ ਸੀ, ਜਿੰਨੇ ਉੱਥੇ ਲੀਡਰ ਇਕੱਠੇ ਹੋਏ ਸੀ, ਉਹ ਕਿਸੇ ਵੀ ਤਰੀਕੇ ਜਾ ਸਕਦੇ ਸੀ, ਪਰ ਉਹ ਕਿਸੇ ਵੀ ਵਹਿਣ 'ਚ ਬਹਿ ਨਹੀਂ। ਚਾਹੇ ਉੱਥੇ ਮੱਥਾ ਨਾ ਟੇਕਣ ਦੀ ਗੱਲ, ਪੈਸੇ ਨਾ ਚੜਾਉਣ ਦੀ ਗੱਲ, ਚਾਹੇ ਪੌਦਾ ਲਾਉਣ ਦੀ ਗੱਲ, ਚਾਹੇ ਮਾਤਾ ਪਿਤਾ ਦੇ ਸਤਿਕਾਰ ਦੀ ਗੱਲ, ਚਾਹੇ ਦਸਤਾਰ ਦੀ ਗੱਲ, ਸਾਰੀਆਂ ਗੱਲਾਂ ਭਵਿੱਖ ਲਈ ਸੀ, ਤੇ ਜਿਨ੍ਹਾਂ ਦਾ ਆਪਣਾ ਭਵਿੱਖ ਤਬਾਹ ਹੋ ਚੁੱਕਿਆ। ਜਾਣੀ ਆਪਣਾ ਇੱਥੇ ਇੱਕ ਕੰਮ ਹੋ ਜਾਵੇ, ਸਾਨੂੰ ਨਹੀਂ ਇਸ ਗੱਲ ਦੀ ਪ੍ਰਭਾਵ ਦੀ ਪਿੱਛੇ ਕਤਾਰ ਚੁਕਾਉਣ ਲੱਗਾ, ਉਹਨਾਂ ਦਾ ਭਵਿੱਖ ਤਬਾਹ ਹੋ ਚੁੱਕਿਆ। ਉਹ ਕਹਿੰਦੇ ਬੇਬਸਾ ਸੀ। ਇਹਦੇ ਬਾਵਜੂਦ ਵੀ ਜੇ ਲੋਕਾਂ ਦਾ ਸੋਚਦੇ ਆ ਤਾਂ ਵੱਡੀ ਗੱਲ ਹੈ। ਤੇ ਇੱਕ ਗੱਲ ਜਿਹੜੀ ਕਿ ਬਲਕੌਰ ਸਿੰਘ ਹੋਰਾਂ ਨੇ ਆਖੀ, ਉਹ ਕਹਿੰਦੇ ਜੀ ਪੰਜਾਬ ਨੂੰ ਬਚਾ ਲਓ। ਉਹ ਕਹਿੰਦੇ ਲੀਡਰ ਬੈਠੇ ਹੋ ਤੁਸੀਂ, ਤਾਕਤਵਰ ਲੋਕ ਬੈਠੇ ਹੋ, ਮੈਨੂੰ ਸੇਕਾ ਲੱਗਿਆ, ਸਾਡਾ ਪੁੱਤ ਮੁੱਕ ਗਿਆ, ਇਹ ਕੰਮ ਪੰਜਾਬ ਦੇ ਵਿੱਚੋਂ ਬੰਦ ਕਰ ਦਿਓ, ਪੰਜਾਬ ਨੂੰ ਬਚਾ ਲਓ, ਇਹ ਸੇਕ ਕਿਸੇ ਹੋਰ ਦੇ ਪਰਿਵਾਰ ਨੂੰ ਨਾ ਲੱਗੇ। ਇਹ ਗੱਲਾਂ ਗੋਲਣ ਵਾਲੀਆਂ। ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਉੱਥੇ ਟੀ-ਸ਼ਰਟਾਂ ਪਾ ਕੇ, ਟੈਟੂ ਬਣਾ ਕੇ, ਝੰਡੇ ਫੜ ਕੇ ਉੱਥੇ ਪੁੱਜੇ ਸੀ। ਬੂਟੇ ਬਾਟੇ ਲਾ ਦਿਓ ਭਾਈ, ਜੋ ਕਹਿ ਕੇ ਗਏ ਨੇ ਉਹਨਾਂ ਦੇ ਪਰਿਵਾਰ ਦੇ ਮਾਤਾ ਪਿਤਾ, ਉਧਰਲੇ ਪਾਸੇ ਨੂੰ ਜੇ ਕਹੋਗੇ ਤਾਂ ਚੰਗਾ ਰਹੂਗਾ। ਇਹ ਬੜਾ ਜ਼ਰੂਰੀ ਆ ਜੀ। ਬਾਕੀ ਚਲੋ ਅਗਲੇ ਉਹਨਾਂ ਦੀ ਪੁਲਿਸ ਦੀ ਕੀ ਕਾਰਵਾਈ ਉੱਤੇ ਜਾਣ ਤੋਂ ਪਹਿਲਾਂ ਫਿਰ ਇੱਕ ਲਾਈਨ 'ਚ ਜਿਹੜੇ ਉਹਨਾਂ ਦੇ ਸਪੋਰਟਰ ਨੇ, ਖਾਸ ਕਰਕੇ ਯੰਗ ਪੀੜ੍ਹੀ ਜਿਹੜੀ ਕਿ ਬਹੁਤ ਪਸੰਦ ਕਰਦੀ, ਬੜੀਆਂ ਆਪਾਂ ਉੱਥੇ ਵੀਡੀਓਜ਼ ਫੋਟੋਜ਼ ਦੇਖੀਆਂ, ਛੋਟੇ ਮੁੰਡੇ ਕਹਿ ਲਓ, ਕੁੜੀਆਂ ਕਹਿ ਲਓ, ਤਾਂ ਹੀ ਰੋਂਦੇ ਸੀ, ਹੈ ਨਾ। ਮੇਰੇ ਖਿਆਲ ਨਾਲ ਉਹਨਾਂ ਦੇ ਮਨਾਂ ਦੇ ਵਿੱਚ ਇਹ ਨਾ ਰਹਿ ਜਾਵੇ ਵੀ ਹਾਂ ਸਿੱਧੂ ਮੂਸੇਵਾਲਾ ਸਟਾਰ ਸੀ, ਉਹ ਆ ਇੱਦਾਂ ਗਾਉਂਦਾ ਸੀ। ਅਸਲ 'ਚ ਉਹਦੀ ਸ਼ਖਸੀਅਤ ਕੀ ਸੀ, ਜੋ ਉਹਨਾਂ ਦੇ ਪਿਤਾ ਜੀ ਨੇ ਹੁਣ ਤੱਕ ਦੱਸਿਆ ਕਿ ਵੀ ਹਾਂ ਜੇ ਉਹ ਕਮਾਉਣ ਲੱਗ ਗਿਆ ਤੇ ਉਹ ਪੈਸੇ ਲਿਆ ਕੇ ਮੇਰੇ ਹੱਥ 'ਤੇ ਧਰਦਾ ਸੀ ਤੇ ਮੰਗ ਕੇ ਤੁਰਦਾ ਸੀ। ਜੇ ਉਹਨੇ ਘਰੋਂ ਕਿਤੇ ਜਾਣਾ ਤੇ ਮਾਂ ਨੂੰ ਆਵਾਜ਼ਾਂ ਮਾਰਨੀਆਂ ਵੀ ਹਾਂ ਮਾਤਾ ਮੈਨੂੰ ਤੂੰ ਇੱਕ ਵਾਰ ਮਿਲ ਲਾ ਤੇ ਮੈਂ ਫਿਰ ਜਾਣਾ। ਜੇ ਉਹ ਦਸਤਾਰ ਦੀ ਗੱਲ ਕਰਦਾ ਤੇ ਹਾਂ ਆਪਾਂ ਜੇ ਮੇਰੇ ਖਿਆਲ ਨਾਲ ਉੱਠਦੇ ਮਗਰੋਂ ਆ ਤੇ ਉਦੋਂ ਬਾਅਦ ਵੰਨ-ਸਵੰਨੇ ਆਪਾਂ ਨੂੰ ਲੱਗਦਾ ਵੀ ਇੱਥੇ ਫਲਾਨਾ ਸਟਾਈਲ ਚਾਹੀਦਾ, ਢਿੰਗੜਾ ਚਾਹੀਦਾ, ਉਹਨਾਂ ਨੇ ਉਹ ਵੀ ਨਹੀਂ ਕੀਤਾ। ਫਿਰ ਜੇ ਉਹਨੂੰ ਲੱਗਦਾ ਸੀ ਵੀ ਮੇਰੇ ਕੋਲ ਨਹੀਂ ਉਨੀ ਸਪੋਰਟ ਹੈਗੀ ਤੇ ਮੈਂ ਗਲ 'ਚ ਅੰਗੂਠਾ ਦੇ ਕੇ ਮੋਟਰਸਾਈਕਲ ਲੈਣਾ, ਉਹ ਤੋਂ ਬਿਨਾਂ ਮੇਰੀ ਗੱਡੀ ਨਹੀਂ ਚੱਲਦੀ, ਉਹ ਜਵਾਕ ਸਾਈਕਲ 'ਤੇ ਹੀ ਜਾਂਦਾ ਰਿਹਾ ਉਸ ਉਮਰੇ। ਉਹਨਾਂ ਗੱਲਾਂ ਨੂੰ ਖਿਆਲ 'ਚ ਰੱਖਣਾ ਚਾਹੀਦਾ ਵੀ ਜੇ ਉਹ ਇਹ ਸਾਰਾ ਕੁਛ ਕਰਦਾ ਸੀ, ਉਹਦੇ ਬਾਵਜੂਦ ਵੀ ਉਹ ਕਾਮਯਾਬ ਹੋ ਗਿਆ। ਇਹ ਜ਼ਰੂਰੀ ਨਹੀਂ ਹੈ ਵੀ ਹਾਂ ਆਪਾਂ ਉਹਦੇ ਹਿਸਾਬ ਨਾਲ ਜਾਂ ਬਾਕੀ ਉਹ ਜਿਹੜੀਆਂ ਕਹਿ ਲਓ ਕਿ ਜਿਹੜੀਆਂ ਲੈਵਿਸ਼ ਦੀਆਂ ਚੀਜ਼ਾਂ ਨੇ ਉਹ ਸਾਰਾ ਕੁਛ ਕਰਾਂਗੇ ਜਾਂ ਦਿਖਾਵੇ ਦੇ ਰੂਪ 'ਚ ਜਾਵਾਂਗੇ ਜਾਂ ਉਸ ਦੁਨੀਆ 'ਚ ਜਾਵਾਂਗੇ ਤੇ ਫਿਰ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਕਾਮਯਾਬੀ ਦਾ ਦਿਖਾਵੇ ਵਾਲੀ ਦੁਨੀਆ ਨਾਲ ਕੋਈ ਲਿੰਕ ਨਹੀਂ। ਸੰਧਾਲੀਆ ਸਾਹਿਬ ਤਿੰਨ ਚੀਜ਼ਾਂ, ਕਿਉਂਕਿ ਬਹੁਤਾ ਯੂਥ ਸਿੱਧੂ ਮੂਸੇਵਾਲੇ ਨੂੰ ਪਸੰਦ ਕਰਦਾ ਸੀ, ਜਿਹੜੇ 18 ਸਾਲ ਤੋਂ ਥੱਲੇ ਨੇ, 20 ਸਾਲ ਤੋਂ ਥੱਲੇ ਨੇ, ਸਕੂਲਾਂ 'ਚ ਪੜ੍ਹਦੇ ਨੇ। ਉਹ ਸਾਈਕਲ ਤੇ 12 ਕਿਲੋਮੀਟਰ ਸਾਈਕਲ ਤੇ ਜਾਂਦਾ। ਬਹੁਤ ਪੁਰਾਣੀਆਂ ਗੱਲਾਂ ਨਹੀਂ ਹੈ, ਜੇ ਕਹੀਏ ਕਿ 47 ਦੀਆਂ, 78 ਦੀਆਂ ਜਾਂ 85 ਦੀਆਂ, 95 ਦੀਆਂ ਗੱਲਾਂ ਹੁਣ ਦੀਆਂ ਗੱਲਾਂ ਨੇ। ਅਜੇ 30 ਸਾਲ ਤੋਂ ਥੱਲੇ ਹੀ ਸੀ ਉਹ, 8-10 ਸਾਲ ਪੁਰਾਣੀਆਂ ਗੱਲਾਂ ਹੀ ਆ। ਕਿ ਉਹ ਦੂਜੀ ਤੀਸਰੀ ਜਮਾਤ ਤੋਂ 12ਵੀਂ ਜਮਾਤ ਤੱਕ 12 ਕਿਲੋਮੀਟਰ ਸਾਈਕਲ ਚਲਾ ਕੇ ਜਾਂਦਾ ਸੀ, 12 ਕਿਲੋਮੀਟਰ ਆ ਕੇ, ਕਿਉਂਕਿ ਉਹਨੂੰ ਪਤਾ ਸੀ ਕਿ ਬਾਪੂ ਸਧਾਰਨ ਕੰਮ ਕਰਦਾ।
ਨਹੀਂ ਮੋਟਰਸਾਈਕਲ ਲੈ ਕੇ ਦੇ ਸਕਦਾ। ਤੇ ਜੇ ਕਈ ਘਰਾਂ ਦੇ ਵਿੱਚ ਝਗੜੇ ਹੁੰਦੇ ਆ, ਮੋਟਰਸਾਈਕਲ ਤੋਂ ਬਿਨਾਂ ਮੈਂ ਨਹੀਂ ਪੜ੍ਹਨ ਜਾਂਦਾ, ਮੈਂ ਹੁਣ ਸਾਈਕਲ ਤੇ ਪੜ੍ਹਨ ਜਾਵਾਂ। ਤੁਹਾਡਾ ਸਟਾਰ ਜਾਂਦਾ ਸੀ। ਦੂਸਰੀ ਗੱਲ, ਉਹਨੇ ਨਾਨ ਮੈਡੀਕਲ ਦੇ ਵਿੱਚ +1 +2 ਕੀਤੀ। ਯਾਨੀ ਕਿ ਇਹ ਨਹੀਂ ਕਿ ਉਹਨੂੰ ਇਕੱਲੇ ਗੀਤ ਲਿਖਣੇ ਆਉਂਦੇ ਸੀ ਜਾਂ ਗਾਉਣੇ ਆਉਂਦੇ ਸੀ ਜਾਂ ਫਿਰ ਉਹ ਪੱਟ ਤੇ ਥਾਪੇ ਮਾਰ ਕੇ ਤੇ ਹੱਥ ਤਾਂ ਕਰਦਾ ਸੀ। ਹੁਣ ਨਾਨ ਮੈਡੀਕਲ ਦੇ ਵਿੱਚ ਜਿਹੜੇ ਸਬਜੈਕਟ ਹੁੰਦੇ ਆ, ਮੈਥ ਵੀ ਹੁੰਦਾ, ਹਿਸਾਬ ਗਣਿਤ, ਮੇਰੇ ਖਿਆਲ ਫਿਜ਼ਿਕਸ ਕੈਮਿਸਟਰੀ ਵੀ ਹੁੰਦੀ ਹੈ। ਉਹਨੂੰ ਪੜ੍ਹਨਾ ਕੋਈ ਸੁਖਾਲਾ ਤਾਂ ਨਹੀਂ ਹੁੰਦਾ। ਬਹੁਤ ਸਾਰੇ ਬੱਚੇ ਨਹੀਂ ਪੜ੍ਹ ਸਕਦੇ, ਪਰ ਹਿੰਮਤ ਤਾਂ ਕਰਨੀ ਪਊਗੀ, ਮਿਹਨਤ ਤਾਂ ਕਰਨੀ ਪਊਗੀ। ਭਾਈ ਉਹ ਪੜ੍ਹਿਆ, ਉਹਨੇ ਨਾਨ ਮੈਡੀਕਲ ਕੀਤਾ, ਉਹਦੇ ਤੋਂ ਬਾਅਦ ਆਇਲਸ ਵੀ ਚੰਗੇ ਸਕੋਰ ਲਏ ਤਾਂ ਹੀ ਕੈਨੇਡਾ ਪੜ੍ਹਨ ਆਇਆ ਹੋਊਗਾ ਨਾ। ਇਸ ਕਰਕੇ ਕੱਲਾ ਜੇ ਉਹਨੇ ਪੱਟ ਤੇ ਥਾਪੀ ਮਾਰੀ ਸੀ ਸਾਨੂੰ ਉਹ ਨਜ਼ਰ ਆਉਂਦੀ ਆ, ਪਰ ਉਹਦੇ ਤੋਂ ਪਹਿਲਾਂ 12 14 15 ਸਾਲ ਪੜ੍ਹਦੇ ਆ ਕਿਹੜੀ ਪੱਟ ਤੇ ਥਾਪੀ ਮਾਰੀ, ਉਧਰ ਵੀ ਧਿਆਨ ਰੱਖਣਾ ਚਾਹੀਦਾ। ਅਸੀਂ ਜੇ ਉਧਰ ਧਿਆਨ ਨਹੀਂ ਰੱਖਾਂਗੇ, ਘਰਦਿਆਂ ਦੇ ਗਲ ਦੇ ਵਿੱਚ ਅੰਗੂਠਾ ਦੇ ਰੱਖਾਂਗੇ, ਫਿਰ ਉਹਨੇ ਉੱਪਰ ਬੈਠੇ ਨੂੰ ਖੁਸ਼ ਨਹੀਂ ਹੋਣਾ। ਬਾਕੀ ਗੱਲ ਕਰੀਏ ਕਿ ਵੀ ਪੁਲਿਸ ਆਪਣੇ ਤੌਰ ਤੇ ਲੱਗੀ ਆ। ਇੱਕ ਪੁਣੇ ਮਹਾਰਾਸ਼ਟਰ ਵਾਲੇ ਪਾਸਿਓਂ ਇੱਕ ਗ੍ਰਿਫਤਾਰੀ ਹੋਈ ਤੇ ਕਿਹਾ ਜਾਂਦਾ ਕਿ ਵੀ ਉਹਦਾ ਨਿਕਨੇਮ ਜਿਹੜਾ ਸ਼ਖਸ ਦਾ ਮਹਾਕਾਲ ਦੱਸਿਆ ਜਾਂਦਾ, ਉਹ ਕਹਿੰਦੇ ਵੀ ਉਹਦਾ ਸਾਥੀ ਆ ਜਿਸ ਬੰਦੇ ਦਾ ਨਾਮ ਆਉਂਦਾ ਵੀ ਉਹਨੇ ਗੋਲੀਆਂ ਚਲਾਈਆਂ ਜਾਂ ਸ਼ੂਟਰ ਸੀਗਾ। ਉਹਦੀ ਗ੍ਰਿਫਤਾਰੀ ਹੋਈ, ਗਾਂ ਉਹ ਪਹੁੰਚਣਗੇ। ਫਿਰ ਦਿੱਲੀ ਵਾਲੀ ਪੁਲਿਸ ਕਹਿੰਦੀ ਵੀ ਸਾਡੇ ਧਿਆਨ 'ਚ 3-4 ਬੰਦੇ ਨੇ, ਅਸੀਂ ਕਾਬੂ ਕਰ ਰਹੇ ਹਾਂ। ਪੰਜਾਬ ਪੁਲਿਸ ਨੇ ਜਿਹੜੇ ਬੰਦੇ ਕਾਬੂ ਕੀਤੇ, ਖਾਸ ਕਰਕੇ ਜਿਹੜਾ ਕੇਕੜਾ ਸੀ ਉਹਨੇ ਜਿੱਦਾਂ ਦੇ ਨਾਂ ਲੈਣੇ ਸ਼ੁਰੂ ਕੀਤੇ ਆ। ਹੁਣ ਉਹ ਕਹਿੰਦੇ ਆ ਕਿ ਵੀ ਜਿਹੜੇ ਪਿਛਲੇ ਦਿਨੀ ਉਹ ਕੁਝ ਸਕੈਚ ਵੀ ਜਾਰੀ ਹੋਏ ਸੀ, ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਸੀ, ਉਹਨਾਂ ਨੂੰ ਉਹ ਸਪੈਸ਼ਲ ਜਿਹੜੀ ਟੀਮ ਹੈਗੀ ਆ ਉਹ ਆਪਣੇ ਤੌਰ ਦੇ ਉੱਪਰ ਥਾਂ ਤੋਂ ਜਾ ਕੇ ਫਰੋਲਾ ਫਰਾਲੀ ਕਰਦੀ ਵੀ। ਇਹਦਾ ਮਤਲਬ ਇਹ ਹੋ ਗਿਆ ਵੀ ਪੰਜਾਬ ਹੋ ਗਿਆ, ਵਿੱਚ ਹਰਿਆਣੇ ਵਾਲੀ ਪੁਲਿਸ ਹੋ ਗਈ, ਵਿੱਚ ਦਿੱਲੀ ਵਾਲੀ ਹੋ ਗਈ, ਤੇ ਵਿੱਚ ਮਹਾਰਾਸ਼ਟਰ ਵਾਲੀ ਹੋ ਗਈ। ਇਹ ਸਾਰੀਆਂ ਟੀਮਾਂ ਆਪਸ ਦੇ ਵਿੱਚ ਰਲ ਕੇ ਕੰਮ ਕਰ ਰਹੀਆਂ ਨੇ। ਉਹਨਾਂ ਨੂੰ ਇਹ ਆਸ ਉਮੀਦ ਲੱਗਦੀ ਆ ਵੀ ਸ਼ਾਇਦ ਅਸੀਂ ਚੰਦ ਦਿਨਾਂ ਤੱਕ ਆਪ ਜੀ ਦੇ ਸਾਹਮਣੇ ਸਾਰਾ ਕੁਝ ਲੈ ਆਵਾਂਗੇ ਵੀ ਕੌਣ ਕਿੱਥੋਂ ਚੱਲਿਆ, ਕਿੱਥੋਂ ਤੁਰਿਆ, ਕਿੱਧਰ ਨੂੰ ਗਿਆ। ਪਰ ਇਹਦੇ ਵਿੱਚ ਮੇਰੇ ਖਿਆਲ ਨਾਲ ਜਿਹੜੀ ਚਰਚਾ ਉਹ ਚੱਲਦੀ ਹੈ ਕਿ ਵੀ ਕੋਈ ਰੈੱਡ ਕਾਰਨਰ ਨੋਟਿਸ ਜਾਰੀ ਕਰਨਾ ਸੀ, ਉਹਦਾ ਵੀ ਰੌਲਾ ਹੈਗਾ। ਸੰਧਾਲੀਆ ਸਾਹਿਬ, ਜਿਹੜੀ ਪਹਿਲੀ ਗੱਲ ਤੁਸੀਂ ਕੀਤੀ ਹੈ, ਸਪੈਸ਼ਲ ਕਮਿਸ਼ਨਰ ਨੇ HGS ਧਾਰੀਵਾਲ ਦਿੱਲੀ ਪੁਲਿਸ ਦੇ, ਉਹਨਾਂ ਨੇ ਬਕਾਇਦਾ ਪੱਤਰਕਾਰਾਂ ਨੂੰ ਦੱਸਿਆ, ਜਾਣੀ ਕਿ ਇਹ ਕੋਈ ਸੂਤਰਾਂ ਤੇ ਆਧਾਰਿਤ ਜਾਂ ਪੁਖਤਾ ਰਿਪੋਰਟਾਂ ਦੇ ਆਧਾਰਿਤ ਦੀ ਗੱਲ ਨਹੀਂ। ਉਹਨਾਂ ਨੇ ਕਿਹਾ ਜੀ ਇੱਦਾਂ ਕਰਕੇ ਬੰਦਾ ਫੜਿਆ, ਸੌਰਵ ਮਹਾਕਾਲ ਉਹਦਾ ਨਾਂ ਆ, ਤੇ ਇੱਕ ਹੋਰ, ਕਿਉਂਕਿ ਮੰਨਿਆ ਜਾਂਦਾ ਕਿ ਸ਼ਾਇਦ ਉਹ ਇਸ ਸਾਰੀ ਘਟਨਾਕ੍ਰਮ ਦੇ ਵਿੱਚ ਸ਼ਾਮਲ ਸੀ ਤੇ ਪੰਜਾਬ ਤੋਂ 4 ਦਿਨ ਪਹਿਲਾਂ ਹੀ ਮਹਾਰਾਸ਼ਟਰ ਪੂਨੇ ਗਿਆ ਸੀ। ਚਰਚਾ ਤੇ ਵੀ ਸੀ ਕਿ ਮਹਾਰਾਸ਼ਟਰ ਦੀ ਮੁੰਬਈ ਦੀ ਪੁਲਿਸ ਦਿੱਲੀ ਆ ਰਹੀ ਹੈ, ਆਣ ਕੇ ਉਹਨਾਂ ਨੇ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰਨੀ ਆ, ਜਿਹੜਾ ਕਿ ਦਿੱਲੀ ਪੁਲਿਸ ਦੀ ਇਸ ਵੇਲੇ ਹਿਰਾਸਤ ਦੇ ਵਿੱਚ ਇਹਦਾ ਰਿਮਾਂਡ ਮਿਲਿਆ ਹੋਇਆ। ਚਰਚਾ ਤੇ ਵੀ ਸੀ ਕਿ ਪ੍ਰੈਸ ਕਾਨਫਰੰਸ ਹੋਊਗੀ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਖੁਲਾਸਾ ਕਰ ਦਿੱਤਾ ਜਾਊਗਾ। 4 ਸ਼ਾਰਪ ਸ਼ੂਟਰਾਂ ਦੇ ਬਾਬਤ ਮੰਨਿਆ ਜਾ ਰਿਹਾ ਸੀ ਕਿ ਉਹ ਆਇਡੈਂਟੀਫਾਈ ਕਰ ਲਏ ਆ ਇਹਨਾਂ ਦੋਨਾਂ ਸੂਬਿਆਂ ਦੀ ਪੁਲਿਸ ਨੇ, ਦਿੱਲੀ ਔਰ ਮੁੰਬਈ ਪੁਲਿਸ ਨੇ। ਪਰ ਉਹ ਪ੍ਰੈਸ ਕਾਨਫਰੰਸ ਅਸਲ ਦੇ ਵਿੱਚ ਦੋਨਾਂ ਸੂਬਿਆਂ ਦੀ ਪੁਲਿਸ ਦੀ ਕਦੋਂ ਹੋਏਗੀ ਉਹਦਾ ਅਜੇ ਇੰਤਜ਼ਾਰ ਰਹੂਗਾ। ਪਰ ਇੰਨੀ ਗੱਲ ਜ਼ਰੂਰ ਹੈ ਕਿਉਂਕਿ ਉਸ ਤੋਂ ਬਾਅਦ ਸਲਮਾਨ ਖਾਨ ਨੂੰ ਵੀ ਧਮਕੀ ਗਈ ਹੈ, ਉਹਦੇ ਤੋਂ ਬਾਅਦ ਕੰਮ ਬਹੁਤ ਜ਼ਿਆਦਾ ਤੇਜ਼ ਹੋ ਗਿਆ। ਇਹ ਸਾਰੇ ਦਾ ਸਾਰਾ ਗਰੋਹ, ਕਿਉਂਕਿ ਜਿੱਦਾਂ ਪਹਿਲਾਂ ਗੱਲ ਚੱਲਦੀ ਸੀ ਕਿ ਭਾਈ ਆਸਟ੍ਰੇਲੀਆ, ਦੁਬਈ, ਕੈਨੇਡਾ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਇਧਰਲੇ ਪਾਸੇ ਰਾਜਸਥਾਨ, ਕਿ ਇਹਨਾਂ ਸਾਰੇ ਸੂਬਿਆਂ ਦੇ ਵਿੱਚੋਂ ਰਲ ਮਿਲ ਕੇ ਚੱਲੀ ਜਾਂਦਾ, ਨਾਲ ਜੇਲ੍ਹਾਂ ਜਿਹੜੀਆਂ ਆਪਾਂ ਵੱਖਰੀਆਂ ਜੋੜ ਲਈਏ। ਉਹ ਜੇ ਹੁਣ ਪੰਜਾਬ ਪੁਲਿਸ ਕੋ ਕੁਝ ਤੱਥ ਨੇ, ਦਿੱਲੀ ਕੋ ਕੁਝ ਤੱਥ ਨੇ, ਮੁੰਬਈ ਕੋ, ਰਲ ਕੇ ਕੰਮ ਕਰਨ, ਇਕੱਠਾ ਖੁਲਾਸਾ ਕਰ ਦੇਣ, ਸਿਹਰਾ ਸਾਰਿਆਂ ਦੇ ਸਿਰ ਅੱਧਾ ਪੌਣਾ 33% ਬਚ ਜਾ, ਕੋਈ ਗੱਲ ਨਹੀਂ, ਪਰ ਕਲੀਅਰ ਹੋਣਾ ਚਾਹੀਦਾ ਤਾਂ ਜੋ ਭਵਿੱਖ ਦੇ ਵਿੱਚ ਇਦਾਂ ਤਾਬੜਤੋੜ ਗੋਲੀਆਂ ਕਿਸੇ ਤੇ ਚੱਲਣ ਨਾ। ਬਿਲਕੁਲ ਸਹੀ। ਸੋ ਆਸ ਕਰਦੇ ਹਾਂ ਵੀ ਜੇ ਪੁਲਿਸ ਨੇ ਕਿਹਾ ਵੀ ਅਸੀਂ ਰਲ ਕੇ ਕੰਮ ਕਰਦੇ ਹਾਂ, ਅਸੀਂ ਇੱਕ ਅੱਧੇ ਦਿਨ ਤੱਕ ਪੂਰਾ ਖੁਲਾਸਾ ਕਰ ਦਾਂਗੇ, ਚੰਗੀ ਗੱਲ ਹੈ। ਤੇ ਰੈੱਡ ਕਾਰਨਰ ਨੋਟਿਸ ਵਾਲੀ ਤੇ ਗੱਲ ਉਹੀ ਸੀ ਵੀ ਉਹ ਕਹਿੰਦੇ ਵੀ ਸ਼ਾਇਦ 19 ਮਈ ਦੀ ਗੱਲ ਕਰਦੇ ਵੀ CBI ਨੂੰ ਕਿਹਾ ਸੀ ਕਿ ਵੀ ਆਹ 2 ਸ਼ਖਸ ਨੇ ਜੀ, ਇਹਨਾਂ ਸ਼ਖਸਾਂ ਦੇ ਬਾਰੇ 'ਚ ਤੁਸੀਂ ਰੈੱਡ ਕਾਰਨਰ ਨੋਟਿਸ ਜਿਹੜਾ ਜੀ ਉਹ ਜਾਰੀ ਕਰ ਦਿਓ ਹੋਰ ਕੇਸਾਂ ਦੇ ਵਿੱਚ। ਉਦੋਂ ਕਿਉਂਕਿ ਇਹ ਘਟਨਾ ਨਹੀਂ ਸੀ ਵਾਪਰੀ, ਤਾਂ ਜੋ ਉਹਨਾਂ ਨੂੰ ਜਿੱਥੇ ਵੀ ਕਿਤੇ ਉਹ ਬੈਠੇ ਨੇ ਉੱਥੇ ਉਹਨਾਂ ਦੀ ਗ੍ਰਿਫਤਾਰੀ ਪਾ ਕੇ ਤੇ ਉਹਨਾਂ ਨੂੰ ਵਾਪਸ ਜਿਹੜਾ ਹੈ ਦੇਸ਼ ਲਿਆਂਦਾ ਜਾ ਸਕੇ ਜੀ। ਹੁਣ ਉਹ ਮੇਰੇ ਖਿਆਲ ਨਾਲ ਇੱਕ ਅੱਧੇ ਦਿਨ ਤੱਕ ਗੱਲ ਕਲੀਅਰ ਹੋ ਜੂਗੀ ਵੀ ਉਹਨਾਂ ਨੇ ਚਿੱਠੀ ਪਾਈ ਸੀ, ਉਹਦੇ ਤੇ CBI ਨੇ ਕਿਉਂ ਨਹੀਂ ਕੁਝ ਕੀਤਾ, ਜਾਂ ਫਿਰ ਉਹ ਜੇ ਕਾਰਵਾਈ ਚੱਲਦੀ ਸੀ ਤੇ ਉਹ ਚੱਲਦੀ ਦੇ ਦੌਰਾਨ ਹੀ ਇਹ ਸਾਰਾ ਕੁਝ ਹੋ ਗਿਆ, ਜਾਂ ਹੋ ਸਕਦਾ ਅਗਲੇ ਗੱਲ ਇਹ ਵੀ ਕਲੀਅਰ ਕਰ ਦੇਣ ਵੀ ਅਸੀਂ ਆਪਣੇ ਵੱਲੋਂ ਪ੍ਰੋਸੈਸ ਸ਼ੁਰੂ ਕਰ ਦਿੱਤਾ ਸੀ ਜੀ, ਉਹ 'ਚ ਟਾਈਮ ਲੱਗਦਾ। ਜੋ ਵੀ ਆ ਮੇਰੇ ਖਿਆਲ ਨਾਲ ਉਹ ਵੀ ਗੱਲ ਕਲੀਅਰ ਹੋ ਜੂ। ਹਾਂ, ਨਹੀਂ, ਸਪਸ਼ਟ ਹੋ ਜਾਣੀ ਚਾਹੀਦੀ ਆ ਸੰਧਾਲੀਆ ਸਾਹਿਬ। ਉਧਰਲੇ ਪਾਸੇ ਮਨਕੀਰਤ ਔਲਖ ਹੋਰੀ, ਜਿਹੜੇ ਕਿ ਕਲਾਕਾਰ ਨੇ, ਜਿਨ੍ਹਾਂ ਦਾ ਨਾਂ 2 ਦਿਨ ਬਾਅਦ ਹੀ ਬੋਲਣ ਲੱਗ ਪਿਆ ਸੀ, ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਆਈਆਂ ਸੀ, ਪੋਸਟਾਂ ਤੱਥ ਆਧਾਰਿਤ ਸੀ, ਪੁਸ਼ਟੀ ਕੀਤੀ ਜਾ ਸਕਦੀ ਕਿ ਨਹੀਂ ਇਹ ਨਹੀਂ ਪਤਾ। ਉਹਨਾਂ ਨੇ ਉਦੋਂ ਵੀ ਸਪਸ਼ਟੀਕਰਨ ਦਿੱਤਾ ਸੀ ਕਿ ਇਦਾਂ ਦੀ ਕੋਈ ਗੱਲ ਨਹੀਂ। ਹੁਣ ਫੇਰ ਮਨਕੀਰਤ ਔਲਖ ਹੋਰਾਂ ਨੇ ਕਿਹਾ, ਉਹ ਕਹਿੰਦੇ ਜੀ ਦੇਖੋ, ਕਿਸੇ ਮਾਂ ਤੋਂ ਉਹਦੇ ਪੁੱਤ ਨੂੰ ਖੋਹਣਾ, ਕਿਸੇ ਦੇ ਮਾਂ ਦੇ ਪੁੱਤ ਨੂੰ ਮਾਰਨਾ ਤਾਂ ਦੂਰ ਦੀ ਗੱਲ ਆ, ਮੈਂ ਸੋਚ ਵੀ ਨਹੀਂ ਸਕਦਾ। ਫਿਰ ਉਹਨੇ ਵੀ ਕਿਹਾ, ਕਹਿੰਦੇ ਜੀ ਦੇਖੋ 1 ਸਾਲ ਹੋ ਗਿਆ, ਮੈਨੂੰ ਵੀ ਲਗਾਤਾਰ ਧਮਕੀਆਂ ਮਿਲਦੀਆਂ, ਬੜੇ ਪਰੇਸ਼ਾਨੀ ਵਾਲੀ ਹਾਲਤ ਦੇ ਵਿੱਚ ਹੈ। ਹੁਣ ਉਹ ਕਹਿੰਦੇ ਜੀ ਬਿਨਾਂ ਕੋਈ ਤੱਥ
ਫੋਲਿਆਂ, ਘੋਖਿਆਂ, ਪੜਤਾਲਿਆਂ, ਜਿਸ ਤਰੀਕੇ ਸੋਸ਼ਲ ਮੀਡੀਆ ਦੇ ਉੱਤੇ ਮੇਰਾ ਨਾਮ ਉਛਾਲਿਆ ਜਾ ਰਿਹਾ, ਉਹਦੇ ਤੋਂ ਪਰੇਸ਼ਾਨ ਹੋ ਕੇ ਜੇ ਮੈਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਤਾਂ ਕੀ ਗਲਤ ਕੀਤਾ, ਮੇਰਾ ਹੱਥ ਕੋਈ ਨਹੀਂ। ਫਿਰ ਉਹਨਾਂ ਨੇ ਕਿਹਾ ਜੀ ਮੇਰੇ ਮੈਨੇਜਰ ਦਾ ਜ਼ਿਕਰ ਚੱਲਦਾ, ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ, ਕਿਸੇ ਵੀ ਕਤਲ ਦੇ ਵਿੱਚ, ਕਿਸੇ ਵੀ ਕਾਂਡ ਦੇ ਵਿੱਚ ਮੇਰੇ ਮੈਨੇਜਰ ਦਾ ਵੀ ਕੋਈ ਕਿਸੇ ਤਰ੍ਹਾਂ ਦਾ ਲੈਣਾ ਦੇਣਾ ਨਹੀਂ, ਪਰ ਕਿਸੇ ਨੂੰ ਕਹਿੰਦੇ ਹੱਕ ਕੋਈ ਨਹੀਂ ਹੈ ਕਿ ਬਿਨਾਂ ਕੋਈ ਦੋਸ਼ ਸਾਬਿਤ ਹੋਇਆ, ਬਿਨਾਂ ਕੋਈ ਦੋਸ਼ ਲੱਗਿਆ, ਬਿਨਾਂ ਕੋਈ ਸਬੂਤ ਸਾਹਮਣੇ ਆਇਆ ਤੁਸੀਂ ਕਿਸੇ ਦੀ ਇੱਜ਼ਤ ਰੋਲ ਰੱਖਦੇ ਹੋ। ਇਹ ਮਤਲਬ ਦੂਜੀ ਵਾਰ ਆ ਉਹਨਾਂ ਨੇ ਖਾਸ ਕਰਕੇ ਤਾਂ ਮੀਡੀਆ ਨੂੰ ਇਹ ਬੇਨਤੀ ਕੀਤੀ ਹੈ ਕਿ ਵੀ ਜਦ ਤੱਕ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ ਤੁਸੀਂ ਉਸ ਗੱਲ ਨੂੰ ਮਸਾਲਾ ਜਿਹਾ ਲਾ ਕੇ ਤੇ ਅੱਗੇ ਨਾ ਪੇਸ਼ ਕਰਿਆ ਕਰੋ। ਹੁਣ ਦੇਖੋ ਦੂਸਰੀ ਵਾਰ ਉਹਨਾਂ ਨੇ ਅਪੀਲ ਕੀਤੀ ਆ, ਇਹ ਵੀ ਗੱਲ ਠੀਕ ਹੈ ਵੀ ਅਜੇ ਤੱਕ ਕਿਸੇ ਪਾਸਿਓਂ ਕੋਈ ਕਿਸੇ ਨੇ ਕਿਹਾ ਨਹੀਂ ਵੀ ਹਾਂਜੀ ਇਸ ਸ਼ਖਸ ਦਾ ਨਾਮ ਉਹਦੇ ਵਿੱਚ ਹੈਗਾ, ਜਦ ਤੱਕ ਪੁਲਿਸ ਨਹੀਂ ਕਹਿੰਦੀ ਜਾਂ ਹੋਰ ਕਿਸੇ ਪਾਸਿਓਂ ਕੋਈ ਨਾਂ ਨਹੀਂ ਆਉਂਦਾ, ਨਾਂ ਲੈਣਾ ਵੀ ਨਹੀਂ ਚਾਹੀਦਾ ਜੀ। ਦੂਜੀ ਗੱਲ ਇਹ ਆ ਕਿ ਵੀ ਇਹ ਸਾਰੇ ਕੁਛ ਨੂੰ ਹੁਣ ਦੇਖਦੇ ਹਾਂ ਕਿਹਾ ਇਹ ਜਾ ਰਿਹਾ ਕਿ ਵੀ ਸ਼ਾਇਦ ਪੰਜਾਬ ਦੇ ਵਿੱਚ ਹੁਣ ਜਿਹੜੀ ਪੰਜਾਬ ਪੁਲਿਸ ਆ ਉਹ ਹੁਣ ਥੋੜ੍ਹੀ ਜਿਹੀ ਹੋਰ ਸਖਤੀ ਕਰ ਸਕਦੀ ਹੈ, ਕਿਉਂਕਿ ਉਹਨੂੰ ਲੱਗਦਾ ਕਿ ਵੀ ਪਿਛਲੇ ਦਿਨੀ ਉਹ ਟੀਮਾਂ ਤਾਂ ਬਣਾਈਆਂ ਗਈਆਂ ਸੀ ਟਾਸਕ ਫੋਰਸਾਂ ਜੀਆਂ, ਪਰ ਟਾਸਕ ਫੋਰਸਾਂ ਜਿਹੜੀਆਂ ਨੇ ਉਹ ਲੱਗਦੀਆਂ ਵੀ ਅਜੇ ਥੋੜ੍ਹੀਆਂ ਜਿਹੀਆਂ ਢਿੱਲੀਆਂ, ਤੇ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੱਲਦੀ ਗੱਲ ਵੀ ਇਹਨਾਂ ਨੂੰ ਹੋਰ ਥੋੜ੍ਹਾ ਜਿਹਾ ਤੇਜ਼ ਕਰਨ ਦੀ ਲੋੜ ਹੈ। ਜੇ ਨਾ ਕੀਤਾ ਗਿਆ ਤੇ ਫਿਰ ਜਿੰਨੇ ਦਿਨ ਲੰਘਦੇ ਗਏ ਉਨੇ ਦਿਨ ਬਦਨਾਮੀ ਦੇ ਹੀ ਹੈ। ਨਹੀਂ, ਬਦਨਾਮੀ ਦਾ ਹੀ ਹੈ ਜੀ। ਤੇ ਉਧਰ ਤੁਸੀਂ ਦੇਖੋ ਜੇ ਇਸ ਖਬਰ ਤੋਂ ਆਪਾਂ ਦੂਸਰੇ ਪਾਸੇ ਚੱਲੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀਆਂ 2 ਲੀਡਰ ਬੀਬੀਆਂ ਉਹ ਸਿੱਧੀਆਂ ਪੰਜਾਬ ਦੇ ਰਾਜਪਾਲ ਸਾਹਿਬ ਕੋਲ ਗਈਆਂ, ਕਿਉਂਕਿ ਪਹਿਲਾਂ ਇੱਕ ਦਿਨ ਡਾਕਟਰ ਦਲਜੀਤ ਸਿੰਘ ਚੀਮਾ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਬੀਬੀ ਗਨੀਬ ਕੌਰ ਮਜੀਠੀਆ ਨੇ ਚਿੱਠੀ ਲਿਖੀ ਸੀ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੂੰ, ਮੁਖੀ ਸਾਹਿਬ ਨੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ। ਚਿੱਠੀ ਲਿਖੀ ਸੀ ਤੇ ਕਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਪਟਿਆਲੇ ਜੇਲ੍ਹ 'ਚ ਖਤਰਾ ਹੈ, ਉਹਨਾਂ ਦੀ ਜਾਨ ਨੂੰ ਖਤਰਾ ਹੈ। ਤੰਗ ਪਰੇਸ਼ਾਨ ਕਰਨ ਦੇ ਲਈ ਉਹਨਾਂ ਨੇ ਕਿਹਾ ਸੀ ਕਿ ਜੇਲ੍ਹਾਂ ਦਾ ਹੈੱਡ ਜਿਹੜਾ ਹਰਪ੍ਰੀਤ ਸਿੰਘ ਸਿੱਧੂ ਏਡੀਜੀਪੀ ਨੂੰ ਲਾ ਦਿੱਤਾ। ਹੁਣ ਕਿਸੇ ਨੂੰ ਵੀ ਇਦਾਂ ਨਹੀਂ ਸੀ ਲੱਗਦਾ ਕਿ ਮੈਂਬਰ ਪਾਰਲੀਮੈਂਟ ਬਠਿੰਡੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਤੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਐਮਐਲਏ ਬੀਬੀ ਗਨੀਬ ਕੌਰ ਮਜੀਠੀਆ ਸਿੱਧੇ ਰਾਜਪਾਲ ਸਾਹਿਬ ਕੋਲ ਚਲੇ ਜਾਣਗੇ। ਏਆਲੀ ਸਾਹਿਬ ਨਾਲ ਸੀ, ਮਨਪ੍ਰੀਤ ਸਿੰਘ ਏਆਲੀ ਜਿਹੜੇ ਕਿ ਦਾਖਿਓਂ ਐਮਐਲਏ ਬਣੇ ਆ ਫਿਰ ਦੁਬਾਰਾ, ਉਹ ਜਾ ਕੇ ਰਾਜਪਾਲ ਸਾਹਿਬ ਨੂੰ ਮਿਲੇ ਤੇ ਜਦੋਂ ਬਾਹਰ ਆਏ ਫਿਰ ਪੱਤਰਕਾਰ ਖੜੇ ਸੀ। ਉੱਥੇ ਪਹਿਲਾਂ ਬੀਬੀ ਗਨੀਬ ਕੌਰ ਮਜੀਠੀਆ ਨੇ 3-4 ਚੀਜ਼ਾਂ ਕਹੀਆਂ। ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਸਾਹਿਬ ਦੀ ਜਾਨ ਨੂੰ ਖਤਰਾ। ਉਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿ 3 ਮਹੀਨੇ ਹੋ ਗਏ ਉਹਨਾਂ ਦੇ ਮਾਤਾ ਜੀ ਲਗਾਤਾਰ ਰੋਂਦੇ ਰਹਿੰਦੇ ਆ। ਫਿਰ ਤੀਸਰੀ ਗੱਲ ਉਹਨਾਂ ਨੇ ਕਹੀ ਕਿ ਛੁੱਟੀਆਂ ਚੱਲ ਰਹੀਆਂ, ਬੱਚੇ ਘਰ ਨੇ, ਪਰ ਬੱਚਿਆਂ ਦੇ ਪਿਤਾ ਜੀ ਜਾਣੀ ਕਿ ਬਿਕਰਮ ਸਿੰਘ ਮਜੀਠੀਆ ਘਰ ਨਹੀਂ, ਕਿੰਨਾ ਔਖਾ। ਤੇ ਅਸੀਂ ਕਹਿੰਦੇ ਰਾਜਪਾਲ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਭਾਈ ਇੱਕ ਤਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਆ, ਕੋਈ ਐਕਸ਼ਨ ਲਾਓ, ਤੇ ਦੂਸਰਾ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦਾ ਮਸਲਾ। ਫਿਰ ਪੱਤਰਕਾਰਾਂ ਨੇ ਸਵਾਲ ਪੁੱਛਿਆ, ਫਿਰ ਬੀਬੀ ਹਰਸਿਮਰਤ ਕੌਰ ਬਾਦਲ ਬੋਲੇ, ਉਹ ਫਿਰ ਥੋੜ੍ਹਾ ਜਿਹਾ ਗਰਮ ਬੋਲੇ, ਗੁੱਸੇ 'ਚ ਬੋਲੇ। ਫਿਰ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ, ਉਹਨਾਂ ਦੇ ਭੈਣ ਹੀ ਨੇ ਬੀਬੀ ਜੀ ਵੀ, ਉਹਨਾਂ ਨੇ ਆਪਣੇ ਮਜੀਠੀਆ ਪਰਿਵਾਰ ਤੇ ਫਿਰ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੇ ਪਰਿਵਾਰ ਦਾ ਸਬੰਧ ਕੀ ਆ, ਉਹਦੇ ਤੋਂ ਬਾਅਦ ਦੁਸ਼ਮਣੀ ਕਿੱਦਾਂ ਪਈ, ਕਿੱਥੇ ਇੱਕ ਔਰਤ ਦੀ ਮੌਤ ਹੋਈ, ਬਾਅਦ ਵਿੱਚ ਫਿਰ ਇਹਨਾਂ ਦੇ ਪਰਿਵਾਰ ਦੇ ਇੱਕ ਮਰਦ ਦੀ ਮੌਤ ਹੋਈ, ਉਹ ਕਿਹਦੇ ਗਨਮੈਨ ਦੀ ਗੋਲੀ ਕਿੱਥੋਂ ਮਰਾਈ ਗਈ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਲੀਅਰ ਕੀਤੀਆਂ। ਉਹ ਕਹਿੰਦੇ ਜੀ ਬਚਪਨ ਤੋਂ ਹੀ ਬਿਕਰਮ ਸਿੰਘ ਮਜੀਠੀਆ ਤੇ ਹਰਪ੍ਰੀਤ ਸਿੰਘ ਸਿੱਧੂ ਭਾਵੇਂ ਰਿਸ਼ਤੇਦਾਰ ਆ, ਪਰ ਇਹਨਾਂ ਦੀ ਆਪਸ ਦੇ ਵਿੱਚ ਵੱਡੀ ਅਣਬਣ ਸੀ। ਫਿਰ ਉਹਨਾਂ ਨੇ ਕਿਹਾ ਜੀ ਜਦੋਂ ਹਰਪ੍ਰੀਤ ਸਿੰਘ ਸਿੱਧੂ ਨੂੰ ਲਿਆਂਦਾ, ਉਹਨਾਂ ਨੇ ਫਿਰ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ, ਤੇ ਹੁਣ ਜਦੋਂ ਬਿਕਰਮ ਸਿੰਘ ਮਜੀਠੀਆ ਜੇਲ੍ਹ 'ਚ ਨੇ, ਫਿਰ ਉਹਨਾਂ ਨੇ ਕਿਹਾ ਕਹਿੰਦੇ ਜੀ 6.5 ਫੁੱਟ ਦਾ ਬੰਦਾ ਛੋਟੀ ਜੀ ਫਾਂਸੀ ਵਾਲੀ ਬੈਰਕ ਦੇ ਵਿੱਚ ਬੰਦ ਕੀਤਾ ਹੈ ਤੰਗ ਪਰੇਸ਼ਾਨ ਕਰਨ ਦੇ ਲਈ। ਬੀਬੀ ਹਰਸਿਮਰਤ ਕੌਰ ਬਾਦਲ ਮਾਣਯੋਗ ਮੈਂਬਰ ਪਾਰਲੀਮੈਂਟ ਨੇ, ਨਿਕੰਮਾ, ਫੇਲ, ਅਸਫਲ, ਇਹ 4-5 ਸ਼ਬਦ ਇਦਾਂ ਦੇ ਉਹਨਾਂ ਨੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੇ ਲਈ ਵਰਤੇ ਕਿ ਭਾਈ ਉਸ ਆਫਿਸਰ ਨੂੰ ਸਿਰਫ ਕਹਿੰਦੇ ਜੀ ਸਿਆਸੀ ਕਿਹੜਾ ਕੱਢਣ ਲਈ ਲਿਆਂਦਾ ਜਾਂਦਾ, ਹੋਰ ਕੋਈ ਗੱਲ ਹੀ ਨਹੀਂ, ਹੋਰ ਕੋਈ ਅਫਸਰ ਕਹਿੰਦੇ ਜੀ ਇਹਨਾਂ ਨੂੰ ਲੱਭਦਾ ਨਹੀਂ। ਪਰ ਜੇ ਇਸ ਤਰੀਕੇ ਦੇ ਨਾਲ ਰਾਜਪਾਲ ਸਾਹਿਬ ਕੋ ਗਏ, ਪਹਿਲਾਂ ਚਿੱਠੀ ਲਿਖੀ, ਪ੍ਰੈਸ ਕਾਨਫਰੰਸਾਂ ਕੀਤੀਆਂ, ਗੱਲ ਅੱਗੇ ਵਧੀ ਜਾਂਦੀ ਹੈ। ਗੱਲਬਾਤ ਕੀ ਲਗਾਤਾਰ ਦੂਜਾ ਦਿਨ ਸੀਗਾ। ਦੇਖੋ ਪਹਿਲੇ ਦਿਨ ਚਿੱਠੀ ਲਿਖੀ, ਉਸ ਤੋਂ ਬਾਅਦ ਜਿਹੜੇ ਬਾਕੀ ਦੀ ਲੀਡਰਸ਼ਿਪ ਸੀਗੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਦੂਸਰਾ ਦਿਨ ਆਉਂਦਾ ਤੇ ਖੁਦ ਉਹ ਆਪ ਗਨੀਬ ਕੌਰ ਮਜੀਠੀਆ ਜੀ ਦੇ ਨਾਲ ਉਹਨਾਂ ਦੇ ਭੈਣ ਜੀ ਹੋਰੀ ਉਹ ਰਾਜਪਾਲ ਸਾਹਿਬ ਕੋਲ ਜਾਂਦੇ ਆ, ਫਿਰ ਇਹ ਗੱਲ ਚੱਲਦੀ ਹੈ। ਹੁਣ ਲੱਗਦਾ ਵੀ ਇਹ ਜਿਹੜੀ ਚੀਜ਼ ਹੈ ਇੱਕ ਤਰ੍ਹਾਂ ਨਾਲ ਉਹਨਾਂ ਨੇ ਆਪਣੇ ਵੱਲੋਂ ਰੱਖਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਕੱਲ੍ਹ ਨੂੰ ਕੁਝ ਵੀ ਨੁਕਸਾਨ ਹੁੰਦਾ, ਜਿੱਦਾਂ 2-3 ਸ਼ੰਕੇ ਉਹਨਾਂ ਨੇ ਜ਼ਾਹਰ ਕੀਤੇ ਵੀ ਉਹਨਾਂ ਦਾ ਜਾਨੀ ਨੁਕਸਾਨ ਹੁੰਦਾ ਜਾਂ ਉਹਨਾਂ ਦੇ ਉੱਪਰ ਕੋਈ ਕੇਸ ਹੋਰ ਬਣਦਾ, ਤੇ ਉਹ ਸਾਰੇ ਕੁਛ ਲਈ ਜ਼ਿੰਮੇਵਾਰ ਸ਼ਖਸ ਜਿਹੜਾ ਉਹਨਾਂ ਨੇ ਹਰਪ੍ਰੀਤ ਸਿੱਧੂ ਹੋਰਾਂ ਨੂੰ ਠਹਿਰਾਇਆ। ਮੰਗ ਉਹਨਾਂ ਦੀ ਇਹੀ ਹੈ ਵੀ ਉਹਨਾਂ ਨੂੰ ਇਸ ਕੇਸ ਤੋਂ ਲਾਂਭੇ ਕੀਤਾ ਜਾਵੇ। ਹੁਣ ਇਹ ਮੇਰੇ ਖਿਆਲ ਨਾਲ ਵਿੱਚੋਂ ਜੋ ਕੰਮ ਇੱਕ ਵਾਰ ਰੁਕ ਗਿਆ ਸੀਗਾ, ਹੁਣ ਇੱਕ ਵਾਰ ਦੁਬਾਰਾ ਇਹ ਗੱਲ ਚੱਲੀ ਆ, ਕਿਉਂਕਿ ਇਹਦੇ ਵਿੱਚ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਨਾ ਵੀ ਉਸੇ ਜੇਲ੍ਹ ਦੇ 2-3 ਵਾਰ ਸੁਪਰਡੈਂਟ ਵੀ ਚੇਂਜ ਕੀਤੇ ਗਏ ਜੀ। ਇਹ ਸਾਰਾ ਕੁਝ ਇਸੇ ਕਰਕੇ ਕਰਾਇਆ ਜਾ ਰਿਹਾ ਵੀ ਤਾਂ ਜੋ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੰਗ ਪਰੇਸ਼ਾਨ ਕਰਨਾ। ਹੁਣ ਦੇਖੋ
ਇਹ ਜਿਹੜੀ ਚੀਜ਼ ਆ ਮੇਰੇ ਖਿਆਲ ਨਾਲ ਗਵਰਨਰ ਸਾਹਿਬ ਕੀ ਫੈਸਲਾ ਲੈਂਦੇ ਆ, ਮੁੱਖ ਮੰਤਰੀ ਸਾਹਿਬ ਕੀ ਫੈਸਲਾ ਲੈਂਦਾ, ਉਹ 'ਤੇ ਪਤਾ ਲੱਗਣਾ ਵੀ ਉਹਨਾਂ ਦਾ ਇਸ ਚਿੱਠੀ ਨਾਲ ਕੋਈ ਗੱਲ ਬਣਦੀ ਹੈ। ਜਿਵੇਂ ਵੀ ਹੋ ਸਕਦਾ ਵੀ ਪੰਜਾਬ ਸਰਕਾਰ ਜਾਂ ਜੇਲ੍ਹਾਂ ਵਾਲੇ ਮੰਤਰੀ ਸਾਹਿਬ ਜਿਹੜੇ ਨੇ ਉਹ ਇਹ ਸਾਰੇ ਕੁਝ ਦਾ ਸਪਸ਼ਟੀਕਰਨ ਦੇਣ ਵੀ ਜੋ ਇਲਜ਼ਾਮ ਲੱਗੇ ਨੇ ਜਾਂ ਕਿਹਾ ਜਾ ਰਿਹਾ ਉਹਦੇ 'ਚ ਕਿੰਨਾ ਕੁ ਸੱਚ ਕਿੰਨਾ ਕੁ ਝੂਠ ਆ। ਦੇਖੋ, ਪੱਤਰਕਾਰਾਂ ਨੇ ਨਾ ਉੱਥੇ ਇੱਕ ਸਵਾਲ ਕੀਤਾ ਸੀ, ਕਹਿੰਦੇ ਜੀ ਫਿਰ ਤੁਸੀਂ ਇਸ ਮਾਮਲੇ ਨੂੰ ਲੈ ਕੇ ਕੋਰਟ ਜਾਓਗੇ, ਵਕੀਲ ਸਾਹਿਬ ਵੀ ਨਾਲ ਹੀ ਸੀ, ਉਹਨਾਂ ਦੇ ਅਦਾਲਤ ਜਾਓਗੇ। ਉਹ ਕਹਿੰਦੇ ਜੀ ਅਦਾਲਤ ਦੇ ਵਿੱਚ ਤਾਂ ਅਸੀਂ ਗਏ ਹੋਏ ਹਾਂ ਪਹਿਲਾਂ, ਕਿਉਂਕਿ ਅਦਾਲਤ ਦੇ ਵਿੱਚ ਉਹਨਾਂ ਦੀ ਸੁਰੱਖਿਆ ਨਾਲ ਸੰਬੰਧਿਤ ਉਹਨਾਂ ਦੀ ਬੈਰਕ ਤਬਦੀਲ ਕਰਨ ਸੰਬੰਧੀ ਪਹਿਲਾਂ ਵੀ ਪਟੀਸ਼ਨਾਂ ਪਈਆਂ ਸੀ, ਤੇ ਉਹਦੇ ਵਿੱਚ ਸਰਕਾਰ ਦੇ ਅਫਸਰਾਂ ਨੇ ਆਪਣੇ ਵੱਲੋਂ ਜਵਾਬ ਦੇ ਦਿੱਤਾ ਸੀ, ਕੋਈ ਬਹੁਤਾ ਕੁਝ ਕੱਢਣ ਪਾਉਣ ਨੂੰ ਵਿੱਚੋਂ ਮਿਲਿਆ ਨਹੀਂ ਸੀ। ਹਾਂ, ਸਿਕਿਉਰਿਟੀ ਉਹਨਾਂ ਦੀ ਪੁਖਤਾ ਹੋਣੀ ਚਾਹੀਦੀ ਹੈ ਸੰਧਾਲੀਆ ਸਾਹਿਬ, ਕਿਉਂਕਿ ਜਿੱਦਾਂ ਦੇ ਹਾਲਾਤ ਬਣੇ ਆ ਜੇਲ੍ਹ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੇਅਦਬੀ ਵਾਲਾ ਮਸਲਾ ਸੀ ਉਹਦੇ ਨਾਲ ਸੰਬੰਧਿਤ ਇੱਕ ਬੰਦੇ ਦਾ ਜੇਲ੍ਹ 'ਚ ਕਤਲ ਹੋਇਆ, ਤੁਹਾਨੂੰ ਯਾਦ ਹੋਣਾ। ਇਹਦੇ ਤੋਂ ਪਹਿਲਾਂ ਗੁਰਦਾਸਪੁਰ ਵਾਲੇ ਪਾਸੇ ਇੱਕ ਜੇਲ੍ਹ ਦੇ ਵਿੱਚ ਦੋ ਨੌਜਵਾਨਾਂ ਨੇ ਮੇਰੇ ਖਿਆਲ ਪੂਲੇ ਹੋਰਾਂ ਦਾ ਵੀ ਕਤਲ ਜੇਲ੍ਹ 'ਚ ਕੀਤਾ ਸੀ। ਬਹੁਤ ਕੁਝ ਜੇਲ੍ਹਾਂ 'ਚ ਹੁੰਦਾ ਰਹਿੰਦਾ, ਬਹੁਤ ਸਾਰਾ ਸਮਾਨ ਜੇਲ੍ਹਾਂ ਦੇ ਵਿੱਚ ਇਦਾਂ ਦਾ ਜਾਂਦਾ ਰਹਿੰਦਾ ਜਿਹੜਾ ਕਿ ਬਿਲਕੁਲ ਨਹੀਂ ਜਾਣਾ ਚਾਹੀਦਾ। ਇਸ ਕਰਕੇ ਸੁਰੱਖਿਆ ਤਾਂ ਉਹਨਾਂ ਦੀ ਪੁਖਤਾ ਚਾਹੀਦੀ ਹੈ। ਬਾਕੀ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਨਿਯੁਕਤੀ ਕੀ ਕਾਨੂੰਨ ਦੇ ਮੁਤਾਬਕ ਹੋਈ ਹੈ ਨਹੀਂ ਹੋਈ ਹੈ, ਕਿ ਉਹਨਾਂ ਨੂੰ ਇਸ ਮੁੱਦੇ ਦੇ ਆਧਾਰ ਦੇ ਉੱਤੇ ਪਰੇ ਕੀਤਾ ਜਾ ਸਕਦਾ, ਇਹ ਦੇਖਣਾ ਪਊਗਾ। ਬਿਲਕੁਲ ਸਹੀ। ਅਕਾਲੀ ਦਲ ਦੀ ਗੱਲ ਚੱਲੀ ਆ ਤੇ ਅਕਾਲੀ ਦਲ ਨੇ ਪਹਿਲ ਕੀਤੀ ਸੀ ਉਦੋਂ, ਕਿਉਂਕਿ ਜਥੇਦਾਰ ਸਾਹਿਬ ਨੇ ਕਿਹਾ ਸੀ ਵੀ ਜਿਹੜੇ ਬੰਦੀ ਸਿੰਘ ਨੇ ਜੀ ਉਹਨਾਂ ਦੀ ਰਿਹਾਈ ਬਾਰੇ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ, ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰੀ ਤੁਰੇ, ਫਿਰ ਉਹਨਾਂ ਨੇ ਸੁਨੇਹਾ ਦਿੱਤਾ, ਫਿਰ ਸ਼੍ਰੋਮਣੀ ਅਕਾਲੀ ਦਲ ਤੁਰਿਆ, ਫਿਰ ਉਹਨਾਂ ਨੇ ਕਿਹਾ ਵੀ ਸਾਰੇ ਇਕੱਠੇ ਹੋ। ਪਿਛਲੇ ਦਿਨ ਇਕੱਠੇ ਵੀ ਹੋਏ, ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੁਲਾਕਾਤ ਹੋਈ, ਮੀਟਿੰਗ ਹੋਈ। ਉਸ ਤੋਂ ਬਾਅਦ ਮੈਂਬਰਾਂ ਨੇ ਕਮੇਟੀ ਬਣਾ ਲਈ, ਫਿਰ ਕਮੇਟੀ ਕਹਿੰਦੇ ਸੀ ਵੀ ਜਾ ਕੇ ਮੁਲਾਕਾਤ ਕਰੂਗੀ ਪ੍ਰਧਾਨ ਮੰਤਰੀ ਸਾਹਿਬ ਨਾਲ, ਗ੍ਰਹਿ ਮੰਤਰੀ ਸਾਹਿਬ ਨਾਲ, ਤਾਂ ਜੋ ਸਮਾਂ ਲੈ ਕੇ ਤੇ ਉੱਥੇ ਦੱਸਿਆ ਜਾਵੇ ਵੀ ਆਹ ਉਹ ਸ਼ਖਸ ਨੇ ਜੀ, ਆਹ ਉਹ ਸਿੱਖ ਨੇ, ਇਹਨਾਂ ਦੀ ਐਸ ਮਾਮਲੇ 'ਚ ਇੰਨੀ ਸਜ਼ਾ ਸੀ, ਸਜ਼ਾ ਇਹਨਾਂ ਨੇ ਪੂਰੀ ਕਰ ਲਈ, ਉਹਦੇ ਬਾਵਜੂਦ ਵੀ ਛੱਡਿਆ ਨਹੀਂ ਜਾ ਰਿਹਾ। ਮੇਰਾ ਖਿਆਲ ਉਹਨਾਂ ਪਰਿਵਾਰਾਂ ਨੂੰ ਵਾਹਵਾ ਆਸ ਉਮੀਦ ਬੱਝੀ ਸੀਗੀ, ਐਂਡ ਬਹੁਤਾ ਕਰਕੇ ਸਮੁੱਚੀ ਸਿੱਖ ਕਮਿਊਨਿਟੀ ਨੂੰ ਆਸ ਉਮੀਦ ਬੱਝੀ ਸੀ ਵੀ ਚਲੋ ਯਾਰ ਹੈ ਤਾਂ ਭਾਵੇਂ ਵੱਖ-ਵੱਖ ਪਾਰਟੀਆਂ ਦੇ, ਵੇਲੇ ਕੁ ਵੇਲੇ ਸਿਆਸਤ ਦਾ ਕਰਕੇ ਇੱਕ ਦੂਜੇ ਦੇ ਖਿਲਾਫ ਤੱਤੇ ਠੰਡੇ ਬਿਆਨ ਵੀ ਦਿੰਦੇ ਆ, ਪਰ ਚਲੋ ਜੇ ਇਕੱਠੇ ਹੋ ਕੇ ਤੁਰੇ ਆ ਤੇ ਸ਼ਾਇਦ ਕੋਈ ਗੱਲ ਬਣੇ। ਪਰ ਹੁਣ ਸੁਣ 'ਚ ਆਇਆ ਵੀ ਉਹ ਸਾਹਮਣੇ ਵਾਲੇ ਪਾਸਿਓਂ ਕੋਈ ਟਾਈਮ ਮਿਲਿਆ ਨਹੀਂ ਮੁਲਾਕਾਤ ਦਾ। ਦੇਖੋ ਸੰਧਾਲੀਆ ਸਾਹਿਬ, ਉਦੋਂ ਇਹ ਚਰਚਾ ਚੱਲਦੀ ਸੀ ਕਿ ਜੇ ਤਾਂ ਸਿਆਸੀ ਮਫਾਦਾਂ ਨੂੰ ਲਾਂਭੇ ਰੱਖ ਕੇ ਇਕੱਠੇ ਹੋਏ ਆ, ਕੁਝ ਹੋ ਵੀ ਸਕਦਾ। ਜੇ ਇਸ ਕਰਕੇ ਇਕੱਠੇ ਹੋਇਆ ਕਿ ਭਾਈ ਹਾਲਤ ਸਿਆਸੀ ਤੌਰ ਤੇ ਪਤਲੀ ਹੈ, ਸੰਭਾਵਨਾ ਘੱਟ ਹੈ। ਜੇ ਇਸ ਕਰਕੇ ਇਕੱਠੇ ਹੋਏ ਕਿ ਭਾਈ ਹੁਣ ਕੱਲਿਆਂ ਦਾ ਸਰਦਾ ਨਹੀਂ, ਤਾਂ ਵੀ ਇਹਦਾ ਮਤਲਬ ਹੈ ਕਿ ਕੋਈ ਨਿਰਪੱਖ ਵਿਚਾਰ ਨਹੀਂ। ਪਰ ਆਪਾਂ ਕਿਸੇ ਦੇ ਉੱਤੇ ਸ਼ੱਕ ਨਹੀਂ ਕਰਦੇ। ਜਿਸ ਤਰੀਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਕਹਿਣ ਦੇ ਉੱਤੇ ਐਸਜੀਪੀਸੀ ਨੇ ਉਪਰਾਲਾ ਕੀਤਾ, ਸਾਰੇ ਜਣੇ ਇਕੱਠੇ ਹੋ ਗਏ, ਨਾ ਵੀ ਆਉਂਦੀ ਕਿਸੇ ਨੇ ਲੱਤ ਥੋੜੀ ਬੰਨ ਲੈਣੀ ਸੀ। ਅੱਗੇ ਬੜੇ ਮੁੱਦੇ ਆਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੱਕ ਦਾ ਮੁੱਦਾ ਆਇਆ, ਉਦੋਂ ਨਾ ਇਕੱਠੇ ਹੋਏ, ਪਰ ਹੁਣ ਹੋ ਗਿਆ ਸੀ। ਲੋਕਾਂ ਨੂੰ ਲੱਗਾ ਕਿ ਹੋ ਸਕਦਾ ਕਿ ਭਾਈ ਇਤਿਹਾਸਕ ਮੌਕੇ ਹੋਏ, ਕੁਝ ਵੀ ਤਬਦੀਲੀਆਂ ਹੁੰਦੀਆਂ ਰਹਿੰਦੀਆਂ। ਪਰ ਇਹ ਕਮੇਟੀ ਜਿਹੜੀ ਕਿ ਪਹਿਲਾਂ ਮੇਰੇ ਖਿਆਲ 9 ਮੈਂਬਰੀ ਸੀ, ਬਾਅਦ 'ਚ 11 ਮੈਂਬਰੀ ਹੋਈ ਜਾਂ 13 ਹੋਈ, ਉਸ ਕਮੇਟੀ ਦੀਆਂ ਸੰਭਾਵਨਾਵਾਂ ਦੇ ਉੱਤੇ ਸਭ ਤੋਂ ਪਹਿਲਾ ਜਿਹੜਾ ਉਹ ਮਾੜਾ ਪ੍ਰਭਾਵ ਉਦੋਂ ਪਿਆ ਸੀ ਜਦੋਂ ਦੋ ਲੀਡਰਾਂ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਸੀ ਕਮੇਟੀ ਦੇ ਮੈਂਬਰਾਂ ਨੇ। ਭਾਈ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਵੀ, ਹਰਮੀਤ ਸਿੰਘ ਕਾਲਕਾ ਹੋਰਾਂ ਨੇ ਵੀ ਇਤਰਾਜ਼ ਪ੍ਰਗਟ ਕੀਤਾ ਸੀ। ਇੱਕ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਲਾਂਭੇ ਕੀਤਾ ਜਾਵੇ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਨੇ। ਦੂਸਰਾ, ਅਵਤਾਰ ਸਿੰਘ ਹਿੱਤ ਹੋਰੀ, ਉਹਨਾਂ ਨੂੰ ਵੀ ਲਾਂਭੇ ਕਰਨ ਦੀ ਮੰਗ ਕੀਤੀ ਸੀ ਕਿ ਭਾਈ ਜਥੇਦਾਰ ਸਾਹਿਬ ਜਾਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ, ਇਹ ਦੋ ਬੰਦੇ ਕਮੇਟੀ 'ਚੋਂ ਲਾਂਭੇ ਕਰਦਾ, ਸਾਨੂੰ ਇਤਰਾਜ਼ ਹੈ। ਉਦੋਂ ਹੀ ਪਤਾ ਲੱਗ ਗਿਆ ਸੀ ਜੇ ਦੋ ਬੰਦੇ ਵੀ ਇਤਰਾਜ਼ ਕਰਦੇ ਆ ਤਾਂ ਕਮੇਟੀ ਦੇ 11 ਦੇ ਵਿੱਚੋਂ ਫਿਰ ਉਹ 15% ਬਣਦੇ ਆ। ਹੁਣ 15-16% ਬੰਦੇ ਜੇ ਇਤਰਾਜ਼ ਕਰਦੇ ਆ, ਇਹਦਾ ਮਤਲਬ ਸੀ ਕਿ ਇੱਕ ਮੁੱਠ ਹੋ ਕੇ ਚੱਲਣਾ ਥੋੜਾ ਜਿਹਾ ਔਖਾ ਹੋ ਜੂ। ਉਹਨਾਂ ਨੇ ਇਲਜ਼ਾਮ ਇਹ ਲਾਤੇ ਸੀ ਕਿ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਕਿ ਨਹੀਂ ਸੇਕਣੀਆਂ, ਸਾਨੂੰ ਇਸ ਗੱਲ ਦਾ ਨਹੀਂ ਪਤਾ। ਪਰ ਹੁਣ ਚਲੋ ਕਮੇਟੀ ਨੇ ਫੈਸਲਾ ਕਰ ਲਿਆ ਸੀ। ਉਹਨਾਂ ਨੇ ਕਿਹਾ ਸੀ ਕਰਨਾਟਕ ਦੇ ਮੁੱਖ ਮੰਤਰੀ ਨੂੰ ਮਿਲਣਗੇ 15 ਦਿਨਾਂ 'ਚ, ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰੂਗੀ ਕਮੇਟੀ 15 ਦਿਨਾਂ 'ਚ, ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੇ ਗ੍ਰਹਿ ਮੰਤਰੀ ਜਾਨੀ ਕਿ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਸਾਹਿਬ ਦੇ ਨਾਲ ਮੁਲਾਕਾਤ ਕਰੂਗੀ ਕਮੇਟੀ 15 ਦਿਨਾਂ 'ਚ। ਕਮੇਟੀ ਨੇ ਉਸੇ ਵੇਲੇ ਚਿੱਠੀਆਂ ਪਾਤੀਆਂ ਕਿ ਭਾਈ ਤੁਹਾਨੂੰ ਮਿਲਣਾ ਹੈ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਾਹਿਬ ਨੂੰ, ਪਰ ਉਹਨਾਂ ਦਾ ਕੋਈ ਜਵਾਬ ਹੀ ਨਹੀਂ ਆਇਆ। ਦਿਨ ਮਿਲੇ ਆ 15 ਹੋਰ ਵੀ ਦੇ ਦੇਣਗੇ, ਪਰ ਜੇ ਜਵਾਬ ਹੀ ਨਹੀਂ ਆਉਂਦਾ, ਜੇ ਉਹ ਅਹਿਮੀਅਤ ਨਹੀਂ ਦਿੰਦੇ, ਜੇ ਉਹਨਾਂ ਦੇ ਕੋਲੇ ਸਮਾਂ ਨਹੀਂ, ਤਾਂ ਸੰਧਾਲੀਆ ਸਾਹਿਬ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਿਨਾਂ, ਕੇਂਦਰ ਸਰਕਾਰ ਦੇ ਫੈਸਲੇ ਤੋਂ ਬਿਨਾਂ ਉਹ ਬੰਦੇ ਛੁੱਟ ਨਹੀਂ ਸਕਣੇ। ਤੇ ਜੇ ਆਹੀ ਕੁਛ ਰਿਹਾ ਕਿ ਭਾਈ ਪ੍ਰਧਾਨ ਮੰਤਰੀ ਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਸਮਾਂ ਹੀ ਨਾ ਦਿੱਤਾ, ਫਿਰ ਮੁੱਖ ਮੰਤਰੀਆਂ ਨੂੰ ਮਿਲਣ ਦਾ ਸ਼ਾਇਦ ਭਾਵੇਂ ਉਹ ਕਰਨਾਟਕ ਵਾਲੇ ਆ ਤੇ ਭਾਵੇਂ ਦਿੱਲੀ ਵਾਲੇ ਸ਼ਾਇਦ ਬਹੁਤਾ ਫਾਇਦਾ ਨਾ ਹੋਵੇ। ਇਹਦਾ ਮਤਲਬ ਹੈ ਕਿ ਆ ਜਿਹੜੀ ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਹੋਣ ਜਾ ਰਹੀ ਹੈ, ਕਿਉਂਕਿ ਮਾਨ ਸਾਹਿਬ ਵੀ ਮੈਂਬਰ ਤੇ ਬਾਦਲ ਸਾਹਿਬ ਵੀ ਮੈਂਬਰ, ਉਹਦੇ ਵਿੱਚ ਮੁਲਾਕਾਤ ਵੀ ਪਿਛਲੇ ਦਿਨ ਹੀ ਹੋਈ ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਵੀ ਪਿਛਲੇ ਦਿਨ ਹੀ ਕਹਿਤਾ ਸੀ ਕਿ ਭਾਈ ਜੇ ਸੱਚੀ ਬੰਦੀ ਸਿੰਘਾਂ ਦੇ ਹੱਕ ਚੋਂ
ਤਾਂ ਦਮਦਮੀ ਟਕਸਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਦੇ ਪ੍ਰਧਾਨ ਬਦਲ ਦਿਓ। ਉਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਜੀ ਮੈਨੂੰ ਬਿਠਾਉਣ ਆਏ ਸੀ, ਮੇਰੇ ਨਾਲ ਸਲਾਹ ਕਰਨ ਥੋੜ੍ਹੀ ਆਏ ਸੀ। ਉਹ ਆਪਸ ਦੇ ਵਿੱਚ ਕਮੇਟੀ ਮੈਂਬਰਾਂ ਦਾ ਜਿੰਨਾ ਗੈਪ ਵਧੀ ਜਾਂਦਾ ਹੈ, ਜਿੰਨੀ ਆਪਸ ਵਿੱਚ ਬਿੱਥ ਵਧੀ ਜਾਂਦੀ ਹੈ, ਉਹਦੇ ਨਾਲ ਲੱਗਦਾ ਨਹੀਂ ਕਿ ਬਹੁਤ ਲੰਬਾ ਸਮਾਂ ਇਹ ਕੰਮ ਚੱਲ ਸਕੂਗਾ। ਅੱਜ ਦਾ ਦਿਨ ਹੈ ਕਿਉਂਕਿ ਅੱਜ 9 ਤਰੀਕ ਹੈ ਕਾਗਜ਼ ਵਾਪਸ ਲੈਣ ਦਾ, ਤੇ ਮੇਰੇ ਖਿਆਲ ਨਾਲ ਪਿਛਲੇ ਦਿਨੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤੇ ਉਹ ਰਾਜਵਾਨਾ ਸਾਹਿਬ ਦੇ ਭੈਣ ਜੀ ਹੋਰਾਂ ਨੇ ਵੀ ਅਪੀਲ ਕੀਤੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਜੀ ਕਿ ਵੀ ਤੁਸੀਂ ਕਾਗਜ਼ ਆਪਣੇ ਵਾਪਸ ਲੈ ਕੇ ਤੇ ਹਮਾਇਤ ਕਰੋ ਤਾਂ ਜੋ ਆਪਾਂ ਇਕੱਠੇ ਹੋ ਕੇ ਇਲੈਕਸ਼ਨ ਲੜੀਏ। ਤੇ ਅੱਜ ਦੇ ਦਿਨ ਦੇ ਵਿੱਚ ਮੇਰੇ ਖਿਆਲ ਨਾਲ ਜੇ ਉਹ ਵਾਪਸ ਲੈ ਲੈਂਦੇ ਆ ਕਾਗਜ਼ ਤੇ ਹੋ ਸਕਦਾ ਕਿ ਉਹ ਵੀ ਉਹ ਪਿਛਲੇ ਦਿਨੀ ਜਿਹੜੀ ਇੱਕ ਅਪੀਲ ਸੀ ਉਹ ਮੰਨ ਲਈ ਜਾਵੇ, ਜਾਂ ਜਿੱਦਾਂ ਜੇ ਕਮੇਟੀ ਮੈਂਬਰ ਨੇ ਤੇ ਥੋੜ੍ਹੀ ਜਿਹੀ ਏਕੇ ਦੀ ਗੱਲ ਚੱਲੇ, ਤੇ ਜੇ ਨਹੀਂ ਉਹ ਦੋਵੇਂ ਧਿਰਾਂ ਆਪੋ ਆਪਣੀ ਥਾਂ ਦੇ ਉੱਪਰ ਸਟੈਂਡ 'ਚ ਰਹਿੰਦੀਆਂ ਨੇ ਵੀ ਹਾਂਜੀ ਅਸੀਂ ਵੀ ਆਪਣੀ ਥਾਂ ਤੇ ਸਹੀ ਹਾਂ, ਉਹ ਇਹਨਾਂ ਨੂੰ ਕਰਨਾ ਚਾਹੀਦਾ, ਉਹ ਕਹਿਣ ਵੀ ਅਸੀਂ ਆਪਣੀ ਥਾਂ ਤੇ ਸਹੀ ਹਾਂ ਇਹਨਾਂ ਨੂੰ ਕਰਨਾ ਚਾਹੀਦਾ, ਤੇ ਫਿਰ ਇਹ ਗੱਲ ਤੇ ਪੱਕੀ ਆ ਵੀ ਜੋ ਉਧਰਲੇ 15 ਦਿਨ ਤੇ ਦੂਰ ਰਹਿ ਗਏ, ਇੱਧਰ 23 ਤੱਕ ਤਾਂ ਇੱਧਰ ਨੂੰ ਟਾਈਮ ਨਹੀਂ ਲੱਗਣਾ, ਕਿਉਂਕਿ ਜੇ ਇਲੈਕਸ਼ਨ ਆ ਤੇ ਇਲੈਕਸ਼ਨ ਤੇ ਲੜਨੀ ਪੈਣੀ ਆ ਨਾ। ਤੇ ਜੇ ਇਲੈਕਸ਼ਨ ਉਹ ਧਿਰਾਂ ਲੜਨਗੀਆਂ ਜਿਹਦੇ ਵਿੱਚੋਂ ਅੱਧੀਆਂ ਧਿਰਾਂ ਉਹਨਾਂ 'ਚੋਂ ਇੱਕ ਬੰਦੇ ਦੀ ਸਪੋਰਟ ਕਰਨਗੀਆਂ, ਅੱਧੀਆਂ ਧਿਰਾਂ ਇੱਕ 'ਚੋਂ ਦੂਸਰੇ ਬੰਦੇ ਦੀ ਸਪੋਰਟ ਕਰਨਗੀਆਂ, ਤੇ ਫਿਰ ਜਿਹੜੀ ਕਮੇਟੀ ਅਜੇ ਚੰਦ ਦਿਨ ਪਹਿਲਾਂ ਬਣੀ ਸੀ ਉਹਦਾ ਹੁਣ ਦਾ ਤੇ ਆਉਂਦੇ ਚੰਦ ਦਿਨਾਂ ਤੱਕ ਦਾ ਭਵਿੱਖ ਕੀ ਹੋਊਗਾ ਆਪਾਂ ਆਪ ਅੰਦਾਜ਼ਾ ਲਾ ਸਕਦੇ ਹਾਂ। ਨਹੀਂ, ਮੁਸ਼ਕਲ ਹੋ ਜਾਣਾ। ਬਾਕੀ ਸੰਧਾਲੀਆ ਸਾਹਿਬ ਪ੍ਰਚਾਰ ਦੇ ਵਿੱਚ ਫਿਰ ਜਦੋਂ ਤੁਸੀਂ ਇੱਕ ਦੂਜੇ ਦੇ ਖਿਲਾਫ ਖੜੇ ਹੁੰਦੇ ਹੋ, ਕਮੇਟੀ 'ਚ ਇੱਕ ਥਾਂ ਹੋ, ਊਂ ਤੁਸੀਂ ਖਿਲਾਫ ਖੜੇ ਹੋ, ਮੁੱਦਾ ਦੋਨਾਂ ਧਿਰਾਂ ਦਾ ਪੰਥਕ ਹੈ, ਅਕਾਲੀ ਦਲ ਬਾਦਲ ਦਾ ਵੀ, ਅਕਾਲੀ ਦਲ ਅੰਮ੍ਰਿਤਸਰ ਦਾ ਵੀ, ਮੁੱਦਾ ਦੋਨੇ ਹੀ ਧਿਰਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲਦੀਆਂ। ਤੇ ਜਦੋਂ ਇੱਕੋ ਤਰ੍ਹਾਂ ਦੇ ਮੁੱਦੇ ਆ ਪਰ ਤੁਸੀਂ ਇੱਕ ਦੂਜੇ ਦੇ ਖਿਲਾਫ ਚੋਣ ਲੜਦੇ ਆ, ਫਿਰ ਪ੍ਰਚਾਰ 'ਚ ਕਈ ਕੁਛ ਕਹਿ ਹੋ ਜਾਂਦਾ ਹੁੰਦਾ। ਤੇ ਜੇ ਪ੍ਰਚਾਰ ਦੇ ਵਿੱਚ ਕਈ ਕੁਛ ਕਹਿ ਹੋ ਗਿਆ ਫਿਰ ਕਮੇਟੀ ਕਿਤੇ ਪੁਰਾਣੀਆਂ ਕਮੇਟੀਆਂ ਵਾਂਗੂ ਹੀ ਨਾ ਹੋ ਕੇ ਰਹਿ ਜਾਵੇ, ਇਹ ਵੱਡੀ ਗੱਲ ਹੈ। ਨਹੀਂ, ਬਹੁਤ ਵੱਡੀ ਗੱਲ ਆ। ਦੂਜੀ ਗੱਲ ਇਹ ਆ WhatsApp ਵੀ ਅੱਜ ਦੀਆਂ ਅਖਬਾਰਾਂ 'ਚ ਮੇਰੇ ਖਿਆਲ ਨਾਲ ਆ ਗਿਆ ਹੋਵੇ ਤੇ ਚਰਚਾ ਵੀ ਵਾਹਵਾ ਚੱਲੀ ਹੈ, ਕਿਉਂਕਿ ਪਿਛਲੇ ਦਿਨੀ MSP ਦਾ ਗੱਲ ਸੀ ਨਾ ਵੀ MSP ਦਾ ਕੁਛ ਕਰੇ ਸਰਕਾਰ। 23 ਫਸਲਾਂ ਤੇ MSP ਸੀ, 23 ਦੇ ਵਿੱਚ ਹੁਣ ਗਾਂ ਸੌਣੇ ਵਾਲੀਆਂ 14, ਉਹਨਾਂ ਦੇ ਉੱਪਰ ਫਿਰ MSP ਜਿਹੜੀ ਇੰਪਰੂਵ ਕਰਕੇ 4% ਤੋਂ 9% ਦਾ ਵਾਧਾ ਹਰੇਕ ਫਸਲ ਦੇ ਵਿੱਚ ਉਹਨਾਂ ਨੇ ਪਾ ਕੇ ਆਪਣੇ ਵੱਲੋਂ ਤੇ ਉਹਦਾ ਰੇਟ ਜਿਹੜਾ ਵਧਾਤਾ। ਖਾਸ ਕਰਕੇ ਹੁਣ ਝੋਨਾ ਹੋਣਾ, ਝੋਨੇ 'ਚ ਉਹਨਾਂ ਨੇ 100 ਰੁਪਈਆ ਕੁਆਂਟਲ ਪਿੱਛੇ ਪਾ ਦਿੱਤਾ ਜੀ। ਇਹ ਤੇ ਹੋ ਗਈ ਵੱਡੀ ਗੱਲ। ਪਲੱਸ ਹੋਰ ਜਿਹੜੀਆਂ ਫਸਲਾਂ ਨੇ ਕਿਸੇ ਦੇ ਵਿੱਚ 100 ਦਾ ਵਾਧਾ, ਕਿਸੇ 'ਚ 200 ਦਾ। ਮੂੰਗੀ 'ਚ ਮੈਂ ਵਾਧਾ ਦੇਖਦਾ ਸੀ 480 ਰੁਪਈਆ ਦਾ ਵਾਧਾ ਉਹਦੇ ਰੇਟ 'ਚ ਹੈ। ਹੁਣ ਜੇ 7275 ਪਹਿਲਾਂ ਸੀ, 480 ਉਹਦੇ 'ਚ ਹੋਰ ਪੈ ਗਏ, 7700 ਸਮਥਿੰਗ ਦੇ ਲਾਗੇ ਬੰਨੇ ਪਹੁੰਚ ਗਿਆ। ਸੋ ਜੇ MSP ਸਰਕਾਰ ਨੇ ਵਧਾਈ ਆ ਤੇ MSP ਜੇ ਵਾਕਈ ਮਿਲਣ ਲੱਗ ਜਾਵੇ, ਕਿਉਂਕਿ ਪਿਛਲੇ ਦਿਨ ਹੀ ਮੇਰੇ ਖਿਆਲ ਨਾਲ ਉਹ ਵੀ ਗੱਲ ਕਲੀਅਰ ਹੋ ਗਈ ਵੀ ਕੇਂਦਰ ਸਰਕਾਰ ਨੇ ਕਹਿਤੀ ਸੀ MSP ਦਿੰਨੇ ਅਸੀਂ ਚੱਕਾਂਗੇ, ਤੇ ਕਿਤੇ ਨਾ ਕਿਤੇ ਉਹ ਜਿਹੜੀ ਬੜੀ ਦੇਰ ਤੋਂ ਮੰਗ ਉੱਠਦੀ ਸੀ ਵੀ ਯਾਰ ਕਣਕ ਝੋਨੇ 'ਚੋਂ ਕੱਢ ਕੇ ਕੋਈ ਹੋਰ ਨਾ ਫਸਲਾਂ ਵਾਲੇ ਪਾਸੇ ਤੁਰ ਪਈਏ, ਸ਼ਾਇਦ ਗੱਲ ਬਣ ਜੇ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਇਹ ਵਧੀਆ ਹੋਇਆ ਕਿ ਮੱਕੀ ਦਾ ਭਾਅ ਵੀ 92 ਰੁਪਏ ਪ੍ਰਤੀ ਕੁਇੰਟਲ ਵਧਿਆ, 100 ਰੁਪਈਆ ਪ੍ਰਤੀ ਕੁਇੰਟਲ ਝੋਨਾ ਵਧਿਆ, 400 ਤੋਂ ਉੱਪਰ ਤੁਸੀਂ ਦੱਸਿਆ ਕਿ ਮੂੰਗੀ ਦਾ ਭਾਅ ਵਧਿਆ। ਵਧਣਾ ਚਾਹੀਦਾ ਕਿਉਂਕਿ ਖਰਚ ਵੱਧਦਾ। ਡੀਜ਼ਲ ਪੈਟਰੋਲ ਦੀਆਂ ਕੀਮਤਾਂ ਕਿੰਨੀਆਂ ਵੱਧ ਗਈਆਂ, ਰਸੋਈ ਗੈਸ ਦੀਆਂ ਕਿੰਨੀਆਂ ਵੱਧ ਗਈਆਂ, ਖਾਦਾਂ ਖੂਦਾਂ ਵੀ ਮਹਿੰਗੀਆਂ ਹੋ ਗਈਆਂ। ਜੇ ਆਪਾਂ ਕਹੀਏ ਕਿ ਇੰਨੇ ਕੁ ਰੁਪਈਏ ਵਧਾਉਣ ਨਾਲ ਕਿਸਾਨ ਨੂੰ ਕੁਝ ਬਚਣਾ ਨਹੀਂ, ਪਰ ਉਹ ਘਾਟੇ ਜਿਹਾਂ ਨੂੰ ਬਚ ਜਾਊਗਾ, ਉਹਦੇ ਪੱਲੇ ਨਹੀਂ ਕੱਖ ਵੀ ਪੈਣਾ। ਪਰ ਜੇ ਇੰਨਾ ਵੀ ਨਾ ਵੱਧਦਾ ਤਾਂ ਫਿਰ ਪੱਲਿਓਂ ਜਾਣਾ ਸੀ। ਇਸ ਕਰਕੇ ਥੋੜ੍ਹਾ ਜਿਹਾ ਇਸ ਪੱਖੋਂ ਬਚਾ ਰਹੂਗਾ। ਪਰ ਦੂਸਰੀ ਗੱਲ, ਇਹ ਮਿਨੀਮਮ ਸਪੋਰਟ ਪ੍ਰਾਈਸ ਹੈ। ਹੁਣ ਮੂੰਗੀ ਤਾਂ ਕਿਸਾਨਾਂ ਦੀ ਕਹਿ ਦਿੱਤਾ ਸਰਕਾਰ ਨੇ ਕਿ ਖਰੀਦਾਂਗੇ, ਰੁਪਈਏ ਵੀ ਆ ਗਏ, ਝੋਨਾ ਵੀ ਖਰੀਦ ਲੈਣਗੇ, ਰੁਪਈਏ ਆ ਜਾਣਗੇ। ਪਰ ਬਾਕੀ ਜਿਹੜੀਆਂ ਫਸਲਾਂ ਨੇ 12, ਉਹਨਾਂ ਦੇ ਲਈ MSP ਹੈਗੀ ਆ ਪਰ ਸਰਕਾਰੀ ਖਰੀਦ ਹੈ ਨਹੀਂ। ਮੱਕੀ ਆ, ਮੱਕੀ ਦੀ ਸਰਕਾਰੀ ਖਰੀਦ ਕਿਤੇ ਨਹੀਂ ਹੁੰਦੀ। ਮੱਕੀ ਦਾ ਰੇਟ ਜੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਉੱਪਰ ਆ ਤਾਂ ਬਾਰੇ ਨਿਆਰੇ, ਜੇ ਥੱਲੇ ਆ ਤਾਂ ਫਿਰ ਥੱਲੇ ਹੀ ਥੱਲੇ ਆ, ਫਿਰ ਲੱਭਣਾ ਹੀ ਕੱਖ ਨਹੀਂ, ਫਿਰ ਤੁੱਕਾ ਹੀ ਲੱਭਦੇ ਆ, ਉਹਦੇ ਵਿੱਚੋਂ ਰੁਪਈਆ ਕੋਈ ਨਹੀਂ ਲੱਭਦਾ। ਹੁਣ ਜ਼ਰੂਰੀ ਹੈ ਕਿ ਕੇਂਦਰ ਦੀ ਸਰਕਾਰ ਸੂਬਿਆਂ ਦੇ ਨਾਲ ਸਲਾਹਾਂ ਕਰੇ, ਕਿਉਂਕਿ ਇੱਕ ਤਾਂ ਆ ਜਿਹੜੀ ਰੂਸ ਤੇ ਉਧਰਲੇ ਪਾਸੇ ਯੂਕਰੇਨ ਦੀ ਜੰਗ ਲੱਗੀ, ਉਸ ਤੋਂ ਬਾਅਦ ਭਾਅ ਵਧਿਓ ਆ ਅਨਾਜ ਦੇ, ਉਹ ਆਪ ਸੂਬਿਆਂ ਨਾਲ ਸਲਾਹਾਂ ਕਰੇ, MSP ਵੀ ਦੇਵੇ, ਨਾਲ ਹਰ ਸਾਲ 1-1, 2-2 ਫਸਲਾਂ ਦੀ ਸਰਕਾਰੀ ਖਰੀਦ ਨਿਸ਼ਚਿਤ ਕਰਨ ਦਾ ਵੀ ਕੋਈ ਨਾ ਕੋਈ ਪ੍ਰੋਗਰਾਮ ਉਲੀਕ ਲਵੇ। ਕਿਉਂਕਿ ਹੁਣ ਮੂੰਗੀ ਬਾਬਤ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਸੀ ਰਕਬਾ ਦੁੱਗਣਾ ਹੋ ਗਿਆ, ਅਗਲੀ ਵਾਰੀ 5 ਗੁਣਾ, 10 ਗੁਣਾ, 20 ਗੁਣਾ ਵੀ ਹੋ ਸਕਦਾ, ਕਿਉਂਕਿ ਭਾਅ ਵੀ ਵੱਧ ਗਿਆ, ਸਰਕਾਰੀ ਖਰੀਦ ਵੀ ਸ਼ੁਰੂ ਹੋ ਗਈ। ਫਿਰ ਲੋਕਾਂ ਨੇ ਤਾਂ ਫਿਰ ਭਾਈ ਮੂੰਗੀ ਬੀਜ ਹੀ ਲੈਣੀ, ਇੱਦਾਂ ਹੀ ਮੱਕੀ ਸ਼ੁਰੂ ਕਰ ਲਓ। ਝੋਨੇ ਦਾ ਬਿਲਕੁਲ ਬਰਾਬਰ ਦਾ ਅਲਟਰਨੇਟਿਵ ਆ, ਵਧੀਆ ਰੁਪਈਏ ਦਿਓ, ਝੋਨਾ ਆਪੇ ਹੀ ਘੱਟ ਲੱਗੂਗਾ, ਤੁਹਾਨੂੰ ਖਾਦਾਂ ਸਬਸਿਡੀ ਦੇ ਉੱਤੇ ਘੱਟ ਦੇਣੀਆਂ ਪੈਣਗੀਆਂ, ਕਿਸਾਨ ਦਾ ਵੀ ਫਾਇਦਾ, ਜ਼ਮੀਨ ਦਾ ਵੀ ਫਾਇਦਾ, ਬਿਜਲੀ ਦੀ ਵੀ ਬਚਤ, ਧਰਤੀ ਹੇਠਲੇ ਪਾਣੀ ਦੀ ਵੀ ਬਚਤ, ਘਾਟਾ ਕੋਈ ਵੀ ਨਹੀਂ। ਇਹ ਬੜਾ ਜ਼ਰੂਰੀ ਆ। ਮੈਨੂੰ ਲੱਗਦਾ ਵੀ ਇਹ ਉੱਥੇ ਜਾ ਕੇ ਗੱਲ ਜੁੜਦੀ ਹੈ ਜਿੱਥੇ ਜਾ ਕੇ ਜਿਹੜੇ ਖੇਤੀ ਮੰਤਰੀ ਨੇ ਆਪਣੇ ਤੋਮਰ ਸਾਹਿਬ, ਉਹਨਾਂ ਨੇ ਮੇਰੇ ਖਿਆਲ ਨਾਲ ਅੰਦੋਲਨ ਖਤਮ ਹੋਣ ਤੋਂ ਬਾਅਦ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਵੀ ਖੇਤੀ ਨੂੰ ਚੇਂਜ ਕਰਨ ਦੀ ਲੋੜ ਹੈ, ਜੇ ਤਬਦੀਲ ਨਾ ਕੀਤਾ ਫਿਰ ਗੱਲ ਬਣਨੀ ਨਹੀਂ ਜੀ। ਬਹੁਤਾ ਕਰਕੇ ਉਹ ਜ਼ੀਰੋ ਬਜਟ ਖੇਤੀ ਦੀ ਗੱਲ ਕਰਦੇ। ਜ਼ੀਰੋ ਬਜਟ ਖੇਤੀ ਦੇ ਲਈ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਆਪਾਂ ਅੱਗੇ ਵੀ ਬੇਨਤੀ ਕਰ ਚੁੱਕੇ ਹਾਂ ਵੀ ਜੇ ਸਬਸਿਡੀਆਂ ਖਾਦਾਂ ਵਾਲੇ ਕਾਰਖਾਨਿਆਂ ਨੂੰ ਦਿੱਤੀ ਜਾ ਸਕਦੀ ਹੈ, ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੀ ਜਾ ਸਕਦੀ ਹੈ, ਤੇ ਉਹ ਪੈਸਾ
ਉਸ ਬੰਦੇ ਨੂੰ ਵੀ ਤੇ ਦਿੱਤਾ ਹੀ ਜਾ ਸਕਦਾ ਨਾ, ਜਿਹੜੇ ਬੰਦੇ ਨੇ ਖੁਦ ਉੱਥੇ ਹਲ ਵਾਹੁਣਾ, ਜਿਹਦਾ ਪਸੀਨਾ ਡੁੱਲਣਾ, ਜਿਹਨੂੰ ਲੱਗਦਾ ਵੀ ਮੈਂ ਧੁੱਪਾਂ ਛਾਵਾਂ ਤੇ ਸੱਪਾਂ ਦੀਆਂ ਜਿਹੜੀਆਂ ਸਿਰੀਆਂ ਜਿਹੜੀਆਂ ਮੈਂ ਉਹ ਮਿੱਧ ਕੇ ਸਾਰਾ ਕੁਝ ਪੈਦਾ ਕਰਨਾ। ਸੋ ਉਹ ਜਿਹੜੇ ਚਾਹੇ ਕਿਸਾਨ ਨੇ ਚਾਹੇ ਉਹਦਾ ਸਾਥੀ ਮਜ਼ਦੂਰ ਆ, ਉਹਨਾਂ ਲੋਕਾਂ ਬਾਰੇ ਸੋਚਣਾ ਚਾਹੀਦਾ ਵੀ ਯਾਰ ਜਿਹੜਾ ਪੈਸਾ ਇੱਧਰ ਆਪਾਂ ਵੱਡੀਆਂ ਕੰਪਨੀਆਂ ਦੀ ਝੋਲੀ 'ਚ ਪਾਉਂਦੇ ਹਾਂ ਤੇ ਫਿਰ ਇਹ ਕਿਸੇ ਨਾ ਕਿਸੇ ਤਰ੍ਹਾਂ ਦੀ ਖਾਦ ਕੋਈ ਜ਼ਹਿਰ ਬਣਾ ਕੇ ਦਿੰਦੇ ਸਾਨੂੰ, ਉਹ ਧਰਤੀ 'ਚ ਪਾਉਂਦੇ ਹਾਂ, ਧਰਤੀ ਤੋਂ ਫਿਰ ਕੁਛ ਨਿਕਲਦਾ ਤੇ ਉਹਦੇ ਨਾਲ ਫਿਰ ਕੋਈ ਨਵਾਂ ਪੰਗਾ ਪੈ ਜਾਂਦਾ, ਫਿਰ ਦਵਾਈਆਂ ਖਾਣ ਵਾਲੇ ਚੱਕਰ 'ਚ ਪੈਂਦੇ ਆ ਤੇ ਉਹ ਸਪੋਰਟ ਉਹਦੀ ਕਰ ਦਈਏ। ਹੋ ਸਕਦਾ ਵੀ ਅਗਲੇ ਬੰਦੇ ਉਸ ਵਾਲੇ ਪਾਸੇ ਤੁਰ ਪੈਣ ਵੀ ਆਹ ਲਓ ਜੀ ਘੱਟ ਖਾਦਾਂ ਘੱਟ ਦਵਾਈਆਂ ਜਾਂ ਬਿਨਾਂ ਖਾਦ ਬਿਨਾਂ ਦਵਾਈ ਤੋਂ ਆਪਾਂ ਤੁਹਾਨੂੰ ਫੂਡ ਪੈਦਾ ਕਰਕੇ ਦਿੰਦੇ ਹਾਂ। ਜੇ ਮੰਨ ਲਓ 77-7800 ਮੂੰਗੀ ਦਾ ਰੇਟ ਮਿਲੂਗਾ, ਉਦੋਂ ਬਾਅਦ ਜੇ ਕੱਲ੍ਹ ਨੂੰ ਆਰਗੈਨਿਕ ਦਾ ਰੇਟ ਕੀ ਪਤਾ ਉਸ ਤੋਂ ਵੱਧ ਵੀ ਮਿਲਣ ਲੱਗ ਜਾਵੇ, ਤੇ ਕਿਸੇ ਨੂੰ ਕੀ ਲੋੜ ਪਈ ਆ ਵੀ ਉਹਨੇ ਬਦੋ ਬਦੀ ਕੱਦੂ ਹੀ ਕਰਨਾ? ਉਹਨੂੰ ਕੀ ਲੋੜ ਪਈ ਆ ਵੀ ਹਾਂ ਭਾਈ ਸਾਹਿਬ ਜੇ ਮੇਰਾ ਮੱਕੀ ਨਾ ਸਰਦਾ ਤੇ ਮੈਂ ਉਸ ਪਾਸੇ ਜਾਣਾ ਹੀ ਜਾਣਾ, ਮੈਂ ਕਣਕ ਝੋਨੇ 'ਚੋਂ ਨਿਕਲਣੇ ਨਹੀਂ ਬਚਾਅ ਹੋ ਸਕਦਾ। ਸੰਧਾਲੀਆ ਸਾਹਿਬ ਵੈਸੇ ਵੀ ਭਾਰਤ ਦੇ ਵਿੱਚ ਨਾ ਆਜ਼ਾਦੀ ਤੋਂ ਬਾਅਦ ਜਦੋਂ ਆਪਾਂ ਪੋਲੀਟੀਕਲ ਸਾਇੰਸ ਜਾਂ ਇਕਨੋਮਿਕਸ ਪੜ੍ਹਦੇ ਹਾਂ ਤੇ ਉਹਦੇ ਵਿੱਚ ਹੁੰਦਾ ਜੀ ਭਾਰਤ ਦੇ ਵਿੱਚ ਫਿਰ ਆਜ਼ਾਦੀ ਤੋਂ ਬਾਅਦ ਜਦੋਂ ਲੋਕਤੰਤਰ ਆਇਆ, ਲੋਕਾਂ ਦੁਆਰਾ ਲੋਕਾਂ ਲਈ ਚੁਣੀ ਹੋਈ ਸਰਕਾਰ ਨੇ ਕੰਮ ਸ਼ੁਰੂ ਕੀਤਾ ਤਾਂ 5 ਸਾਲਾਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ। ਉਹ ਜਦੋਂ 5 ਸਾਲਾਂ ਯੋਜਨਾ ਮਾਰਨੇ ਦਾ ਰੱਟੇ ਹੁੰਦੇ ਸੀ, ਉਹ ਰੱਟੇ ਕੀ ਮਾਰਨੇ ਜੀ, ਪਹਿਲੀ 5 ਸਾਲਾ ਯੋਜਨਾ ਮੰਨ ਲਓ ਇਹ ਜੀ ਖੇਤੀਬਾੜੀ ਤੇ ਜ਼ੋਰ ਦਿੱਤਾ ਗਿਆ, ਦੂਜੀ 5 ਸਾਲਾ ਯੋਜਨਾ ਜੀ ਉਦਯੋਗਾਂ ਤੇ ਜ਼ੋਰ ਦਿੱਤਾ ਗਿਆ, ਤੀਜੀ 5 ਸਾਲਾ ਯੋਜਨਾ ਇਹਦੇ ਵਿੱਚ ਖੇਤੀ ਤੇ ਉਦਯੋਗਾਂ ਤੇ ਸਾਂਝਾ ਜ਼ੋਰ ਦਿੱਤਾ ਗਿਆ, ਫਿਰ ਖੇਤੀ ਦਿੱਤਾ ਗਿਆ, ਫਿਰ ਉਦਯੋਗਾਂ ਦਿੱਤਾ ਗਿਆ। ਮੈਂ ਕਹਿੰਦਾ ਕਿ ਜਿੱਥੇ ਜਿੱਥੇ ਹਰੀ ਕ੍ਰਾਂਤੀ ਦਾ ਛੱਟਾ ਸਾਡੀਆਂ ਉਸ ਵੇਲੇ ਦੀਆਂ ਸਰਕਾਰਾਂ ਨੇ ਦਿੱਤਾ ਸੀ, ਜਿਹਦੇ ਨਾਲ ਕਿ ਭਾਰਤ ਅੰਨ ਭੰਡਾਰਾਂ ਦੇ ਰੂਪ ਦੇ ਵਿੱਚ ਆਤਮ ਨਿਰਭਰ ਹੋਇਆ। ਸੰਧਾਲੀਆ ਸਾਹਿਬ ਇਹਨਾਂ ਇਲਾਕਿਆਂ ਲਈ ਇੱਕ 5 ਸਾਲਾਂ ਯੋਜਨਾ ਬਣਾ ਲਓ। 3-4 ਹੀ ਸੂਬੇ ਨੇ, ਬਹੁਤੇ ਨਹੀਂ ਹੈਗੇ, ਪੂਰਾ ਪੰਜਾਬ, ਪੂਰਾ ਹਰਿਆਣਾ, ਉੱਤਰ ਪ੍ਰਦੇਸ਼ ਦਾ ਪੱਛਮੀ ਹਿੱਸਾ, ਹੋ ਸਕਦਾ ਕਿ ਥੋੜ੍ਹਾ ਜਿਹਾ ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਦਾ ਵੀ ਕੁਝ ਇਲਾਕਾ ਹੋਵੇ, ਲੈ ਦੇ ਕੇ ਮਸਾਂ 3 ਸੂਬੇ ਬਣਦੇ ਆ। ਜੇ ਉਹ ਅੱਧੇ ਪੂਰਾ ਬਣਾ ਲਈਏ, ਉੱਥੇ ਇੱਕ 5 ਸਾਲਾਂ ਯੋਜਨਾਵਾਂ ਬਣਾ ਦਿਓ, ਬਾਕੀ ਭਾਰਤ ਤੋਂ ਭਾਵੇਂ ਅੱਡ ਕਰਕੇ ਬਣਾ ਦਿਓ ਕਿ ਭਾਈ ਆਹ ਚੀਜ਼ ਤੁਹਾਡੇ ਤੋਂ ਛਡਾਉਣੀ ਹੈ, ਇਹਦੀ ਅਲਟਰਨੇਟਿਵ ਫਸਲ ਆ ਤੇ ਇਹਦਾ ਇੰਨਾ ਮੁੱਲ ਦੇਵਾਂਗੇ ਭਾਵੇਂ ਸਰਕਾਰ ਨੂੰ ਘਾਟਾ ਹੀ ਪਵੇ। ਉਹ ਘਾਟਾ ਵੀ ਅਲਟੀਮੇਟਲੀ ਵਾਧਾ ਹੀ ਹੋ ਜਾਣਾ। ਉਹਨਾਂ 5 ਸਾਲਾਂ ਦੇ ਵਿੱਚ ਧਰਤੀ ਨੇ ਬਿਨਾਂ ਖਾਦਾਂ ਖੂਦਾਂ ਤੋਂ ਕੰਮ ਚੱਕ ਦੇਣਾ, ਉਧਰ ਖਾਦਾਂ ਪਾਉਣ ਦੀ ਲੋੜ ਨਹੀਂ ਪੈਣੀ। ਸਰਕਾਰ ਵਿਦੇਸ਼ਾਂ 'ਚੋਂ ਖਾਦਾਂ ਘੱਟ ਖਰੀਦੂ, ਕਿਸਾਨ ਦਾ ਉਦਾਂ ਹੀ ਚੱਲ ਜਾਊ ਤੇ ਥੱਲੇ ਧਰਤੀ ਵੀ ਜਿਹੜੀ ਜ਼ਹਿਰੀਲੀ ਹੁੰਦੀ ਉਹ ਵੀ ਨਹੀਂ ਹੋਊ। ਉਹ ਅਨਾਜ ਜਿਹੜਾ ਦਵਾਈਆਂ ਵਾਲਾ ਖਾ ਕੇ ਨਿਆਣੇ ਨਿੱਕੇ ਬਜ਼ੁਰਗ ਬਿਮਾਰ ਹੁੰਦੇ ਆ, ਬਿਮਾਰੀ ਹਟ ਜੂ। ਜੇ ਬਿਮਾਰੀ ਘਟ ਜੂ ਤਾਂ ਉਧਰਲੇ ਪਾਸੇ ਦਵਾਈਆਂ ਬਣਨੀਆਂ, ਦਵਾਈਆਂ ਖਰੀਦਣੀਆਂ ਘੱਟ ਹੋਣੀਆਂ, ਚਾਰੇ ਹੀ ਉਂਗਲਾਂ ਘਿਓ ਦੇ ਵਿੱਚ ਹੋਣੀਆਂ। ਪਰ ਉਹਦੇ ਲਈ ਜਿਹੜੇ ਭਾਰਤ ਦੇ ਖੇਤਰ ਦੇ ਵਿੱਚ ਹਰੀ ਕ੍ਰਾਂਤੀ ਦਾ ਛੱਟਾ ਦਿੱਤਾ ਗਿਆ ਸੀ, ਉਹਦੇ ਲਈ ਇੱਕ 5 ਸਾਲਾਂ ਯੋਜਨਾਵਾਂ ਕੇਂਦਰ ਤਿਆਰ ਕਰ ਲਿਆ ਸੂਬਿਆਂ ਨੂੰ ਨਾਲ ਲੈ ਕੇ। ਬੜਾ ਜ਼ਰੂਰੀ ਹੈ। ਬਾਕੀ ਚਲੋ ਆਸ ਕਰਦੇ ਹਾਂ ਵੀ ਜੇ ਹੁਣ ਸਰਕਾਰ ਤੁਰੀ ਆ ਇਸ ਪਾਸੇ ਉਹਨਾਂ ਦਾ ਧਿਆਨ ਹੋਇਆ, ਕਿਉਂਕਿ ਹੁਣ ਤਾਂ ਕੇਂਦਰ ਸਰਕਾਰ ਵੱਲੋਂ ਵੀ ਵਾਰ-ਵਾਰ ਕਿਹਾ ਜਾਂਦਾ ਵੀ ਯਾਰ ਖੇਤੀ ਸੈਕਟਰ 'ਚ ਕੰਮ ਕਰਨ ਦੀ ਲੋੜ ਆ ਜੀ, ਕੰਮ ਹੋਊਗਾ ਤੇ ਚੰਗੀ ਗੱਲ ਆ। ਦੂਜੀ ਗੱਲ ਇਹ ਆ ਵੀ ਤਰੀਕ ਉਹਨਾਂ ਨੇ ਮਿਥ ਲਈ ਹੈ ਜੀ 15 ਪੰਜਾਬ ਸਰਕਾਰ ਨੇ। ਉਹ ਕਹਿੰਦੇ ਵੀ ਗਰਮੀ ਭਾਵੇਂ ਜਿੰਨੀ ਮਰਜ਼ੀ ਆ ਪਰ ਫਿਰ ਵੀ ਜਿਨ੍ਹਾਂ ਨੇ ਵਿਦੇਸ਼ ਨੂੰ ਜਾਣਾ, ਅਗਲਾ ਕਹਿੰਦਾ ਵੀ ਏਅਰਪੋਰਟ ਤੇ ਜਾਣਾ, ਬਈ ਟਿਕਟ ਲੈ ਲਈਏ ਜੀ ਤੇ ਏਅਰਪੋਰਟ ਤੇ ਜਾਣਾ। ਹੁਣ ਏਅਰਪੋਰਟ ਤੇ ਜਾਣ ਦੇ ਲਈ ਬੱਸ ਚਾਹੀਦੀ ਸਿੱਧੀ ਜਿਹੜੀ ਉੱਥੇ ਲਾ ਕੇ ਆਵੇ। ਤੇ ਪਿਛਲੇ ਦਿਨ ਹੀ ਚਰਚਾ ਚੱਲੀ ਸੀ ਵੀ ਵੱਖ-ਵੱਖ ਡੀਪੂਆਂ ਤੋਂ ਹੁਣ ਪੰਜਾਬ ਸਰਕਾਰ ਨੇ ਤਿਆਰ ਕਰ ਲਈਆਂ ਆਪਣੀਆਂ ਬੱਸਾਂ ਵੀ ਆਹ ਲਓ ਜੀ ਸਾਡੇ ਵਾਲੀ ਬੱਸ ਹੈ, ਪੈਸਾ ਵੀ ਘੱਟ ਲੱਗੂਗਾ ਤੇ ਸਿੱਧੀ ਬੱਸ ਸਰਕਾਰੀ ਦਿਨ ਉੱਥੇ ਲਾ ਕੇ ਆਊਗੀ। ਉਹ ਮੇਰਾ ਖਿਆਲ ਨਾਲ ਵਾਹਵਾ ਦਿਨ ਪਹਿਲਾਂ ਚੱਲਣੀਆਂ ਸੀ, ਉਦੋਂ ਸ਼ਾਇਦ ਨਹੀਂ ਗੱਲ ਬਣੀ। ਹੁਣ 15 ਤਰੀਕ ਨੂੰ ਜਲੰਧਰੋਂ ਮੁੱਖ ਮੰਤਰੀ ਸਾਹਿਬ ਨੇ ਝੰਡੀ ਹਰੀ ਦੇ ਦੇਣੀ ਆ। ਸੰਧਾਲੀਆ ਸਾਹਿਬ ਜਲੰਧਰ ਕਿਉਂਕਿ ਦੁਆਬੇ 'ਚ ਪੈਂਦਾ, ਸਭ ਤੋਂ ਵੱਧ NRI ਉੱਥੋਂ ਦੇ ਨੇ। ਜਲੰਧਰ ਵਾਲੀ ਬੱਸ ਤਾਂ ਕਦੀ ਖਾਲੀ ਜਾਣੀ ਨਹੀਂ। ਹਾਂ, ਜੂਨ ਮਹੀਨੇ ਦੀ 15 ਨੂੰ ਸ਼ੁਰੂ ਹੋਣ ਲੱਗੀ ਆ, ਪ੍ਰਵਾਸੀਆਂ ਦੀ ਆਵਾਜਾਈ ਘੱਟ ਹੁੰਦੀ ਆ। ਕਿਤੇ ਪੰਜਾਬ ਰੋਡਵੇਜ਼ ਦਾ ਕੋਈ ਅਧਿਕਾਰੀ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਮਹੀਨੇ ਖੰਡ ਦੇ ਵਿੱਚ ਇਹ ਨਾ ਕਹੇ ਜੀ ਹਾਂ ਸਵਾਰੀ ਨਹੀਂ ਪੈਂਦੀ, ਸਵਾਰੀ ਪੈ ਜਾਣੀ ਆ। ਇੱਕ ਤਾਂ ਤੁਹਾਨੂੰ ਥੋੜ੍ਹਾ ਜਿਹਾ ਭਰੋਸਾ ਬਣਾਉਣਾ ਪਊਗਾ, 2-3 ਮਹੀਨੇ ਵੇਲੇ ਸਿਰ ਗੱਡੀ ਚਲਾ ਕੇ, ਭਾਵੇਂ ਸਵਾਰੀ ਤੁਹਾਨੂੰ 1 ਮਿਲਦੀ ਆ ਭਾਵੇਂ 5 ਮਿਲਦੀਆਂ। ਉਹਦੇ ਨਾਲ ਲੋਕੀ ਕਿਉਂਕਿ ਸ਼ੁਰੂ ਵਿੱਚ ਟਿਕਟਾਂ ਨਹੀਂ ਲੈਂਦੇ ਹੁੰਦੇ, ਇਸ ਕਰਕੇ ਕਿ ਭਾਈ ਪਤਾ ਨਹੀਂ ਇਹ ਪਹੁੰਚਣੀ ਕਿ ਨਹੀਂ ਪਹੁੰਚਣੀ, ਪਤਾ ਨਹੀਂ ਹੈ। ਆਖਰੀ ਮੌਕੇ 'ਤੇ ਜਾ ਕੇ ਕਹਿੰਦੇ ਬੱਸ ਹੈ ਨਹੀਂ ਜੀ, ਬੱਸ ਨਹੀਂ ਸਰਕਾਰੀ ਆ, ਹੋਰ 'ਚ ਚੜ੍ਹ ਜਾਓ, ਫਿਰ ਖੱਜਲ ਹੋਵਾਂਗੇ। ਅਗਲਾ ਸਾਰਾ ਸਿਆਲ ਬੱਸਾਂ ਚਲਾਉਣ ਤੇ ਪੰਜਾਬ ਦੇ ਹਰ ਇੱਕ ਜ਼ਿਲ੍ਹਾ ਹੈੱਡਕੁਆਟਰ ਤੋਂ ਚਲਾਉਣ, ਲਗਾਤਾਰ ਚਲਾਉਣ। ਉਹਦਾ ਅਲਟਰਨੇਟਿਵ ਕੋਈ ਪ੍ਰਬੰਧ ਕਰਕੇ ਰੱਖਣ ਕਿ ਭਾਈ ਜੇ ਬੱਸ ਨੂੰ ਕੋਈ ਦਿੱਕਤ ਆਉਂਦੀ ਹੈ, ਵੈਸੇ ਤੇ ਜਦੋਂ ਬੱਸ ਦਿੱਲੀੋਂ ਮੁੜਦੀ ਹੈ ਸਿੱਧੀ ਵਰਕਸ਼ਾਪ ਜਾਵੇ, ਉੱਥੇ ਨਟ ਨੂਟ ਕੱਸ ਹੁਣ ਸਾਰਾ ਕੁਝ ਦੇਖਿਆ ਜਾਵੇ ਕਿ ਬੱਸ ਰਾਹ 'ਚ ਖੜੂ ਤਾਂ ਨਾ। ਜੇ ਕਿਤੇ ਇਦਾਂ ਹੋ ਵੀ ਜਾਵੇ, ਭਾਵੇਂ ਸਰਕਾਰ ਦੇ ਪੈਸੇ ਪੱਲਿਓਂ ਲੱਗਣ, ਲੋਕਾਂ ਨੂੰ ਵੇਲੇ ਸਿਰ ਏਅਰਪੋਰਟ ਤੇ ਪਹੁੰਚਾਵੇ। ਹਾਂ, ਬਹੁਤ ਸਾਰੇ ਲੋਕ ਕਹਿ ਸਕਦੇ ਆ ਜੀ ਹੁਣ ਕਿਉਂ ਚੱਲਣ ਲੱਗ ਪਈਆਂ, ਪਹਿਲਾਂ ਕਿਉਂ ਨਹੀਂ ਚੱਲਣ ਦਿੱਤੀਆਂ? ਇਹਦਾ ਮਤਲਬ ਚੱਲਣ ਨਹੀਂ ਸੀ ਦੇਣਾ ਚਾਹੁੰਦੇ। ਕਿਉਂਕਿ ਹੁਣ ਪਿਛਲੇ ਦਿਨੀ ਚਰਚਾ ਚੱਲੀ ਸੀ, ਉਦੋਂ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ, ਦਿੱਲੀ ਦੇ ਅਧਿਕਾਰੀਆਂ ਨਾਲ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਗਏ ਮਿਲਣ। ਉਹਨਾਂ ਨੇ ਕਿਹਾ ਸੀ ਦਿੱਲੀ ਹਵਾਈ ਅੱਡੇ ਨਹੀਂ ਤੁਹਾਡੀਆਂ ਬੱਸਾਂ ਰੁਕ ਸਕਦੀਆਂ। 2-2.5 ਕਿਲੋਮੀਟਰ ਦੂਰ ਹੋਟਲ ਹੈ, ਆਪਾਂ ਸਾਰਿਆਂ ਨੂੰ ਪਤਾ, ਖੁੱਲੀ ਥਾਂ ਆ, ਉੱਥੇ ਪਾਰਕਿੰਗ ਲੋੜੇ ਦੀ। ਉੱਥੇ ਤੱਕ ਇਹ ਬੱਸਾਂ ਜਿਹੜੀ ਆਖਰੀ ਜਾਣਕਾਰੀ ਸੀ, ਜੇ ਉਹਦੇ ਵਿੱਚ ਕੋਈ ਤਬਦੀਲੀ ਆ, ਕੋਈ ਅਮੈਂਡਮੈਂਟ ਆ ਤਾਂ ਵੱਖਰੀ ਗੱਲ ਹੈ। ਉਹ ਬੱਸਾਂ ਸਵਾਰੀ ਲੈ ਕੇ ਉੱਥੇ ਜਾਣਗੀਆਂ ਤੇ ਉੱਥੋਂ ਏਅਰਪੋਰਟ ਦੇ ਆਪਣੇ ਵਹੀਕਲ ਉਹਨਾਂ ਨੂੰ ਉੱਥੋਂ ਲੋਕਾਂ ਨੂੰ ਲੈ ਜਾਣਗੇ। ਥੋੜੀ ਤੰਗੀ ਹੋਏਗੀ,
ਸਮਾਨ ਇੱਕ ਵਾਰੀ ਲਾਉਣਾ ਹੈ, ਦੂਜੀ ਥਾਂ ਚੜਾਉਣਾ ਹੈ, ਫਿਰ ਵੀ ਕੋਈ ਗੱਲ ਨਹੀਂ, ਕਿਉਂਕਿ ਪੰਜਾਬ ਰੋਡਵੇਜ਼ ਨੂੰ ਪੈਸੇ ਬਣਨੇ ਚਾਹੀਦੇ ਆ, ਪੈਪਸੂ ਨੂੰ ਪੈਸੇ ਬਣਨੇ ਚਾਹੀਦੇ। ਜੇ ਪੈਸੇ ਬਣਨਗੇ, ਕਰਮਚਾਰੀਆਂ ਦੀ ਤਨਖਾਹ ਲੇਟ ਨਹੀਂ ਹੋਊਗੀ, ਜੇ ਤਨਖਾਹ ਨਹੀਂ ਲੇਟ ਹੋਊਗੀ ਤਾਂ ਫਿਰ ਬੱਸ ਅੱਡਿਆਂ ਤੇ ਚੱਕਾ ਜਾਮ ਨਹੀਂ ਹੋਊਗਾ। ਜੇ 4 ਪੈਸੇ ਹੋਰ ਬਣਨਗੇ, ਨਵੀਆਂ ਬੱਸਾਂ ਪੈਣਗੀਆਂ ਤਾਂ ਪੁਰਾਣੀਆਂ ਪਰੇ ਕਰ ਦਿਆਂਗੇ, ਜਿਉਂ ਪੁਰਾਣੀਆਂ ਪਿੰਡਾਂ ਵਾਲੇ ਰੂਟਾਂ ਤੇ ਲੱਗ ਜਾਣਗੀਆਂ, ਫਾਇਦਾ ਹੀ ਫਾਇਦਾ ਜੇ ਚਲਾ ਗਏ। ਮੈਨੂੰ ਲੱਗਦਾ ਇਹ ਚੱਲ ਜਾਣੀਆਂ, ਕਿਉਂਕਿ ਉਹਨਾਂ ਨੇ ਵਿੱਚ ਇਹ ਵੀ ਰੱਖਿਆ ਨਾ ਚੱਕਰ ਵੀ ਅਸੀਂ ਪਹਿਲਾਂ ਬੱਸ ਅੱਡੇ ਜਾਣਾ ਜੀ, ਯਾਨੀ ਕਿ ਜਿਹੜੀ ਵੀ ਬੱਸ ਪੰਜਾਬੋਂ ਚੱਲੀ ਦਿੱਲੀ ਨੂੰ, ਉਹ ਏਅਰਪੋਰਟ ਤੋਂ ਪਹਿਲਾਂ ਦਿੱਲੀ ਵਾਲੇ ਅੱਡੇ 'ਚ ਹੋ ਕੇ ਜਾਣੀ। ਤੇ ਦਿੱਲੀ ਵਾਲੀਆਂ ਸਵਾਰੀਆਂ ਵੀ ਬਥੇਰੀਆਂ ਹੁੰਦੀਆਂ। ਜੇ ਮੰਨ ਲਓ ਸਰਕਾਰੀ ਬੱਸ ਜਾਂਦੀ ਹੈ, ਸਸਤੀ ਜਾਂਦੀ ਹੈ, AC ਲੱਗਾ, ਵਿੱਚ ਪਾਣੀ ਵੀ ਮਿਲਦਾ, ਸਾਹਮਣੇ ਫਿਲਮ ਵੀ ਵੇਖਣ ਨੂੰ ਮਿਲਦੀ ਹੈ, ਤੇ ਫਿਰ ਬੰਦੇ ਨੇ ਹੋਰ ਕੀ ਚਾਹੀਦਾ। ਸੰਧਾਲੀਆ ਸਾਹਿਬ, ਜਦੋਂ ਪਹਿਲਾਂ ਸਰਕਾਰੀ ਬੱਸਾਂ ਚੱਲੀਆਂ ਉਦੋਂ ਵੀ ਬੱਸ ਅੱਡੇ ਹੋ ਕੇ ਜਾਂਦੀਆਂ ਸੀ। ਅੱਧੀ ਸਵਾਰੀ ਏਅਰਪੋਰਟ ਦੀ ਹੁੰਦੀ ਸੀ, ਅੱਧੀ ਉੱਥੇ ਦੀ ਹੁੰਦੀ ਸੀ। ਉਹਨਾਂ ਨੇ ਕਹਿਣਾ ਬੱਸ ਅੱਡੇ ਕਸ਼ਮੀਰੀ ਗੇਟ ਵਾਲੇ ਆ ਜਾਓ, ਵੀ ਕਸ਼ਮੀਰੀ ਗੇਟ ਵਾਲੇ ਲਾ ਕੇ ਨਾਲ ਹੀ ਬੱਸ ਅੱਡੇ 5 7 10 ਮਿੰਟਾਂ ਦੇ ਫालतू ਫਰਕ ਪੈਂਦਾ ਸੀ, ਇਹਦੇ ਤੋਂ ਵੱਧ ਨਹੀਂ ਸੀ। ਤੇ ਜਦੋਂ ਏਅਰਪੋਰਟ ਤੋਂ ਆਉਣਾ ਫਿਰ ਐ ਮਾੜਾ ਜਿਹਾ ਬੱਸ ਅੱਡੇ ਤੋਂ ਹੋ ਕੇ ਚੱਲ ਜਾਣਾ, ਤੇ ਉੱਥੇ ਉਡੀਕਦੇ ਹੁੰਦੇ ਲੋਕ 11:30 ਏਅਰਪੋਰਟ ਵਾਲੀ ਆਉਣੀ ਆ, ਉੱਤੇ ਚੱਲਾਂਗੇ, ਮੌਜਾਂ ਪੋਲੀਆਂ ਸੀਟਾਂ ਸਰਦਾਰ ਜੀ, ਉੱਥੇ TV ਲੱਗਿਓ ਮਾਰ, ਕਿਤੇ ਉੱਥੇ ਵਾਟਰ ਕੂਲਰ ਲੱਗਾ ਹੁੰਦਾ, ਰੱਜ ਕੇ ਪਾਣੀ ਪੀਓ ਭਾਵੇਂ, ਪਰ ਰੋਕਦੇ ਅਗਲੇ 2 ਥਾਂ ਹੀ ਆ, ਇੰਨਾ ਹੀ ਪਾਣੀ ਪੀਣਾ। ਵੈਸੇ ਹੀ ਗੱਲ ਹੀ ਕੀਤੀ ਆ। ਇੱਕ ਮੈਂ ਇੱਥੇ ਤੁਹਾਡੇ ਨਾਲ ਗੱਲ ਹੋਰ ਕਰਨੀ ਸੀ। ਜੀ। ਪਿਛਲੇ ਦਿਨੀ ਹਰਜੋਤ ਸਿੰਘ ਬੈਂਸ ਜਿਹੜੇ ਪੰਜਾਬ ਦੇ ਜਿਹੜੇ ਮਿਨਿਸਟਰ ਨੇ ਖਨਨ ਵਿਭਾਗ ਦੇ, ਉਹਨਾਂ ਨੇ ਇਹ ਗੱਲ ਆਖੀ ਸੀ ਕਿ ਪੰਜਾਬ ਦੇ ਵਿੱਚੋਂ ਨਜਾਇਜ਼ ਮਾਈਨਿੰਗ ਬੰਦ ਹੈ। ਸਭ ਤੋਂ ਯੰਗ ਮਿਨਿਸਟਰ ਨੇ ਉਹ, ਅਨੰਦਪੁਰ ਸਾਹਿਬ ਤੋਂ ਹੀ ਜਿੱਤੇ ਆ, ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ MLA ਬਣੇ ਆ। ਹੁਣ ਉਹਨਾਂ ਦੇ ਹੀ ਇਲਾਕੇ ਦੇ ਇੱਕ ਪਿੰਡ ਦੇ ਵਿੱਚੋਂ ਵੀਡੀਓ ਸਾਹਮਣੇ ਆ ਗਈ, ਲੱਗਿਓ ਟਿੱਪਰ ਟੁੱਪਰ ਮਾਰ, ਕਿਤੇ ਰੇਤਾ ਕੱਢ ਠਾ ਕਰਾਈਓ, ਬੀਬੀਆਂ ਵੀ ਚਲ ਗਈਆਂ ਡਾਂਗਾ ਡੂੰਗਾ ਫੜ ਕੇ, ਲੋਕ ਵੀ ਚਲੇ ਗਏ, ਵੀਡੀਓ ਬਣਾ ਲਈ। ਜਦੋਂ ਉਹਨਾਂ ਨੇ ਦੇਖਿਆ ਕਿ ਸਾਰਾ ਪਿੰਡ ਆਪ ਆ, ਵੀਡੀਓ ਬਣਾਈ ਜਾਂਦੇ, ਉਹ ਸਮਾਨ ਸਮੂਨ ਟਿੱਪਰ ਟੁੱਪਰ ਉੱਥੇ ਛੱਡ ਕੇ ਭੱਜ ਗਏ। ਉਹ ਵੀਡੀਓ ਫਿਰ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਵੀ ਟਵੀਟ ਕੀਤੀ, ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ, ਜੀ ਦੇਖੋ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਕੰਮ ਬੰਦ ਹੋ ਗਿਆ, ਪਰ ਆ ਦੇਖੋ ਕੰਮ ਚੱਲਦਾ। ਪਰ ਇੱਕ ਗੱਲ ਤਾਂ ਹੈਗੀ ਆ, ਨਾਜਾਇਜ਼ ਮਾਈਨਿੰਗ ਤਾਂ ਬਹੁਤ ਲੰਬੇ ਸਮੇਂ ਤੋਂ ਹੁੰਦੀ, ਲੋਕ ਟੁੱਟ ਕੇ ਨਹੀਂ ਸੀ ਪੈਂਦੇ। ਇਹਦਾ ਮਤਲਬ ਕਿਤੇ ਨਾ ਕਿਤੇ ਹੌਸਲਾ ਉਹਨਾਂ ਨੂੰ ਹੈਗਾ ਕਿ ਭਾਈ ਜੇ ਐਤਕੀ ਟੁੱਟ ਕੇ ਪੈ ਗਿਆ ਤਾਂ ਲੱਤਾਂ ਬਾਹਾਂ ਸਾਡੀਆਂ ਨਹੀਂ ਟੁੱਟਣਗੀਆਂ, ਕੰਮ ਬੰਦ ਹੋਊਗਾ। ਹਾਂ, ਨਹੀਂ ਇੱਕ ਗੱਲ ਤੇ ਚੰਗੀ ਹੈ ਵੀ ਦੇਖੋ, ਜੇ ਉਹ ਪਿੰਡ ਵਾਲੇ ਗਏ ਭਾਵੇਂ ਵੀਡੀਓ ਬਣਾਈ, ਇਹਨੂੰ ਇੱਕ ਐਂਗਲ ਤੋਂ ਤੇ ਇਦਾਂ ਵੇਖਿਆ ਜਾ ਸਕਦਾ ਵੀ ਉਹਨਾਂ ਨੇ ਕਿਹਾ ਸੀ ਬੰਦ ਹੋ ਗਈ, ਅਜੇ ਚੱਲਦੀ ਜੀ। ਦੂਜੀ ਗੱਲ ਇਹ ਆ ਵੀ ਜੇ ਉਹ ਚੱਲਦੀ ਸੀ ਤੇ ਉਹਨੂੰ ਚਲਾਉਣ ਤੋਂ ਬੰਦ ਕਰਨ ਵਾਲੇ ਲੋਕ ਹੀ ਜਾ ਵੜੇ ਉੱਥੇ, ਤੇ ਉਹਨਾਂ ਨੂੰ ਇੰਨੀ ਆਸ ਉਮੀਦ ਤੇ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਕੀਤੀ ਹੋਊਗੀ ਉਹਨਾਂ ਨੇ ਵੀ ਯਾਰ ਜੇ ਅਸੀਂ ਜਾਵਾਂਗੇ ਉੱਥੇ ਕਵਾਂਗੇ ਤੇ ਸਾਡੀ ਸੁਣਵਾਈ ਹੋ ਜਾਊਗੀ। ਮੇਰੇ ਖਿਆਲ ਨਾਲ ਜੇ ਉਹਦੀ ਸੁਣਵਾਈ ਕਰਕੇ ਬੈਂਸ ਸਾਹਿਬ ਇੱਕ ਤੇ ਇਹ ਕਲੀਅਰ ਕਰ ਦੇਣ, ਨਾਲੇ ਉਹਨਾਂ ਨੂੰ ਇਹ ਦੱਸ ਦੇਣ ਵੀ ਭਾਈ ਇੱਥੇ ਸਾਡੇ ਕੋਲੇ ਆਹ ਰਿਪੋਰਟ ਪਹੁੰਚੀ ਸੀ, ਅਸੀਂ ਇਹਦੇ ਤੇ ਆਹ ਕਾਰਵਾਈ ਕੀਤੀ। ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਜਿੰਨਾ ਕੁਝ ਵੀ ਦੇਖਿਆ ਵੀ ਉਹ ਹੈਲਪਲਾਈਨ ਨੰਬਰ ਹੋਵੇ ਚਾਹੇ ਸ਼ਿਕਾਇਤ ਵਾਲਾ ਨੰਬਰ ਹੋਵੇ, ਉੱਥੇ ਕਹਿੰਦੇ ਜਿਹੜੀ ਵੀਡੀਓ ਜਾਂਦੀ ਜਾਂ ਸ਼ਿਕਾਇਤ ਜਾਂਦੀ ਉਹਦਾ ਨਿਪਟਾਰਾ ਹੁੰਦਾ। ਹੁਣ ਇਹ ਵੀ ਤਾਂ ਇੱਕ ਤਰ੍ਹਾਂ ਦੀ ਸ਼ਿਕਾਇਤ ਹੀ ਆ, ਭਾਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਗਈ ਆ, ਇਹਦਾ ਨਿਪਟਾਰਾ ਜੇ ਠੀਕ ਢੰਗ ਨਾਲ ਹੋ ਗਿਆ ਤੇ ਬਹੁਤਿਆਂ ਨੂੰ ਕੰਨ ਹੋ ਜਾਣੇ ਆ ਤੇ ਲੋਕਾਂ ਨੂੰ ਹੌਸਲਾ ਹੋ ਜਾਣਾ। ਨਹੀਂ, ਹੌਸਲਾ ਹੋ ਜਾਣਾ, ਲੋਕਾਂ ਨੇ ਫਿਰ ਦਬਲਣੇ ਸ਼ੁਰੂ ਕਰ ਦੇਣੇ, ਇਹਦੇ ਵਿੱਚ ਕੋਈ ਦੂਰ ਆਈ ਨਹੀਂ। ਤੇ ਇੱਥੇ ਸੰਧਾਲੀਆ ਸਾਹਿਬ ਸਾਧੂ ਸਿੰਘ ਧਰਮਸੋਤ ਦਾ ਚੇਤਾ ਨਾ ਭੁਲਾ ਦਈਏ, ਸਾਬਕਾ ਕੈਬਨਿਟ ਮੰਤਰੀ, ਉਹਨਾਂ ਦੇ ਨੇੜਲੇ ਕਹਿੰਦੇ ਸੀ ਜੀ ਕੰਮ ਤਾਂ ਬੜੇ ਕੀਤੇ ਹੋਣੇ ਆ ਭਾਈ, ਇਸੇ ਕਰਕੇ ਵੋਟਾਂ 20,000 ਦੇ ਨੇੜੇ ਜਿਹੜੇ ਨਿਕਲੀਆਂ 2 ਲੱਖ ਦੇ ਵਿੱਚੋਂ। ਆਪਾਂ ਨਹੀਂ ਕਹਿੰਦੇ ਬੰਦੇ ਚੰਗੇ ਆ ਜਾਂ ਮਾੜੇ ਆ, ਅਦਾਲਤ ਨੇ ਸਾਬਤ ਕਰਨਾ। ਹੁਣ ਕਹਿੰਦੇ ਆ ਜੀ ਉਹਨਾਂ ਦਾ ਰਿਮਾਂਡ ਚੱਲਦਾ, ਕੋਈ 16 ਦੇ ਕਰੀਬ ਪ੍ਰਾਪਰਟੀਆਂ ਨਹੀਂ, ਜਾਇਦਾਦਾਂ ਬਣਾ ਛੱਡੀਆਂ ਉਹਨਾਂ ਨੇ। ਇਹ ਦੋਸ਼ ਹੈ ਕਿ ਉਹਨਾਂ ਨੇ 14-16 ਦੇ ਕਰੀਬ ਜਾਇਦਾਦਾਂ ਬਣਾਈਆਂ, ਕੁਝ ਬਾਕੀ ਸੂਬਿਆਂ 'ਚ ਪੁਸ਼ਟੀ ਨਹੀਂ ਹੋਈ ਕਿ ਉਹ ਹੁਣ ਲੱਭੀਆਂ ਜਾ ਰਹੀਆਂ। ਕੁਝ ਇੱਕ ਦਾ ਪਤਾ ਲੱਗ ਗਿਆ, ਉਹ ਕਦੋਂ ਬਣੀਆਂ ਕਦੋਂ ਨਹੀਂ ਬਣੀਆਂ, ਕਿਹਦੇ ਨਾਂ ਤੇ ਬਣੀਆਂ, ਕਿ ਉਹ ਸਾਰਾ ਕੁਝ ਖੰਗਾਲਿਆ ਜਾ ਰਿਹਾ। ਕਿਉਂਕਿ 500 ਦਾ ਦੋਸ਼ ਲੱਗਾ ਸੀ ਨਾ ਕਿ ਹਰ ਰੁੱਖ ਲਿਆਵੇ ਨੋਟ, ਕਹਿੰਦਾ ਹਰ ਇੱਕ ਰੁੱਖ ਲਾਵੇ ਮਨੁੱਖ, ਇਦਾਂ ਦੀ ਕੁਝ ਗੱਲ ਚੱਲਦੀ ਹੁੰਦੀ ਸੀ। ਹਰ ਮਨੁੱਖ ਇੱਕ ਰੁੱਖ ਇੱਕ ਨੋਟ, ਇੱਕ ਸਿੱਧਾ ਹੀ ਆ ਦੇਖੋ, ਆ ਜਿਹੜੀ ਗੱਲ ਤੁਸੀਂ ਲੀਡਰਸ਼ਿਪ ਦੀ ਅੰਦਰਲੀ ਗੱਲ ਸਮਝਦੇ ਹੋ ਨਾ, ਇਹ ਸਾਡੇ ਵਾਸਤੇ ਨਹੀਂ, ਮੈਂ ਤਾਂ ਬੜਬੜਾਉਂਦਾ ਜੀ। ਫਿਰ ਨਾਰਾ ਹੀ ਬਣਾ ਕੇ ਦਿੱਤਾ ਨਾ ਵੀ ਹਰ ਮਨੁੱਖ, ਨਹੀਂ ਤੁਸੀਂ ਨਾਰਾ ਨਹੀਂ ਕੱਲਾ ਬਣਾ ਕੇ ਦਿੱਤਾ, ਮੈਨੂੰ ਲੱਗਦਾ ਯੋਜਨਾ ਬਣਾ ਕੇ ਦਿੱਤੀ। ਹਰ ਮਨੁੱਖ ਮਤਲਬ ਇੱਕ ਰੁੱਖ ਰੱਖੇ ਇੱਕ ਨੋਟ ਹੀ ਕੱਟੇ। ਹੁਣ ਸੰਧਾਲੀਆ ਸਾਹਿਬ, ਇਹਦੇ ਤੋਂ ਬਿਨਾਂ ਚਰਚਾ ਇਹ ਵੀ ਚੱਲਦੀ ਹੈ ਕਿ ਉਹਨਾਂ ਦੇ ਜਿਹੜੇ ਨੇੜਲੇ ਕੁਝ ਇੱਕ ਬੰਦੇ ਸੀ, ਕਹਿੰਦੇ ਕਿ 4.5 ਸਾਲ ਉਹਨਾਂ ਦੀ ਤੂਤੀ ਬੋਲੀ, ਮਹਿਕਮੇ ਦੇ ਵਿੱਚ ਕੋਈ ਕੰਮ ਕਰਾਉਣਾ ਹੋਰ ਕਿਸੇ ਤੇ ਯਕੀਨ ਕਹਿੰਦੇ ਮੰਤਰੀ ਸਾਹਿਬ ਕਰਦੇ ਨਹੀਂ ਸੀ। ਹੁਣ ਉਹ ਵੀ ਸੁੱਖ ਨਾਲ ਅੰਦਰ ਹੀ ਨੇ, ਉਹ ਵੀ ਰਿਮਾਂਡ ਤੇ ਨੇ, ਪਤਾ ਨਹੀਂ ਕੱਲਿਆਂ ਤੋਂ ਪੁੱਛਗਿੱਛ ਕਰਦੇ ਆ, ਪਤਾ ਨਹੀਂ ਇਕੱਠਿਆਂ ਬਿਠਾ ਕੇ ਕਰਦੇ ਆ, ਪਤਾ ਨਹੀਂ ਕਿੱਦਾਂ ਕਰਦੇ ਆ। ਪਰ ਹੁਣ ਕਹਿੰਦੇ ਆ ਕਿ ਉਹਨਾਂ ਤੋਂ ਬਾਅਦ ਕਈਆਂ ਦੇ ਬੁੱਲਾਂ ਦੇ ਉੱਤੇ ਸਿੱਕਰੀ ਆਈ ਉਹ ਆ ਕਿ ਹੁਣ ਅਗਲਾ ਨੰਬਰ ਸਾਡਾ ਤਾਂ ਨਹੀਂ। ਇਹ ਗੱਲ ਹੈਗੀ ਆ। ਚਲੋ ਕਾਰਨ ਇਹ ਆ ਵੀ ਜੇ ਤੇ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਵੀ ਜੇ ਤੇ ਪੋਲੀਟੀਕਲੀ ਜੋ ਚੀਜ਼ ਕਾਰਵਾਈ ਜਿਹਨੂੰ ਕੋਈ ਬਦਲਾਖੋਰੀ ਦੀ ਕਾਰਵਾਈ ਕਹਿੰਦੇ ਉਹੋ ਜਿਹੀ ਨਹੀਂ ਹੈ,
ਫਿਰ ਵਧੀਆ ਗੱਲ ਆ ਜੀ। ਤੇ ਜੇ ਇਹਨੂੰ ਆਪਾਂ 4 ਕੁ ਦਿਨ ਬਸ ਹਾਈਲਾਈਟ ਕਰਨਾ, ਨਿੰਬੂ ਰੋਸ਼ਨੀ 'ਚ ਰੱਖਣਾ ਤੇ ਉਦੋਂ ਬਾਅਦ ਤੂੰ ਕੌਣ ਮੈਂ ਕੌਣ ਹੋ ਜਾਣੀ ਗੱਲਬਾਤ, ਉਹਦਾ ਵੀ ਕੋਈ ਫਾਇਦਾ ਨਹੀਂ। ਹਾਂ, ਜੇ ਨਤੀਜੇ ਲੋਕਾਂ ਨੂੰ ਸਾਹਮਣੇ ਨਜ਼ਰ ਆਉਣ ਲੱਗ ਪਏ ਤੇ ਫਿਰ ਹੋ ਸਕਦਾ ਵੀ ਲੋਕ ਇਹ ਸਾਰੀ ਕੁਛ ਤੇ ਯਕੀਨ ਵੀ ਕਰ ਲੈਣ। ਬਾਕੀ ਨਤੀਜੇ ਕੁਛ ਆਏ ਸੀ ਅੰਤਰਰਾਸ਼ਟਰੀ ਰਿਪੋਰਟਾਂ 'ਚੋਂ। ਆਜੋ। ਅੰਤਰਰਾਸ਼ਟਰੀ ਰਿਪੋਰਟਾਂ ਦੇ ਵਿੱਚੋਂ ਉਹਨਾਂ ਨੇ ਦੱਸਿਆ ਵੀ ਭਾਈ ਸਾਹਿਬ ਆ ਸਾਡੇ ਮਾਪਦੰਡ ਨੇ, ਤੇ ਮਾਪਦੰਡ ਕਹਿੰਦੇ ਨੇ ਵੀ ਇਹਨਾਂ ਦੇ ਹਿਸਾਬ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਇੰਨਾ ਪ੍ਰਦੂਸ਼ਣ ਆ। ਫਿਰ ਜਦੋਂ ਉਹ ਦੇਸ਼ਾਂ ਦੇ ਨਾਂ ਲਿਖਣ ਲੱਗੇ ਤੇ 100 ਤੱਕ ਗਿਣਤੀ ਪਹੁੰਚ ਗਈ ਜੀ। ਤੇ ਅਖੀਰ ਤੇ ਜਾ ਕੇ ਆਪਣੇ ਭਾਰਤ ਦੇਸ਼ ਮਹਾਨ ਦਾ ਨਾਂ ਲਿਖਿਆ ਉਹਨਾਂ ਨੇ ਵੀ ਇੰਨਾ ਪ੍ਰਦੂਸ਼ਿਤ ਆ। ਸੰਧਾਲੀਆ ਸਾਹਿਬ, ਬਦਨਾਮ ਕਰਨ ਦੀ ਸਾਜ਼ਿਸ਼ ਹੈ ਇਹ, ਸਿਰਫ ਤੇ ਸਿਰਫ ਦੁਨੀਆ ਦੇ ਵਿੱਚ ਅਕਸ ਧੁੰਦਲਾ ਕਰਨ ਦੀ ਸਾਜ਼ਿਸ਼ ਹੈ। ਇਹੋ ਹੀ ਕਿਹਾ ਭਾਰਤ ਸਰਕਾਰ ਨੇ। ਅੱਛਾ, ਇਹ ਕਿਹਾ? ਉਹ ਕਹਿੰਦੇ ਵੀ ਅਸੀਂ ਬਿਲਕੁਲ ਨਹੀਂ ਮੰਨਦੇ, ਅੱਜ ਤੁਸੀਂ ਜਿਸ ਹਿਸਾਬ ਨਾਲ ਚੁੱਕੀ ਫਿਰਦੇ ਹੋ ਹਿਸਾਬ ਤਾਂ ਵੀ ਐਸ ਮਾਨਦੰਡ ਕਿਹੜੇ ਹੁੰਦੇ ਆ, ਮਾਪਦੰਡ ਜੋ ਵੀ ਹੁੰਦੇ ਆ, ਉਹਨਾਂ ਦੇ ਹਿਸਾਬ ਨਾਲ ਕਹਿੰਦੇ ਵੀ ਬਿਲਕੁਲ ਹੀ ਨਹੀਂ ਹੈਗਾ, ਤੁਸੀਂ ਤਾਂ ਆਪਣੇ ਹਿਸਾਬ ਨਾਲ ਲੱਗੇ ਫਿਰਦੇ ਹੋ। ਦੇਖੋ, ਸਾਨੂੰ ਨਹੀਂ ਪਤਾ ਕਿ ਉਹ ਰਿਪੋਰਟ ਠੀਕ ਹੈ ਕਿ ਨਹੀਂ ਠੀਕ। ਹੋ ਸਕਦਾ ਭਾਰਤ 100ਵੇਂ ਤੇ ਨਾ ਹੋਵੇ, 50ਵੇਂ ਤੇ ਹੋਵੇ, 38ਵੇਂ ਤੇ ਹੋਵੇ, ਪਰ ਇੱਕ ਗੱਲ ਤਾਂ ਮੰਨਣੀ ਪਊ ਸੰਧਾਲੀਆ ਸਾਹਿਬ, ਚਲੋ ਰਿਪੋਰਟ ਵਾਜਬ ਆ ਗੈਰ ਵਾਜਬ ਆ ਉਹ ਤਾਂ ਸਰਕਾਰ ਜਾਣਦੀ ਹੋਏਗੀ ਨਾ, ਸਰਕਾਰ ਦੇਖੇ, ਪਰ ਕੰਮ ਤਾਂ ਕਰਨ ਦੀ ਲੋੜ ਹੈਗੀ ਹੈ। ਤੁਸੀਂ ਇਹ ਦੇਖੋ ਕਿ ਟ੍ਰੈਫਿਕ ਜਿੰਨੀ ਵਧੀ ਹੈ, ਪਬਲਿਕ ਟਰਾਂਸਪੋਰਟ ਉਨੀ ਚੰਗੀ ਨਹੀਂ, ਫੈਕਟਰੀਆਂ ਦੇ ਵਿੱਚੋਂ ਧੂੰਆਂ ਨਿਕਲਦਾ, ਬਾਕੀ ਸਾਰਾ ਕੁਝ ਹੈ। ਮੈਨੂੰ ਨਹੀਂ ਪਤਾ ਕਿ ਪ੍ਰਦੂਸ਼ਣ ਹੈਗਾ ਕਿ ਨਹੀਂ ਹੈਗਾ ਭਾਰਤ ਦੇ ਵਿੱਚ, ਪਰ ਸਾਨੂੰ ਇੰਨਾ ਪਤਾ ਦਿੱਲੀ ਦੇ ਵਿੱਚ ਔਡ ਈਵਨ ਦਾ ਫਾਰਮੂਲਾ ਲਾਗੂ ਕਰਨਾ ਪੈ ਜਾਂਦਾ। ਆਪਾਂ ਨੂੰ ਇੰਨਾ ਪਤਾ ਹੈ ਕਿ ਜਦੋਂ ਉੱਪਰਲੇ ਪਾਸਿਓਂ ਸੈਟੇਲਾਈਟ ਦੇ ਰਾਹੀਂ ਤਸਵੀਰਾਂ ਆਉਂਦੀਆਂ, ਉਦੋਂ ਆਉਂਦੀਆਂ ਕਿ ਉੱਤਰ ਭਾਰਤ ਦੇ ਵਿੱਚ ਹਨੇਰਾ ਜਿਹਾ ਪਤਾ ਨਹੀਂ ਕਿਉਂ ਛਾਇਆ ਆ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦੇਣੀ ਪੈ ਜਾਂਦੀ ਹੈ ਇੱਕ ਖਾਸ ਦਿਨਾਂ ਦੇ ਵਿੱਚ ਕਿ ਭਾਈ ਜੇ ਬਾਹਰ ਨਿਕਲੋਗੇ। ਤੁਹਾਨੂੰ ਯਾਦ ਹੈ ਇੱਕ ਵਾਰੀ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਕਰਤੀਆਂ ਸੀ, ਇਹ ਕਹੇ ਬਾਹਰ ਕਲਾਸਾਂ ਨਹੀਂ ਕਿਸੇ ਦੀਆਂ ਲਾਉਣੀਆਂ, ਕੋਈ ਕਾਰਨ ਹੀ ਸੀਗੇ। ਅਸੀਂ ਨਹੀਂ ਕਹਿੰਦੇ ਕਿ ਭਾਰਤ ਦੀ ਵਾਤਾਵਰਣ ਦੇ ਪੱਖ ਤੋਂ ਇੰਨੀ ਮਾੜੀ ਹਾਲਤ ਹੈ। ਜੇ ਰਿਪੋਰਟ ਗਲਤ ਕਹਿੰਦੀ ਹੈ ਸਰਕਾਰ ਤਾਂ ਗਲਤ ਹੈ, ਪਰ ਕੰਮ ਕਰਨਾ ਪਊਗਾ। ਅਸੀਂ ਇੰਨੇ ਵੀ ਚੰਗੀ ਹਾਲਤ ਦੇ ਵਿੱਚ ਨਹੀਂ ਹੈਗੇ ਕਿ ਭਾਈ ਰਿਪੋਰਟ ਨੂੰ ਗਲਤ ਕਹਿ ਕੇ ਹੱਥ ਤੇ ਹੱਥ ਧਰ ਕੇ ਬਹਿ ਜਾਈਏ। ਨਹੀਂ, ਇਹ ਤੇ ਗੱਲ ਹੈਗੀ ਆ। ਮੈਂ ਨਾ ਵੀ ਚਲੋ ਉਹਨਾਂ ਦੇ ਜੋ ਵੀ ਮਾਪਦੰਡ ਹੋਣਗੇ ਉਹਦੇ 'ਚੋਂ ਆਮ ਲੋਕ ਆਪਣੇ ਮਾਪਦੰਡ ਵੇਖ ਲੈਣ ਵੀ ਜਿਹੜੇ ਨਲਕੇ 'ਚੋਂ ਪਹਿਲਾਂ ਪਾਣੀ ਆਉਂਦਾ ਸੀ ਹੁਣ ਆਉਂਦਾ, ਜੇ ਆਉਂਦਾ ਤੇ ਕੀ ਪੀਣੀ ਹੋ ਗਿਆ, ਜੇ ਪਹਿਲਾਂ ਖਾਲ 'ਚੋਂ ਪੀ ਲਏ ਤੇ ਹੁਣ ਪੀ ਸਕਦੇ ਆ। ਜੇ ਆਪਾਂ ਨੂੰ ਜਾਪਦਾ ਹੈ ਵੀ ਪਹਿਲਾਂ ਜੇ ਸ਼ਹਿਰ ਜਾਈਦਾ ਸੀ ਤੇ ਉੱਥੇ ਡਾਕਟਰ ਕਹਿੰਦੇ ਨਹੀਂ ਸਾਹ ਦੀ ਬਿਮਾਰੀ ਹੋਣੀ ਨਹੀਂ ਚਾਹੀਦੀ ਤੁਹਾਨੂੰ, ਤੁਸੀਂ ਤੇ ਪਿੰਡ ਰਹਿੰਦੇ ਆ ਜੀ, ਤੇ ਹੁਣ ਜਦੋਂ ਅਗਲਾ ਕਹਿੰਦਾ ਵੀ ਤੁਸੀਂ ਪਿੰਡ ਰਹਿੰਦੇ ਆ, ਹੋ ਹੀ ਜਾਂਦੀ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਵੀ ਧੂੰਆਂ ਵਾਵਾ ਹੁੰਦਾ। ਇਹਦਾ ਮਤਲਬ ਕੁਛ ਫਰਕ ਤੇ ਹੈਗਾ। ਨਹੀਂ ਹੈਗਾ ਆ, ਬਾਕੀ ਥੋੜਾ ਨਾ ਸਾਰਿਆਂ ਨੂੰ ਉਦਮ ਕਰਨਾ ਪਊਗਾ। ਜੇ ਸਰਕਾਰ ਨੂੰ ਆਪਾਂ ਕਹੀਏ ਕਿ ਸਰਕਾਰ ਨੇ ਟੀਕਾ ਲਾ ਦੇਣਾ ਆ ਕੇ ਕਿ ਭਾਈ ਹੁਣ ਪ੍ਰਦੂਸ਼ਣ ਆਪਾਂ ਘੱਟ ਕਰ ਦੇਣਾ ਆ, ਸਰਕਾਰ ਦੀ ਡਿਊਟੀ ਆ ਕਿ ਫੈਕਟਰੀਆਂ ਦਾ ਸ਼ਿਕੰਜਾ ਕੱਸੇ। ਸਾਡੀ ਡਿਊਟੀ ਆ ਕਿ ਪਰਾਲੀ ਨੂੰ ਅੱਗ ਲਾਉਣੀ ਛੱਡੀਏ। ਕੂੜਾ ਕਾੜਾ ਵੀ ਜਿਹੜਾ ਹੁੰਦਾ ਹੈ ਕਿ ਆਪਾਂ ਨੂੰ ਆਦਤ ਹੀ ਹੁੰਦੀ ਨਾ ਕਿ ਭਾਈ ਆਪਣੀ ਦੁਕਾਨ 'ਚੋਂ ਜਾਂ ਆਪਣੇ ਘਰੋਂ ਕੱਢਿਆ, ਮੁੜ ਕੇ ਇਕੱਠਾ ਕਰਕੇ ਤੀਲੀ ਲਾਤੀ, ਕੋਈ ਢੰਗ ਤਰੀਕਾ ਮਾੜਾ ਮੋਟਾ ਹੋਰ ਵਰਤੀਏ। ਬਥੇਰਾ ਪ੍ਰਦੂਸ਼ਣ ਆ, ਬਥੇਰੀਆਂ ਬਿਮਾਰੀਆਂ, ਬਥੇਰੀਆਂ ਦਵਾਈਆਂ ਨੇ, ਧੱਕੇ ਖਾਈ ਜਾਂਦੇ ਆ। ਜੇ ਫਿਰ ਵੀ ਨਾ ਸੁਧਰੇ ਫਿਰ ਮਹਾਰਾਜ ਹੀ ਰੱਖਾ। ਚਲੋ ਆਸ ਕਰਦੇ ਹਾਂ। ਜੀ, ਜਾਣ ਦਾ ਵੇਲਾ ਹੋ ਗਿਆ ਸਾਹਿਬ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ, ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।